ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਰਾਗ ਅਲਾਪ ਊਚ ਸੁਰ ਸਾਥਾ। ਪੜਤ ਸ਼ਬਦ ਫਿਰਹਿ ਜਗਨਾਥਾ। ਗਮਨੇ ਜਹਾਂ ਉਜਾਰ ਮਹਾਨਾ। ਅਪਰਮਾਨ ਮੁਖ ਤੇਜ ਦਿਪਾਨਾ। ਰਾਗ ਅਲਾਪ ਊਚ ਸੁਰ ਸਾਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਨਿਤਨੇਮ ਨਾਲ ਹੀ ਗੁਰੂ ਦੀਆਂ ਸੰਗਤਾਂ ਬੇਅੰਤ ਗੁਰੂ ਚਰਨਾਂ ਵਿੱਚ ਜੁੜ ਕੇ ਲਾਹਾ ਲੈਂਦੀਆਂ ਹਨ। ਸਤਿਗੁਰੂ ਜੀ ਦੀ ਧੁਰ ਕੀ ਬਾਣੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਉਸ ਤੋਂ ਉਪਰੰਤ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਲਾਹਾ ਲਿਆ ਹੈ। ਸੋ ਸਾਧ ਸੰਗਤ ਜੀ, ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਲੜੀਵਾਰ ਰੂਪ ਵਿੱਚ ਚੱਲ ਰਹੀ ਹੈ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜੇ ਸਤਿਗੁਰੂ ਜੀ ਸਿੱਖਾਂ ਦੀ ਸਿੱਖੀ ਪਰਖਣ ਵਾਸਤੇ ਮਹਾਰਾਜ ਜੀ ਨੇ ਕੌਤਕ ਰਚਿਆ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਸਤਿਗੁਰੂ ਦੀ ਜਿਹੜੀ ਸੇਵਾ ਕਰਨੀ ਬੜੀ ਗਾਖੜੀ ਕਈ ਔਖੀ ਹੈ।
ਸਿਰ ਆਪਣਾ ਦਈਏ, ਪ੍ਰਤੱਖ ਸਿਰ ਵੱਢ ਕੇ ਅਤੇ ਹੰਕਾਰ ਦਾ ਸਿਰ ਵੱਢ ਕੇ ਦਈਏ, ਫਿਰ ਜਾ ਕੇ ਸੇਵਾ ਗੁਰੂ ਦੀ ਹੁੰਦੀ ਹੈ। ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਗੁਰੂ ਦੀ ਸੇਵਾ ਵਿੱਚ ਸਾਧ ਸੰਗਤ ਜੀ ਸਿਰ ਦਈਏ, ਫਿਰ ਜਾ ਕੇ ਧਰਮ ਰਹਿੰਦਾ ਹੈ। ਇਸ ਤਰ੍ਹਾਂ ਕਰਤਾਰਪੁਰ ਸਾਹਿਬ ਗੁਰੂ ਕੇ ਲੰਗਰ ਚੱਲ ਰਹੇ ਹੈ। ਗੁਰੂ ਮਹਾਰਾਜ ਜੀ ਕਠਨ ਤੋਂ ਕਠਨ ਤਪ ਸਾਧ ਰਹੇ ਹੈ। ਬੇਅੰਤ ਸੰਗਤਾਂ ਸਿੱਖ ਹੈਗੇ ਹੈ, ਆਪਣੀਆਂ ਮਨੋਕਾਮਨਾਵਾਂ ਇੱਛਾਵਾਂ ਪੂਰੀਆਂ ਕਰ ਰਹੇ ਸੀ। ਇੱਕ ਦਿਨ ਜਦੋਂ ਕੁਝ ਸਾਲ ਬੀਤ ਗਏ, ਇਸ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਨੇ ਸਿੱਖਾਂ ਦੀ ਸਿੱਖੀ ਪਰਖਣ ਵਾਸਤੇ ਠਾਨੀ ਹੈ ਕਿ ਜਿਹੜੇ ਸਿੱਖਾਂ ਨੇ ਸਾਡੀ ਸ਼ੁਭ ਸਿੱਖਿਆ ਲੈ ਕੇ ਸਿੱਖੀ ਧਾਰਨ ਕੀਤੀ ਗਈ, ਸਿੱਖੀ ਵਿੱਚ ਪੂਰੀ ਵੀ ਹੈ ਕਿ ਬਾਹਰ ਭੇਖ ਹੀ ਹੈ, ਬਾਹਰ ਭੇਖ ਨਾ ਪਾਈਐ ਪ੍ਰਭ ਅੰਤਰਜਾਮੀ। ਭੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ। ਗੁਰੂ ਜੀ ਨੇ ਵਿਚਾਰ ਕੇ ਵੀ ਇਕੱਲਾ ਭੇਖ ਧਾਰਿਆਂ ਗੁਰੂ ਦੀ ਸੱਚੀ ਸਿੱਖਿਆ ਲਏ ਤੋਂ ਬਿਨਾਂ ਕਦੀ ਰੱਬ ਪਾਇਆ ਨਹੀਂ ਜਾਂਦਾ, ਅਤੇ ਵੇਖੀਏ ਵੀ ਇਹ ਸਿੱਖੀ ਵਿੱਚ ਪੂਰੇ ਕਿ ਨਹੀਂ ਹੈ। ਜਿਸ ਕਰਕੇ ਮਹਾਰਾਜ ਨੇ ਲਾਂਗਰੀ ਸਾਹਿਬ ਨੂੰ ਬੁਲਾ ਕੇ ਕਹਿ ਦਿੱਤਾ ਵੀ ਭਾਈ ਅੱਜ ਤੋਂ ਜਿਹੜਾ ਲੰਗਰ ਹੈ ਇੱਕ ਟਾਈਮ ਬਣਾਉਣਾ 8 ਪੈਰਾਂ 'ਚ, 8 ਪੈਰੀ ਲੰਗਰ ਛਕਾਇਆ ਕਰਨਾ, ਹੁਣ ਅੱਗੇ ਵਾਂਗ ਲੰਗਰ ਨਹੀਂ ਚੱਲੇਗਾ। ਸਿੱਖ ਲਾਂਗਰੀ ਨੇ ਉਸੇ ਤਰ੍ਹਾਂ ਕੀਤਾ। ਜਿਹੜੇ ਸਿੱਖ ਸਨ ਉਹਨਾਂ ਨੂੰ ਮਹਾਰਾਜ ਨੇ ਸੁਣਾ ਕੇ ਕਹਿ ਦਿੱਤਾ ਭਾਈ ਹੁਣ ਲੰਗਰ ਤਾਂ ਮਿਲੂਗਾ 8 ਪੈਰੀ, ਅਤੇ ਤੁਸੀਂ ਤਕੜਿਆਂ ਹੋ ਕੇ ਗੁਰੂ ਘਰ ਦੀ ਕਾਰ ਸੇਵਾ ਕਮਾਓ, ਆਪੋ ਆਪਣੇ ਹਲ ਚੁੱਕੋ ਅਤੇ ਖੇਤੀ ਕਰੋ ਤਗੜੇ ਹੋ ਕੇ। ਕੋਈ ਕਮੀ ਨਹੀਂ ਰਹਿਣ ਦੇਣੀ ਹੈ ਸੇਵਾ ਵਿੱਚ। ਸਿੱਖਾਂ ਨੇ ਸੁਣ ਕੇ ਅਚਰਜਦਾ ਅਤੇ ਮੰਨੀ ਹੈ ਵੀ 8 ਪੈਰੀ ਪ੍ਰਸ਼ਾਦਾ। ਚਲੋ ਗੁਰੂ ਕਾ ਬਚਨ ਬੋਲ ਤਾਂ ਕੋਈ ਸਕਦਾ ਨਹੀਂ ਸੀ, ਕੰਮ ਕਰ ਦਿੱਤਾ ਇਹ ਕਹਿ ਕੇ ਮਹਾਰਾਜ ਨਾਲ ਲੈ ਲਏ। ਸਵੇਰੇ ਸਵਖਤੇ ਹੀ ਦਿਨ ਚੜ੍ਹੇ ਚੱਲ ਪੈਂਦੇ ਅਤੇ ਸ਼ਾਮ ਨੂੰ ਹਨੇਰੇ ਹੋ ਜਾਣਾ ਪੈਂਦਾ। 2-2 3-3 4-4 ਦਿਨ ਕਈਆਂ ਨੇ ਕੱਢੇ ਹੈ। ਫਿਰ ਕਹਿੰਦੇ ਮਹਾਰਾਜ ਕਿਰਪਾ ਕਰੋ, ਖੁਸ਼ੀਆਂ ਬਖਸ਼ੋ, ਵਿਦਾਇਗੀ ਬਖਸ਼ੋ, ਘਰ ਜਾਈਏ। ਘਰ ਵੀ ਕੰਮ ਜਾ ਕੇ ਦੇਖੀਏ। ਆਪੋ ਵਿੱਚ ਤਾਂ ਇਹ ਗੱਲਾਂ ਕਹਿੰਦੇ ਵੀ ਜੇ ਇੱਥੇ ਕਰ ਕਰਾ ਕੇ ਐਵੇਂ 8 ਪੈਰੀ ਪ੍ਰਸ਼ਾਦਾ ਛਕਣਾ ਅਤੇ ਫਿਰ ਆਪਾਂ ਘਰ ਹੀ ਜਾ ਕੇ ਖਾਈਏ, ਇੱਥੇ ਕਾਹਨੂੰ ਰਹਿਣਾ। ਇਹ ਤਾਂ ਹੁਣ ਗੁਰੂ ਦੀ ਕਸੌਟੀ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਝੂਠੇ ਨਹੀਂ ਟਿਕਦੇ ਹੈ। ਉਹ ਫਿਰ ਐਵੇਂ ਵਿਚਾਰੇ ਸਿਦਕ 4 ਦਿਨ ਧਾਰਿਆ ਅਤੇ ਚਲੇ ਗਏ ਖੁਸ਼ੀਆਂ ਲੈ ਲੈ ਕੇ। ਗੁਰੂ ਮਹਾਰਾਜ ਨੇ ਫਿਰ ਸਿੱਖਾਂ ਨੂੰ ਕਿਹਾ ਵੀ ਭਾਈ ਜਿਹੜੇ ਬਚੇ ਹੈ ਐਵੇਂ ਨਾ ਗੁਰੂ ਕੇ ਅੰਨ ਵਿੱਚ ਟੋਟਾ ਜਿਹਾ ਆ ਗਿਆ ਅਤੇ ਹੁਣ ਅਗਲੇ ਦਿਨ ਰੋਟੀ ਨਹੀਂ, ਤੀਸਰੇ ਦਿਨ ਦੂਸਰੇ ਦਿਨ ਜਾ ਕੇ ਮਿਲਿਆ ਕਰੂਗੀ ਗੁਰੂ ਦਾ ਲੰਗਰ। ਤੁਸੀਂ ਸੇਵਾ ਕਰੋ ਤਗੜੇ ਹੋ ਕੇ, ਖੇਤੀ ਕਰੋ, ਕੋਈ ਕਮੀ ਨਹੀਂ ਛੱਡਣੀ। ਗੁਰੂ ਬਚਨ ਤਾਂ ਕਹਿੰਦੇ ਆ ਵੀ ਜਿਹਨੇ ਦੇ ਭੱਜਣਾ ਹੋਏ ਸੁਣ ਕੇ ਭੱਜੂਗਾ, ਵੀ ਰੋਟੀ ਵੀ ਦੂਜੇ ਤੀਜੇ ਦਿਨ ਅਤੇ ਖੇਤੀ ਕਹਿੰਦੇ ਰੋਜ਼ ਹੀ ਕਰਨੀ ਹੈ। ਕੁਝ ਸਿਦਕੀ ਸਨ ਨਹੀਂ ਗਏ, 10-10 ਦਿਨ ਰਹੇ ਹੈ। 10 ਦਿਨਾਂ ਬਾਅਦ ਉਹਨਾਂ ਵੀ ਮਹਾਰਾਜ ਕਿਰਪਾ ਕਰੋ, ਆਗਿਆ ਬਖਸ਼ੋ, ਜਾਣਾ ਹੈ। ਮਹਾਰਾਜ ਕਹਿੰਦੇ ਭਾਈ ਜਾਓ, ਚਲੇ ਗਏ ਉਹ ਵੀ। ਫਿਰ ਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਜਿਵੇਂ ਜਦੋਂ ਕਿੰਨੇ ਚਲੇ ਗਏ ਹੈ, ਦੂਜੇ ਜਿਹੜੇ ਕਈ ਤਾਂ ਇਹੋ ਜਿਹੇ ਸਨ ਜਿਨ੍ਹਾਂ ਨੇ ਇਹ ਮੰਨ ਹੀ ਲਿਆ ਸੀ ਵੀ ਗੁਰੂ ਕੁਝ ਕਰਨਾ ਰੱਖ ਲੈਣ ਭਾਵੇਂ ਮਾਰ ਦੇਣ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਵੀ ਸ਼ਰਣੀ ਆ ਗਏ ਹਾਂ, ਉਹਦੀ ਮਰਜ਼ੀ ਰੱਖ ਲਏ ਭਾਵੇਂ ਮਾਰ ਲਏ, ਅਸੀਂ ਨਹੀਂ ਜਾਣਾ ਹੈ, ਜਿਵੇਂ ਮਾਰੇ ਕਰਨ। ਉਹ ਵਿਚਾਰੇ 2-2 ਦਿਨ ਬਾਅਦ ਪ੍ਰਸ਼ਾਦਾ ਛਕਦੇ ਸਿੱਖ। ਸੇਵਾ 'ਚ ਕੋਈ ਕਮੀ ਨਹੀਂ ਰਹਿਣ ਦਿੰਦੇ, ਖੇਤੀ ਪੂਰੀ ਕਰਦੇ ਹੈ। ਗੁਰੂ ਮਹਾਰਾਜ ਮੌਜ ਦੇ ਮਾਲਕ ਫਿਰ ਆਪ ਹੀ ਕਹਿ ਦਿੱਤਾ ਲਾਂਗਰੀ ਨੂੰ ਭਾਈ
ਸਿੱਖਾਂ ਨੂੰ ਨਾ ਭੋਜਨ ਚੰਗਾ ਛਕਾਇਆ ਕਰ, ਤਿਆਰ ਕਰਕੇ ਪਹਿਲਾਂ ਆਵਾਂਗੇ। ਸਿੱਖ ਉਸੇ ਤਰ੍ਹਾਂ ਛਕਣ ਲੱਗ ਪਏ, ਰਜਵਾਂ ਬਣ ਲੱਗ ਪਿਆ। ਫਿਰ ਖੁੱਲ੍ਹਾ ਡੁੱਲਾ ਹੀ ਕੁਝ ਮਹੀਨੇ ਬੀਤੇ ਆ, ਖੇਤੀ ਸੋਹਣੀ ਹੋ ਗਈ, ਮਿਹਨਤ ਕਰਨ ਨਾਲ ਪੱਕ ਗਈ। ਸਿੱਖਾਂ ਨੇ ਗੁਰੂ ਨੂੰ ਦੱਸਿਆ, ਮਹਾਰਾਜ ਖੇਤੀ ਪੱਕ ਗਈ ਹੈ, ਵੱਢ ਲਈਏ ਕਿ ਖੜੀ ਰਹਿਣ ਦੇਈਏ। ਮਹਾਰਾਜ ਕਹਿੰਦੇ ਭਾਈ ਵੱਢ ਲਈ ਤੇ ਫਿਰ ਪੱਕ ਹੀ ਗਈ ਤੇ ਵੱਢ ਹੀ ਲਓ। ਇੱਕ ਕੰਮ ਜ਼ਰੂਰ ਕਰਨਾ ਵੀ ਖਲਵਾੜੇ ਲਾ ਲੈਣੇ ਆ, ਉਹ ਨਹੀਂ ਛੇੜਨੇ ਆ, ਭਾਵ ਢੇਰ ਲਾ ਦੇਣੇ ਆ ਤੇ ਗਾਉਣੀ ਨਹੀਂ ਹੈ ਕਣਕ। ਉਸੇ ਤਰ੍ਹਾਂ ਵੱਢ ਕੇ ਕੀਤਾ, ਢੇਰ ਲਾ ਦਿੱਤੇ। ਆਏ ਆ ਮਹਾਰਾਜ ਹੁਣ ਆਪ ਜੀ ਦੀ ਆਗਿਆ ਹੋਵੇ ਤੇ ਦਾਣੇ ਕੱਢ ਲੈਂਦੇ ਆ, ਨਹੀਂ ਤੇ ਰਹਿਣ ਦੇਣੇ ਆ। ਗੁਰੂ ਮਹਾਰਾਜ ਕਹਿੰਦੇ ਭਾਈ ਸਾਡਾ ਤਾਂ ਐਸਾ ਬਚਨ ਹੈ, ਜੇ ਮੰਨੋ, ਜੇ ਉਹ ਤੁਹਾਡੇ ਚੰਗਾ ਲੱਗਦਾ ਤੁਸੀਂ ਕਰ ਲਓ। ਕਹਿੰਦੇ ਮਹਾਰਾਜ ਤੁਹਾਡੀ ਆਗਿਆ ਵਿੱਚ ਹੀ ਆ, ਅਸੀਂ ਕੀ ਕਹਿਣਾ, ਜਿਵੇਂ ਤਾਂ ਆਪ ਜੀ ਦੀ ਆਗਿਆ ਉਸੇ ਤਰ੍ਹਾਂ ਹੀ ਕਰਾਂਗੇ। ਗੁਰੂ ਸਾਹਿਬ ਕਹਿੰਦੇ ਵੀ ਫਿਰ ਜਿਹੜੇ ਆ ਢੇਰ ਲਾਏ ਆ ਨਾ, ਵੀ ਇਹਦੇ ਵਿੱਚ ਸਾਨੂੰ ਮਿਲਣਾ ਤਾਂ ਕੁਝ ਨਹੀਂ ਹੈ, ਦਾਣੇ ਕੱਢ ਲਾਂਗੇ, ਅਨਾਜ ਭਰ ਲਵਾਂਗੇ, ਕੋਠਿਆਂ 'ਚ ਲੰਗਰ ਚਲਾਈ ਜਾਵਾਂਗੇ, ਅਤੇ ਕੀ ਮਿਲਣਾ ਆਪਾਂ ਨੂੰ। ਇਹ ਗੁਰੂ ਨੇ ਆਪ ਵੈਸੇ ਹੀ ਆਖਿਆ। ਅਤੇ ਸਾਡੀ ਤਾਂ ਇਹ ਸਲਾਹ ਹੈ ਵੀ ਆਪੋ ਆਪਣੇ ਹੱਥਾਂ 'ਚ ਅੱਗ ਲਾਓ ਅਤੇ ਜਿੰਨੇ ਢੇਰ ਖੇਤੀ ਦੇ ਸਭ ਫੂਕ ਦਿਓ, ਸਾੜ ਦਿਓ। ਇਹ ਕੁਝ ਸੁਣ ਕੇ ਤੇ ਸਿੱਖ ਤੇ ਹੱਕੇ ਬੱਕੇ ਰਹਿ ਗਏ। ਕਹਿੰਦੇ ਵੀ ਮਹਾਰਾਜ ਇੰਨੀ ਮਿਹਨਤ ਕੀਤੀ ਹੈ, ਕਈ ਇਹਦੇ ਵਿੱਚੋਂ ਨੱਠ ਗਏ ਇਸੇ ਗੱਲੋਂ ਹੀ ਵੀ ਸਾਡੇ ਕੋਲ ਭੁੱਖੇ ਨਹੀਂ ਰਹਿ ਜਾਂਦਾ। ਇੰਨੀ ਮਸ਼ੱਕਤ ਕੀਤੀ, ਖੇਤੀ ਵੀ ਸੋਹਣੀ ਹੋਈ ਆ, ਢੇਰ ਲਾਏ ਵੱਢ ਕੇ, ਤੁਸੀਂ ਕਹਿੰਦੇ ਫੂਕ ਦਿਓ। ਕਈ ਤੇ ਆਕੜ ਗਏ ਜਿਹੜੇ ਐਵੇਂ ਸਨ। ਕਹਿੰਦੇ ਮਹਾਰਾਜ ਸਾਡੇ ਕੋਲ ਤਾਂ ਨਹੀਂ ਹੱਥੀਂ ਜ਼ਹਿਰ ਖਾਧਾ ਜਾਂਦਾ, ਆਪੇ ਬਣਾ ਕੇ ਸਵਾਰ ਕੇ ਅਤੇ ਆਪੇ ਫੂਕ ਲਈਏ। ਪਿੱਛੇ ਹਟ ਗਏ। ਦੂਜੇ ਕਹਿੰਦੇ ਨਹੀਂ ਵੀ ਜੋ ਗੁਰੂ ਨੇ ਕਿਹਾ ਸਾਨੂੰ ਮੰਨਣਾ ਚਾਹੀਦਾ, ਲਾਭ ਹੋਵੇ ਹਾਨੀ ਹੋਵੇ ਗੁਰੂ ਜਾਣਨ, ਸਾਨੂੰ ਕੀ ਪਤਾ, ਗੁਰੂ ਨੂੰ ਸਭ ਪਤਾ ਹੀ ਹੈ। ਉਹਨਾਂ ਨੇ ਅੱਗ ਲਾ ਦਿੱਤੀ। ਗੁਰੂ ਸਾਹਿਬ ਮਹਾਰਾਜ ਉਹਨਾਂ 'ਤੇ ਪ੍ਰਸੰਨ ਹੋਏ ਹੈ। ਇਵੇਂ ਸਾਧ ਸੰਗਤ ਜੀ ਫਿਰ ਕੌਤਕ ਕਰਨ ਵਾਸਤੇ ਧਾਨਕ ਰੂਪ ਧਾਰਨ ਕਰ ਲਿਆ। ਧਾਨਕ ਰੂਪ ਰਹਾ ਕਰਤਾਰ, ਇਹ ਮਹਾਰਾਜ ਨੇ ਰੂਪ ਧਾਰਨ ਕਰ ਲਿਆ। ਧਾਨਕ ਕਹਿੰਦਾ ਉਂਝ ਸਾਂਸੀ ਨੂੰ, ਜਿਹੜੇ ਗਿੱਦੜ ਕੁੱਟ ਹੁੰਦੇ ਆ ਵੀ ਕੁੱਤੀਆਂ ਸੂਰੀਆਂ ਅੱਗੇ ਪਿੱਛੇ ਲਾ ਲੈਣੀਆਂ ਅਤੇ ਮੰਗਣ ਤੁਰ ਪੈਣਾ, ਇਹੋ ਜਿਹਾ ਰੂਪ ਮਹਾਰਾਜ ਨੇ ਧਾਰਨ ਕਰ ਲਿਆ। ਸਿੱਖਾਂ ਨੂੰ ਪਰਖਣ ਵਾਸਤੇ ਦੋ ਕੁੱਤੀਆਂ, ਇੱਕ ਕੁੱਤਾ ਨਾਲ ਲਾ ਲਿਆ ਪਿੱਛੇ, ਅੱਗੇ ਸੂਰੀਆਂ ਲਾ ਲਈਆਂ, ਸਰੀਰ 'ਤੇ ਸਾਰੇ ਕੱਪੜੇ ਉਤਾਰ ਕੇ ਲੱਸੀ ਦੇ ਛਿੱਟੇ ਪਾ ਲਏ, ਆਪਣੀਆਂ ਪਵਿੱਤਰ ਲੱਤਾਂ ਨਾਲ ਵੀ ਵਾਣ ਬੰਨ੍ਹ ਲਿਆ ਹੈ, ਸੀਸ ਉੱਪਰ ਵੀ ਵਾਣ ਬੰਨ੍ਹ ਲਿਆ ਹੈ, ਲੱਕ ਦੇ ਨਾਲ ਲੰਗੋਟੀ ਵਿੱਚ ਛੁਰਾ ਬੰਨ੍ਹ ਲਿਆ ਸਤਿਗੁਰੂ ਜੀ ਨੇ, ਹੱਥ ਵਿੱਚ ਕੁਦਕਾ ਲੈ ਲਿਆ ਖੁੰਗੀਆਂ ਵਾਲਾ। ਇਹ ਕੁਝ ਵੇਖ ਕੇ ਤੇ ਕਈ ਡਰ ਡੁਰ ਹੀ ਗਏ। ਕਹਿੰਦੇ ਵੀ ਮਹਾਰਾਜ ਦੀ ਨਾ ਉਮਰ ਵੱਡੀ ਹੋ ਗਈ ਹੈ ਅਤੇ ਗੁਰੂ ਸਾਹਿਬ ਜੀ ਦੇ ਮਸਤਾਨੇ ਦੀਵਾਨੇ ਹੋ ਗਏ, ਕਿੰਨਾ ਮਾੜਾ ਕੰਮ ਕੀਤਾ, ਯਾ ਗੁਰੂ ਨੇ ਕੀ ਕਰ ਲਿਆ ਹੈ। ਐਵੇਂ ਉਹ ਆਪੋ ਵਿੱਚ ਹੀ ਗੱਲਾਂ ਜਿਹੀਆਂ ਕਰਦੇ ਹੈ। ਗੁਰੂ ਸਾਹਿਬ ਜੀ ਨੇ ਕਹਿੰਦੇ ਵੀ ਤੁਸੀਂ ਕੌਣ, ਕਹਿੰਦੇ ਜੀ ਸਿੱਖ ਹਾਂ। ਗੁਰੂ ਸਾਹਿਬ ਕੁਤਕਾ ਮਾਰਦੇ ਹੈ ਡੰਡਾ, ਵੀ ਸਿੱਖ ਕਿੱਦਾਂ ਦੇ ਬਣੇ ਤੁਸੀਂ। ਐਵੇਂ ਉਹ ਕੇ ਡਰ ਡੁਰ ਕੇ ਪਿਛਾਂਹ ਮੁੜ ਆਏ। ਫਿਰ ਗੁਰੂ ਸਾਹਿਬ ਜੀ ਨਾਲ ਭਾਈ ਲਹਿਣਾ ਜੀ, ਕੁਝ ਸਿੱਖ ਰਹਿ ਗਏ ਆ, 300 ਦੇ ਕਰੀਬ ਸਨ ਕਹਿੰਦੇ ਸਿੱਧਕੀ ਸਿੱਖ ਜਿਹੜੇ ਰਹਿ ਗਏ। ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ। ਉਸ ਵੇਲੇ ਜਦੋਂ ਇਹ ਅਟਪਟ ਉਲਟਾ ਪੁਲਟਾ ਬੋਲਦੇ, ਮਹਾਰਾਜ ਨੇ ਬਚਨ ਕੀਤਾ, ਉਚਾਰਨ ਕੀਤਾ ਸ੍ਰੀ ਰਾਗ ਵਿੱਚ, ਏਕ ਸਵਾਨ ਦੋਇ ਸਵਾਨੀ ਨਾਲ, ਭਲ ਕੇ ਭੌਕ ਹੈ ਸਦਾ ਬਿਆਲ, ਕੂੜ ਛੂਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਇਹ ਜੀਵਾਂ ਦੀ ਹਾਲਤ ਸਤਿਗੁਰੂ ਜੀ ਨੇ ਦੱਸੀ। ਫਿਰ ਜਦੋਂ ਇਹ ਸ਼ਬਦ ਉਚਾਰ ਦਿੱਤਾ ਧਾਨਕ ਰੂਪ ਵਿੱਚ, ਅਤੇ ਜਿਹੜੇ ਆ ਕੋਈ ਨੱਠਣ ਭੱਜਣ ਵਾਲੇ ਨੱਠੇ ਹੈ, ਜਿਹੜੇ ਸਿਦਕੀ ਰਹੇ ਹੈ, ਉਹ ਪ੍ਰਸੰਗ ਰਹਿੰਦਾ ਸਤਿਗੁਰੂ ਜੀ ਦੇ ਕਸਵੱਟੀ ਦਾ, ਪਰਖ ਦਾ ਅਗਲੇ ਪਾਸੇ ਰਹਿੰਦਾ ਜੋ ਪ੍ਰਸੰਗ ਆ ਰਿਹਾ ਹੈ। ਜਿਵੇਂ ਗੁਰੂ ਸਾਹਿਬ ਜੀ ਦੀ ਕਥਾ ਵਿਚਾਰ ਆਉਂਦੀ ਹੈ, ਬੜੇ ਧਿਆਨ ਨਾਲ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ ਜੀ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਰਾਗ ਅਲਾਪ ਊਚ ਸੁਰ ਸਾਥਾ। ਏਕ ਸਵਾਨ ਦੇ ਸਵਾਨੀ ਨਾਲ ਭਲਕੇ ਭੌਖੈ ਸਦਾ ਬਿਆਲ ਧਾਨ ਕਰੂਪ ਰਾਹ ਕਰਤਾਰ। ਇਸ ਸ੍ਰੀ ਰਾਗ ਦੇ ਵਿੱਚ ਸ਼ਬਦ ਮਹਾਰਾਜ ਜੀ ਨੇ ਬੜੀ ਉੱਚੀ ਸੁਰ ਨਾਲ ਉੱਚੀ ਜਿਹੜੀ ਸੰਘਣੀ ਉਜਾੜ ਸੀ ਰਾਗ ਦੇ ਸਹਿਤ ਅਲਾਪਿਆ ਕਥਨ ਕੀਤਾ। ਪੜਤ ਸ਼ਬਦ ਫਿਰਹਿ ਜਗਨਾਥਾ। ਜਗਤ ਦੇ ਮਾਲਕ ਗੁਰੂ ਸਾਹਿਬ ਜੀ ਨਾਲੇ ਸ਼ਬਦ ਪੜ੍ਹੀ ਜਾਂਦੇ ਨਾਲ ਇੱਧਰ ਉੱਧਰ ਵਿਚਰੀ ਜਾਂਦੇ ਫਿਰੀ ਜਾਂਦੇ ਹਨ। ਗਮਨੇ ਜਹਾਂ ਉਜਾਰ ਮਹਾਨਾ। ਜਿੱਥੇ ਕਹਿੰਦੇ ਬੜੀ ਸੰਘਣੀ ਉਜਾੜ ਸੀ ਉੱਥੇ ਮਹਾਰਾਜ ਚਲੇ ਗਏ। ਅਪਰਮਾਨ ਮੁਖ ਤੇਜ ਦਿਪਾਨਾ। ਗੁਰੂ ਸਾਹਿਬ ਜੀ ਦੇ ਮੁਖ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਤੇ ਬੇਅੰਤ ਬਹੁਤਾ ਹੀ ਪ੍ਰਕਾਸ਼ ਰਿਹਾ ਹੈ। ਉਗਰ ਸਰੂਪ ਨਾ ਜਾਏ ਬਿਲੋਕੇ। ਗੁਰੂ ਸਾਹਿਬ ਜੀ ਦਾ ਵੀਰ ਰਸ ਵਾਲਾ ਸਰੂਪ ਭੈ ਦੇਣ ਵਾਲਾ ਸਰੂਪ ਦੇਖਿਆ ਨਹੀਂ ਜਾ ਰਿਹਾ। ਸਨਮੁਖ ਰਵ ਜਾਂ ਦ੍ਰਿਸ਼ਟੀ ਰੋਕੇ। ਜਿਵੇਂ ਕਵੀ ਸਾਹਿਬ ਜੀ ਕਹਿੰਦੇ ਸੂਰਜ ਦੇ ਸਾਹਮਣੇ ਦ੍ਰਿਸ਼ਟੀ ਨਹੀਂ ਨਾ ਰੁਕਦੀ, ਅੱਖਾਂ ਦੇਖਦੀਆਂ ਨਹੀਂ ਸੂਰਜ ਨੂੰ, ਝਮਕੀਆਂ ਜਾਂਦੀਆਂ। ਇਵੇਂ ਸਤਿਗੁਰ ਜੀ ਦਾ ਸਰੂਪ ਸੂਰਜ ਦੀ ਨਿਆਈ ਹੈ, ਦੇਖਿਆ ਨਹੀਂ ਜਾ ਰਿਹਾ। ਇਸ ਬਿਦ ਕੇਤਕ ਕਾਲ ਬਿਤਾਇਓ। ਇਸ ਤਰ੍ਹਾਂ ਧਾਨ ਕਰੂਪ ਵਿੱਚ ਹੀ ਮਹਾਰਾਜ ਜੀ ਨੇ ਜਦੋਂ ਕੁਝ ਸਮਾਂ ਬਿਤਾਇਆ ਲੰਘਾਇਆ ਹੈ। ਬਚ ਲਹਿਣੇ ਕਰ ਜੋਰ ਅਲਾਇਓ। ਉਸ ਵੇਲੇ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਬਚਨ ਕਿਹਾ, ਮਹਾਰਾਜ ਜੀ ਸੁਨਹੁ ਪ੍ਰਭੂ ਜੋ ਸਾਂਗ ਅਰੰਭਾ। ਗੁਰੂ ਨਾਨਕ ਸਾਹਿਬ ਪਰਮੇਸ਼ਰ ਜੀ ਸੁਣੋ, ਜੋ ਆਪ ਜੀ ਨੇ ਪਰਖ ਵਾਸਤੇ ਇਹ ਸਵਾਂਗ ਆਰੰਭਿਆ ਹੈ। ਸਰਬ ਬਿਲੋਕਤ ਭਏ ਅਚੰਭਾ। ਮਹਾਰਾਜ ਤੁਹਾਡਾ ਐਸਾ ਧਾਨ ਕਰੂਪ ਦੇ ਕੇ ਸਵਾਂਗ ਦੇ ਕੇ ਸਾਰੇ ਸਿੱਖ ਅਚੰਭੇ ਹੋ ਗਏ ਹੈ, ਸਾਰੇ ਸਿੱਖ ਹੀ ਹੈਰਾਨ ਹੋ ਰਹੇ ਹੈ। ਹੋਏ ਅਧੀਰਜ ਤਿਆਗਿਓ ਸਾਥਾ। ਧੀਰਜਤਾ ਤੋਂ ਰਹਿਤ ਹੋ ਗਏ, ਬੇਹੌਸਲੇ ਹੋ ਗਏ ਹੈ ਤੇ ਤੁਹਾਡਾ ਉਹਨਾਂ ਨੇ ਸਾਥ ਛੱਡ ਦਿੱਤਾ ਹੈ। ਅਬ ਕੋ ਨਹੀਂ ਸੰਗ ਹੈ ਨਾਥਾ। ਇਹ ਨਾਥ ਗੁਰੂ ਨਾਨਕ ਸਾਹਿਬ ਜੀ ਵੇਖੋ ਹੁਣ ਕੋਈ ਵੀ ਸਿੱਖ ਸੇਵਕ ਆਪਣੇ ਤੁਹਾਡੇ ਨਾਲ ਨਹੀਂ ਹੈ ਖੜਾ। ਇੱਕ ਮੈਂ ਰਹਿਓ ਸੋ ਜਾਓ ਨਾ ਕਬਹੀ। ਇੱਕ ਮੈਂ ਭਾਈ ਲੈਣਾ ਹੀ ਰਹਿ ਗਿਆ ਤੁਹਾਡੇ ਨਾਲ ਤੇ ਮਾਰੇ ਮੈਂ ਤੇ ਕਦੀ ਨਹੀਂ ਜਾਵਾਂਗਾ ਤੁਹਾਨੂੰ ਛੱਡ ਕੇ। ਦੇਹ ਕਸੌਟੀ ਸਹਿ ਸਭ ਹੀ। ਤੁਸੀਂ ਆਪਣੀ ਮੌਜ ਨਾਲ ਜੋ ਵੀ ਕਸਵੱਟੀ ਦਿਓਗੇ ਮੈਨੂੰ ਮਹਾਰਾਜ ਮੈਂ ਖਿੜੇ ਮੱਥੇ ਸਹਾਰਾਂਗਾ। ਤਨ ਮਨ ਵੇਚ ਪ੍ਰੇਮ ਲੀ ਮੋਲਾ। ਕਿਉਂਕਿ ਮੈਂ ਆਪਣਾ ਤਨ ਵੀ ਮਨ ਵੀ ਵੇਚ ਕੇ ਤੁਹਾਡਾ ਪ੍ਰੇਮ ਜਿਹੜਾ ਸਤਿਗੁਰੂ ਜੀ ਮੁੱਲ ਲਿਆ, ਮੁੱਲ ਖਰੀਦਿਆ ਤੁਹਾਡਾ ਪ੍ਰੇਮ। ਤਜਹੁ ਕੇ ਹਨਹਾ ਮੋਲ ਕੋ ਗੋਲਾ। ਮੈਂ ਆਪ ਜੀ ਛੱਡੋ ਭਾਵੇਂ ਮਾਰੋ, ਗੁਰੂ ਮਹਾਰਾਜ ਮੈਂ ਆਪ ਜੀ ਦਾ ਮੁੱਲ ਖਰੀਦਿਆ ਗੋਲਾ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬਕਾਨਾ ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤਰਾਈ ਬੈ ਖਰੀਦ ਕਿਆ ਕਰੇ ਚਤਰਾਈ। ਮਹਾਰਾਜ ਮੈਂ ਮੁੱਲ ਖਰੀਦਿਆ ਤੁਹਾਡਾ ਗੋਲਾ ਦਾਸ ਹਾਂ, ਤੁਹਾਡੀ ਮਰਜ਼ੀ ਰੱਖ ਲਓ ਭਾਵੇਂ ਮਾਰ ਦਿਓ। ਮਾਰਿਓ ਚੋਹ ਮੁਰ ਦੀਜੈ ਮਾਰੀ। ਆਪ ਜੀ ਚਾਹੋ ਤੇ ਮੈਨੂੰ ਮਾਰ ਦੋ, ਜੇ ਚਾਹੋ ਤੇ ਮੈਨੂੰ ਰੱਖ ਲਓ ਜੀ। ਮੁਰ ਭਾਵੈ ਤਉ ਰਾਖ ਦਿਵਾਰੀ। ਜੇ ਮਾਰਿਆ ਚਾਹੁੰਦੇ ਮਾਰ ਦਿਓ, ਜੇ ਇਹਦੇ ਵਿੱਚ ਭਾਉਂਦਾ ਚੰਗਾ ਵੀ ਰੱਖਣਾ ਤੇ ਰੱਖ ਲਓ ਜਿੰਦਾ ਜੀ। ਤੁਮਾਰੇ ਹਿਤ ਬਿਨਸਾ ਤਨ ਮੇਰੋ। ਗੁਰੂ ਸਾਹਿਬ ਜੀ ਜੇ ਤੁਹਾਡੇ ਪ੍ਰੇਮ ਵਾਸਤੇ, ਤੁਹਾਡੀ ਸਿੱਖੀ ਵਾਸਤੇ, ਤੁਹਾਡੀ ਪ੍ਰਸੰਨਤਾ ਵਾਸਤੇ ਮੇਰਾ ਜੇ ਸਰੀਰ ਹੀ ਨਾਸ ਹੀ ਹੋ ਜਾਏ ਇਦੋਂ ਕੀ ਮੈਨੂੰ ਚੰਗਾ ਹੈ। ਵੱਡੇ ਭਾਗ ਆਪਣੇ ਤਬ ਹੇਰੋ। ਮੈਂ ਤੇ ਆਪਣੇ ਤਦੋਂ
ਵੱਡੇ ਭਾਗ ਦੇਖਾਂਗਾ ਜੇ ਮੇਰਾ ਸਰੀਰ ਤੁਹਾਡੀ ਸੇਵਾ ਵਾਸਤੇ ਲੇਖੇ ਲੱਗ ਜਾਏ, ਮਰ ਜਾਵਾਂ। ਇਹ ਲਾਲਸ ਔਰ ਰਹਿ ਸਦਾਈ। ਇਹ ਜਿਹੜੀ ਇੱਛਾ ਹੈ ਇਹ ਤੇ ਮੇਰੇ ਹਿਰਦੇ ਵਿੱਚ ਹਮੇਸ਼ਾ ਹੀ ਮਹਾਰਾਜ ਰਹਿੰਦੀ ਆਈ ਹੈ, ਹਮੇਸ਼ਾ। ਖੇਤ ਤੁਮਾਰੇ ਤਨ ਬਿਨ ਸਾਈ। ਕਿ ਤੁਹਾਡੀ ਸਿੱਖੀ ਦੀ ਪਰਖ ਵਾਸਤੇ, ਤੁਹਾਡੀ ਪ੍ਰਸੰਨਤਾ ਵਾਸਤੇ, ਤੁਹਾਡੇ ਪ੍ਰੇਮ ਵਾਸਤੇ ਮੈਂ ਆਪਣਾ ਸਰੀਰ ਨਾਸ ਕਰ ਦਿਆਂ, ਤੇ ਮੇਰੀ ਮਹਾਰਾਜ ਸਦਾ ਹੀ ਇੱਛਾ ਰਹੀ ਹੈ। ਹਿਰਦੇ ਨਾ ਭਰਮ ਪਿਖ ਕਬ ਕੇਹੀ। ਇਸ ਤਰ੍ਹਾਂ ਮਹਾਰਾਜ ਕਿਸੇ ਤਰ੍ਹਾਂ ਵੀ ਮੈਂ ਤੁਹਾਨੂੰ ਕਿਸੇ ਸਵਾਮਕ ਜੀ ਵੇਖ ਕੇ ਵੀ ਕੋਈ ਰੂਪ ਤੁਸੀਂ ਧਾਰ ਲਓ, ਮੈਂ ਤੇ ਨਹੀਂ ਭਰਮਾਂਗਾ। ਅਬ ਕਿਉ ਸਾਂਗ ਆਰੰਭਿਓ ਏਹੀ। ਫਿਰ ਆਪ ਜੀ ਨੇ ਕਿਉਂ ਸਵਾਂਗ ਆਰੰਭਿਆ ਇਹੋ ਜਿਹਾ ਵੀ ਧਾਨਕ ਰੂਪ ਕਿਉਂ ਧਾਰਿਆ ਹੈ? ਕੁੱਤੀਆਂ ਪਿੱਛੇ ਲਾ ਲਈਆਂ, ਸੂਰੀਆਂ ਅੱਗੇ ਲਾ ਲਈਆਂ। ਮਹਾਰਾਜ ਮੈਂ ਤੇ ਕਦੀ ਭਰਮਾਂਗਾ ਨਹੀਂ। ਫਿਰ ਕਾਹਨੂੰ ਇਹ ਸਵਾਂਗ ਆਰੰਭਿਆ ਕੀਤਾ ਹੈ ਆਪ ਜੀ ਨੇ? ਸੁਨਤ ਸਰਾਨ ਇਸ ਦਿਸ਼ ਕਰਨ ਨਾ। ਭਾਈ ਲਹਿਣਾ ਜੀ ਤੋਂ ਸੁਣ ਕੇ ਆਪਣੇ ਸਰਵਣਾ ਕੰਨਾਂ ਵਿੱਚ ਤੇ ਇਸ ਤਰਫ ਭਾਈ ਲਹਿਣਾ ਦੀ ਤਰਫ ਆਪਣੇ ਨੇਤਰ ਕਰਕੇ ਨਰਕ ਨਿਵਾਰਨ ਬੋਲਾ ਬਨਾ। ਨਰਕਾਂ ਦੇ ਦੁੱਖ ਨੂੰ ਦੂਰ ਕਰਨ ਵਾਲੇ ਸਤਿਗੁਰੂ ਜੀ ਬਚਨ ਬੋਲੇ ਆ, ਨਰਕਾਂ ਨੂੰ ਦੂਰ ਕਰਨ ਵਾਲੇ ਹੀ। ਇਉਂ ਹੀ ਅਬ ਹਮਾਰੇ ਜੀ ਆਈ। ਪੁਰਖਾ ਹੁਣ ਤੂੰ ਜੋ ਕਹਿਣਾ ਨਾ ਵੀ ਕਿਉਂ ਇਹ ਸਵਾਂਗ ਰੱਬਿਆ ਕਿਉਂ ਕੀਤਾ ਸ਼ੁਰੂ, ਸਾਡੇ ਜੀਵ ਵਿੱਚ ਤੇ ਹੁਣ ਐਵੇਂ ਹੀ ਆਈ ਹੋਈ ਹੈ ਗੱਲ। ਮਾਨਵ ਪਾਸ ਨਾ ਮੋਹਿ ਸੁਹਾਈ। ਜਿਹੜੇ ਕੋਲ ਸਿੱਖ ਜੇ ਬਣੇ ਮਨੁੱਖ ਖੜੇ ਆ ਨਾ, ਇਹ ਲੈਣਾ ਪੁਰਖਾ ਸਾਨੂੰ ਨਹੀਂ ਇਹ ਚੰਗੇ ਲੱਗਦੇ, ਸਾਨੂੰ ਚੰਗੇ ਨਹੀਂ ਇਹ ਲੱਗ ਰਹੇ। ਤਾਂ ਕਿਉਂ ਅਬ ਹੈ ਬਿਲੰਬ ਲਗਾਈ। ਤੇ ਤੂੰ ਵੀ ਤੇ ਉਹਨਾਂ ਵਿੱਚੋਂ ਹੀ ਹੈ ਨਾ ਮਨੁੱਖ, ਫਿਰ ਤੂੰ ਕਾਹਨੂੰ ਵੀ ਦੇਰੀ ਲਾਈ? ਤੂੰ ਇੱਥੇ ਕੀ ਕਰਦਾ ਸਾਡੇ ਕੋਲ? ਹਟੋ ਸੰਗ ਤੇ ਜਾਹੋ ਪਲਾਈ। ਹੁਣ ਤੂੰ ਵੀ ਸਾਡੇ ਸਾਥੋਂ ਪਿੱਛੇ ਹਟ ਜਾ, ਮੁੜ ਜਾ, ਦੂਰ ਭੱਜ ਜਾ, ਚਲਿਆ ਜਾ ਇੱਥੋਂ। ਬਚਨ ਮਾਨ ਨਹਿ ਨਿਕਟ ਰਹੀ ਜਾ। ਸਾਡਾ ਬਚਨ ਮੰਨ, ਜੇ ਤੂੰ ਸਿੱਖ ਸਾਡਾ ਹੈਗਾ ਤੇ ਕੋਲ ਸਾਡੇ ਬਿਲਕੁਲ ਨਾ ਖੜਿਆ ਰਹਿ। ਸਾਥ ਸ਼ੋਰ ਕਾ ਗਮਨ ਕਰੀ ਜਾ। ਸਾਨੂੰ ਇਕੱਲਿਆਂ ਹੀ ਰਹਿਣ ਦੇ, ਸਾਥ ਸਾਡਾ ਛੱਡ ਕੇ ਤੇ ਤੂੰ ਵੀ ਚਲਿਆ ਜਾ, ਇੱਥੋਂ ਨਿਕਲ ਜਾਣਾ ਕਰ। ਸੁਨ ਲੈਣੇ ਵਿਚਾਰ ਕਰ ਜੋਰੇ। ਭਾਈ ਲਹਿਣਾ ਜੀ ਨੇ ਸਤਿਗੁਰ ਜੀ ਦੇ ਬਚਨ ਸੁਣ ਕੇ ਵਿਚਾਰ ਕੀਤੀ ਹੈ ਵੀ ਗੁਰੂ ਸਾਹਿਬ ਤੇ ਸਾਡੇ ਮਹਾਰਾਜ ਪਿਤਾ ਜੀ ਹੈ, ਅਸੀਂ ਸਿੱਖਾਂ ਮਹਾਰਾਜ ਦੇ। ਉਸ ਵੇਲੇ ਵਿਚਾਰ ਕੇ ਹੱਥ ਜੋੜੇ ਐ। ਗੁਰੂ ਰਜਾਏ ਅਮੋਰ ਸੋ ਮੋਰੇ। ਸਾਡੇ ਲਈ ਜਿਹੜੀ ਗੁਰੂ ਦੀ ਆਗਿਆ ਤੇ ਅਮੋੜ ਹੈ, ਨਾ ਮੋੜਨ ਵਾਲੀ ਕਦੀ ਮੋੜ ਨਹੀਂ ਸਕਦੇ। ਸਿਰ ਪਰ ਧਰਾਂ ਸਦਾ ਮੈਂ ਆਛੇ। ਗੁਰੂ ਜੀ ਦੀ ਜੋ ਆਗਿਆ ਹੈ ਉਹ ਤੇ ਸਦਾ ਹੀ ਮੈਂ ਆਪਣੇ ਸੀਸ ਉੱਪਰ ਸਿਰ ਮੱਥੇ ਰੱਖਾਂਗਾ, ਚੰਗੀ ਮੰਨ ਕੇ ਖਿੜੇ ਮੱਥੇ ਗੁਰੂ ਦੀ ਆਗਿਆ ਧਾਰਾਂਗਾ। ਆਸ ਕਹਿ ਗਮਨਿਓ ਲਹਿਣਾ ਪਾਛੇ। ਇਸ ਤਰ੍ਹਾਂ ਕਹਿ ਕਰਕੇ ਭਾਈ ਲਹਿਣਾ ਜਿਹੜਾ ਹੈ ਸਾਧ ਸੰਗਤ ਜੀ ਪਿੱਛੇ ਵੱਲ ਚੱਲ ਪਿਆ। ਠੀਕ ਮਹਾਰਾਜ ਜਿਵੇਂ ਆਪ ਜੀ ਦਾ ਬਚਨ, ਸਤ ਬਚਨ ਕਹਿ ਕੇ ਚੱਲ ਪਏ ਪਿਛਾਂ ਵੱਲ। ਪ੍ਰਭੂ ਬਿਲੋਕ ਤਾਹੇ ਕੀ ਓਰੀ। ਉਸ ਵੇਲੇ ਵੀ ਚੱਲ ਹੀ ਪਿਆ ਹੈ ਗੁਰੂ ਮਹਾਰਾਜ ਭਾਈ ਲਹਿਣੇ ਦੀ ਤਰਫ ਦੇਖ ਕੇ ਤੱਕ ਕੇ ਕਹਿਓ ਕਿ ਉਚਰੈ ਬਚਨ ਬਹੋਰੀ। ਫੇਰ ਮਹਾਰਾਜ ਨੇ ਕਿਹਾ, ਕਹਿੰਦੇ ਵੇਖ ਲਾ ਪੁਰਖਾ, ਅਸੀਂ ਤੈਨੂੰ ਫੇਰ ਬਚਨ ਦੁਹਰਾ ਕੇ ਕਹਿ ਰਹੇ ਹਾਂ। ਹਟ ਜੇ ਪਿਖਾ ਨਾਨ ਇਤਲਾਵਾ। ਹੁਣ ਜੇ ਤੂੰ ਮੁੜ ਕੇ ਇੱਧਰ ਦੀ ਤਰਫ ਲਾਏ ਨਾ ਨੇਤਰ ਵੀ ਗੁਰੂ ਨਾਨਕ ਸਾਹਿਬ ਕਿੱਥੇ ਖੜੇ ਆ, ਮੈਂ ਦੇਖ ਲਵਾਂ। ਤੋ ਤੂੰ ਆਪਣਾ ਕੀਤਾ ਪਾਵਾ। ਸਾਡਾ ਵੀ ਬਚਨ ਯਾਦ ਰੱਖੀ, ਤੂੰ ਆਪਣਾ ਕੀਤਾ ਆਪੇ ਪਾਵੇਂਗਾ ਜੇ ਤੂੰ ਮੁੜ ਕੇ ਸਾਡੇ ਵੱਲ ਪਿੱਛੇ ਵੇਖੇਂਗਾ। ਕਾਂਡ ਨਾ ਹੋਈਐ ਹਮਰੇ ਨੇੜੇ। ਇਸ ਕਰਕੇ ਤੂੰ ਚਲਿਆ ਜਾ, ਸਾਡੇ ਕੋਲ ਨੇੜੇ ਤੇੜੇ ਕਦੀ ਖੜਾ ਨਾ ਰਹਿ। ਭਾਜੇ ਜਾਹੋ ਨਾ ਆਵੋ ਫੇਰੇ। ਭਾਜੀ ਜਾ ਤੇ ਕਦੀ ਵੀ ਮੁੜ ਕੇ ਸਾਡੇ ਪਾਸ ਨਾ ਆਈ ਹੁਣ ਤੋਂ। ਬਚਨ ਸੁਨਤ ਲਹਿਣਾ ਤਬ ਧਾਇਓ। ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ। ਭਾਈ ਲਹਿਣਾ ਜੀ ਦੀ ਐਸੀ ਅਵਸਥਾ ਹੈ, ਬਚਨ ਸੁਣਦਿਆਂ ਕਹਿੰਦੇ ਭਾਈ ਲਹਿਣਾ ਤਦੋਂ ਹੀ ਦੌੜ ਪਿਆ ਹੈ ਤੇਜ਼ੀ ਨਾਲ। ਪਾਛੇ ਕੋ ਨਹ ਨਾਕ ਲਖਾਇਓ। ਗੁਰੂ ਮਹਾਰਾਜ ਨੇ ਕਿਹਾ ਹੈ ਨਾ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ, ਤੂੰ ਆਪਣਾ ਕੀਤਾ ਪਾਵੇਂਗਾ। ਜਿਸ ਕਰਕੇ ਭਾਈ ਲਹਿਣਾ ਨੇ ਗੁਰੂ ਕੇ ਬਚਨਾਂ ਨੂੰ ਫੁੱਲ ਚੜ੍ਹਾਏ ਹੈ
ਕਹਿੰਦੇ ਪਿੱਛੇ ਭੋਰਾ ਮਾਤਰ ਵੀ ਮੁੜ ਕੇ ਤੱਕਿਆ ਦੇਖਿਆ ਨਹੀਂ ਹੈ। ਰਾਰ ਮਾਹੇ ਜਿਉ ਭਾਜੀ ਸਾਨੰ, ਜਿਵੇਂ ਕਹਿੰਦੇ ਲੜਾਈ ਜੰਗ ਦੇ ਵਿੱਚ ਕਿਸੇ ਰਾਜੇ ਦੀ ਫੌਜ ਭੱਜ ਜਾਂਦੀ ਹੈ ਸਭ ਘਟ ਗਈ ਆਇਓ ਸੁਧ ਦਾਨੰ। ਤੇ ਰਾਜੇ ਦਾ ਸਿਪਾਹੀ ਐਲਕਾਰ ਰਾਜੇ ਨੂੰ ਖਬਰ ਦੇਣ ਵਾਸਤੇ ਆਉਂਦਾ ਵੀ ਰਾਜਾ ਜੀ ਜਿਹੜੀ ਤੁਹਾਡੀ ਫੌਜ ਕੁਝ ਤੇ ਭੱਜ ਗਈ ਹੈ ਤੇ ਕੁਝ ਕੱਟੀ ਗਈ ਮਰ ਖਪ ਗਈ ਹੈ। ਤਿਉ ਲਹਿਣਾ ਦੌਰੇ ਪੁਰ ਆਵਾ, ਕਿਵੇਂ ਕਹਿੰਦੇ ਭਾਈ ਲਹਿਣਾ ਦੌੜਦਾ ਦੌੜਦਾ ਹੀ ਸ੍ਰੀ ਕਰਤਾਰਪੁਰ ਸਾਹਿਬ ਆ ਗਏ। ਮਗ ਮਹਿ ਠਾਂਡ ਨਾ ਕਹੂੰ ਰਹਾਵਾ, ਰਸਤੇ ਵਿੱਚ ਕਿਤੇ ਵੀ ਖੜੇ ਨਹੀਂ ਰਹੇ, ਕਦੇ ਸਾਹ ਤੱਕ ਨਹੀਂ ਲਿਆ, ਇੰਨੀ ਦੌੜ ਲਾਈ ਹੈ। ਕਿਤਕ ਸਿੱਖ ਬੈਠੇ ਪੁਰ ਮਾਹੀ, ਕਿੰਨੇ ਕੁ ਸਿੱਖ ਕਹਿੰਦੇ ਉਹ ਜਦੋਂ ਭਾਈ ਲਹਿਣਾ ਜੀ ਵਾਪਸ ਆਏ ਤੇ ਕਰਤਾਰਪੁਰ ਸਾਹਿਬ ਬੈਠੇ ਹੋਏ ਸੀ, ਜਿਹੜੇ ਪਿਛਾਂਹ ਮੁੜੇ ਹੋਏ ਸਨ। ਜਿਨ ਕੋ ਮੋਹ ਸਦਨ ਤਨ ਨਾਹੀ, ਜਿਨ੍ਹਾਂ ਨੂੰ ਜਿਹੜੇ ਸਿੱਖਾਂ ਨੂੰ ਕਹਿੰਦੇ ਘਰ ਦਾ ਤੇ ਧਨ ਦਾ ਰਤਾ ਮਾਤਰ ਹੀ ਮੋਹ ਨਹੀਂ ਸੀ ਵੀ ਪਿਛਾਂਹ ਮੁੜ ਜਾਈਏ ਘਰਾਂ ਨੂੰ। ਸੋ ਲਹਿਣੇ ਕੇ ਟਿਗ ਚਲ ਆਏ, ਜਦੋਂ ਭਾਈ ਲਹਿਣਾ ਜੀ ਮੁੜ ਕੇ ਆਏ ਹੈ ਤੇ ਉਹ ਸਾਰੇ ਭਾਈ ਲਹਿਣਾ ਦੇ ਕੋਲ ਚੱਲ ਕੇ ਆਏ ਸਿੱਖ ਗਾਂ ਵੱਲ ਹੋ ਕੇ। ਪੂਛਤ ਕਸ ਤਵ ਹਾਲ ਬਿਹਾਏ, ਪੁੱਛਣ ਲੱਗੇ ਭਾਈ ਲਹਿਣਾ ਤੇਰਾ ਵੀ ਕੀ ਹਾਲ ਬੀਤਿਆ, ਤੇਰੇ ਨਾਲ ਕਿਵੇਂ ਬੀਤੀ ਹੈ, ਸਤਿਗੁਰਾਂ ਦੇ ਪਿੱਛੇ ਗਿਆ ਸੀ ਤੂੰ। ਸ਼ਰਮ ਸੀ ਕਰ ਆਨਨ ਪਰ ਆਏ, ਕਿਉਂਕਿ ਥਕੇਵੇਂ ਨਾਲ ਤੇਰੇ ਮੁਖ ਤੇ ਪਸੀਨੇ ਦੀ ਬੜੀਆਂ ਮੁੜਕੇ ਦੀ ਬੜੀਆਂ ਬੂੰਦਾਂ ਆਈਆਂ ਹੋਈਆਂ, ਜਾਂ ਵੀ ਤੇਰੇ ਮੁਖ ਦੇ ਹੋਠਾਂ ਪਰ ਬੜੀ ਸ਼ਿਕਰੀ ਜੀ ਜੰਮੀ ਹੋਈ ਆਈ ਹੋਈ ਹੈ। ਚੜਿਓ ਸਵਾਸ ਕਿਉਂ ਐਸੇ ਧਾਏ, ਤੈਨੂੰ ਸਾਹ ਵੀ ਬੜਾ ਚੜਿਆ ਹੋਇਆ, ਕਿਸ ਤਰ੍ਹਾਂ ਤੂੰ ਇਸ ਤਰ੍ਹਾਂ ਵੀ ਜਿਹੜਾ ਦੌੜ ਕੇ ਆਇਆ ਹੋਇਆ ਹੈ। ਦੀਜਾ ਸੁਧ ਸ੍ਰੀ ਗੁਰ ਕੀ ਜਾਸੇ, ਗੁਰੂ ਮਹਾਰਾਜ ਜੀ ਦੀ ਜਿਸ ਤਰ੍ਹਾਂ ਦੀ ਖਬਰ ਸਾਰ ਵੀ ਕੀ ਮਹਾਰਾਜ ਹੁਣ ਕਰ ਰਹੇ ਕੀ ਕਹਿ ਰਹੇ ਉਹ ਵੀ ਖਬਰ ਸਾਰ ਸਾਨੂੰ ਦੇ ਦਈਏ। ਤੁਜ ਸੋ ਵਰਤੀ ਕਹੀ ਇਹ ਕਾਸੀ, ਤੇਰੇ ਨਾਲ ਕਿਵੇਂ ਭਾਈ ਲਹਿਣਾ ਵਰਤੀ ਹੈ ਬੀਤੀ ਹੈ ਕੈਸੀ ਹੋਈ ਹੈ ਉਹ ਸਾਨੂੰ ਦੱਸ ਦੇ। ਸੁਣ ਲੈਣੇ ਸਭ ਸਿੱਖ ਬਿਠਾਰੇ, ਸੁਣ ਕਰਕੇ ਭਾਈ ਲਹਿਣੇ ਜੀ ਨੇ ਤੇ ਸਾਰੇ ਸਿੱਖ ਹੀ ਬੜੇ ਪਿਆਰ ਸਤਿਕਾਰ ਨਾਲ ਬਿਠਾਏ, ਭਾਈ ਬਹਿ ਜਾਓ ਭਾਈ ਬਹਿ ਜਾਓ। ਹਿਤ ਸੋ ਤਿਨ ਕੇ ਚਰਨ ਪਖਾਰੇ, ਬੜੇ ਪ੍ਰੇਮ ਨਾਲ ਹੀ ਉਹਨਾਂ ਦੇ ਚਰਨ ਧੋਤੇ ਸਿੱਖਾਂ ਦਾ ਸਤਿਕਾਰ ਕਰਦਿਆਂ ਹੋਇਆਂ। ਲੱਗਿਓ ਸਮੋਧ ਕਰਨ ਗਤਵਾਨੀ, ਜਿਹੜੀ ਮੁਕਤੀ ਕਰਨ ਵਾਲੀ ਬਾਣੀ ਹੈ ਉਹ ਬੋਲਣ ਭਾਈ ਲਹਿਣਾ ਲੱਗਿਆ, ਸਮਝਾਉਣ ਲੱਗਿਆ ਹੈ। ਮ੍ਰਿਦਲ ਮਧੁਰ ਕਹ ਸੀਤਲ ਬਾਣੀ, ਬਾਣੀ ਬੜੀ ਮਿੱਠੀ ਹੈ ਠੰਡੀ ਹੈ, ਠੰਡ ਪਾਉਣ ਵਾਲੀ ਤੇ ਕੋਮਲ ਬਚਨ ਕਹਿਣ ਲੱਗੇ ਹੈ। ਦੋਹਰਾ ਕਲੀ ਕਾਲ ਨਰ ਤਾਰ ਬੇ, ਕਹਿ ਲੱਗੇ ਭਾਈ ਕਲਯੁਗ ਦੇ ਸਮੇਂ ਵਿੱਚ ਜਿਹੜੇ ਸੰਸਾਰੀ ਜੀਵ ਹੋਏ ਇਹਨਾਂ ਨੂੰ ਤਾਰਨ ਵਾਸਤੇ ਰੂਪ ਧਰਾ ਕਰ ਤਾਰਾ, ਤੁਸੀਂ ਡਰੋ ਨਾ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਕਰਤਾਰ ਪਰਮੇਸ਼ਰ ਨੇ ਆਪ ਹੀ ਧਾਰਿਆ ਹੋਇਆ ਹੈ। ਨਹ ਮਾਨੁਖ ਸਮਝਾਨ ਕਾ, ਇਸ ਤਰ੍ਹਾਂ ਆਪਣੇ ਗੁਰਸਿਉ ਹੋ ਸਾਵਧਾਨ। ਗੁਰੂ ਮਾਰਨ ਮਨੁੱਖ ਬਰਾਬਰ ਨਾ ਜਾਣੋ ਵੀ ਮਨੁੱਖ ਸਮਝ ਜਾਣ ਕੇ ਵੀ ਗੁਰੂ ਨਾਨਕ ਸਾਹਿਬ ਸਾਡੇ ਵਾਂਗ ਮਨੁੱਖੀ ਹੈ, ਪਤਾ ਨਹੀਂ ਕੀ ਹੋ ਗਿਆ, ਵੱਡੀ ਉਮਰ ਹੋ ਗਈ, ਐਵੇਂ ਨਾ ਤੁਸੀਂ ਜਾਣੋ ਗੁਰੂ ਨੂੰ। ਮਾਨੁਖ ਕਾ ਕਰ ਰੂਪ ਨਾ ਜਾਣ, ਮਿਲੀ ਨ ਮਾਨੇ ਮਾਨ। ਜਿਨ ਮਾਣੇ ਹੋ ਕੇ ਰਹੋ, ਮਾਣ ਮਿਲੇਗਾ, ਸਤਿਕਾਰ ਮਿਲੇਗਾ। ਗੁਰੂ ਨੂੰ ਮਨੁੱਖ ਕਰਕੇ ਨਾ ਸਮਝੋ। ਭਰਮ ਹਿਰਦੇ ਮਜਾਰਾ, ਕਿ ਗੁਰੂ ਨਾਨਕ ਸਾਹਿਬ ਭਲਾ ਸਾਡੇ ਵਾਂਗ ਮਨੁੱਖ ਸਰੀਰ ਸਾਡੇ ਵਾਂਗ ਹੀ ਆਏ ਹੋਏ ਹੈ, ਇਵੇਂ ਹਿਰਦੇ ਵਿੱਚ ਭਰਮੋ ਨਾ ਕਿਸੇ ਗੱਲੋਂ ਵੀ ਭਾਈ ਤੁਸੀਂ। ਚੌਪਈ ਸ੍ਰੀ ਪਰਮੇਸ਼ਰ ਕੋ ਅਵਤਾਰਾ, ਗੁਰੂ ਨਾਨਕ ਸਾਹਿਬ ਤੇ ਜੋ ਸੋਭਾ ਵਾਲਾ ਪਰਮ ਈਸ਼ਰ ਪਰਮਾਤਮਾ ਹੈ ਉਹਦਾ ਹੀ ਅਵਤਾਰ ਹਨ ਗੁਰੂ ਨਾਨਕ ਸਾਹਿਬ ਜੀ। ਅਪਰ ਨਾ ਲਖੋ ਸੋ ਮੋਖ ਉਦਾਰਾ, ਉਹ ਤੇ ਮੁਕਤੀ ਦਾਤੇ ਹੈ, ਤੁਸੀਂ ਹੋਰ ਨਾ ਕਿਸੇ ਨੂੰ ਜਾਣੋ ਵੀ ਮੁਕਤੀ ਦੇਣ ਵਾਲਾ ਹੋਰ ਕੋਈ ਹੈ। ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਆਦ ਨਿਰੰਜਨ ਹੈ ਗੁਰੂ ਨਾਨਕ, ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ ਨਾਨਕ ਹਰਿ ਸੋਏ, ਗੁਰੂ ਨਾਨਕ ਦੇਵ ਪਾਰ ਬ੍ਰਹਮ ਪੂਰਨ ਬ੍ਰਹਮ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਅਵਤਾਰ ਹੈ।
ਉਹ ਮੁਕਤੀ ਦਾਤੇ ਹੈ, ਹੋਰ ਕਿਸੇ ਨੂੰ ਤੁਸੀਂ ਪਰਮੇਸ਼ਰ ਨਾ ਜਾਣੋ ਸਮਝੋ। ਸਰਬ ਨਰਨ ਕੇ ਪਰਖਨ ਹੇਤਾ, ਉਹ ਤੇ ਆਪ ਹੀ ਪਰਮੇਸ਼ਰ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਸਾਰੇ ਸਾਡੇ ਜੀਵਾਂ ਨੂੰ ਪਰਖਣ ਵਾਸਤੇ, ਪ੍ਰੀਖਿਆ ਵਾਸਤੇ ਹਟਿਓ ਸਾਂਗ ਬੇਦੀ ਕੁਲ ਕੇਤਾ, ਜੋ ਬੇਦੀਆਂ ਦੇ ਕੁਲ ਦੇ ਧੁਜਾ ਰੂਪ ਗੁਰੂ ਨਾਨਕ ਸਾਹਿਬ ਜੀ ਹੈ, ਉਹਨਾਂ ਨੇ ਇਹ ਸਵਾਂਗ ਧਾਨਕ ਰੂਪ ਦਾ ਬਣਾਇਆ ਹੋਇਆ ਸਾਨੂੰ ਡਰਾਉਣ ਧਮਕਾਉਣ ਵਾਸਤੇ, ਪ੍ਰੀਖਿਆ ਵਾਸਤੇ। ਹਮ ਤੁਮ ਵੇਚਿਓ ਜੀਵ ਅਗਾਰੀ, ਉਹ ਗੁਰੂ ਕੇ ਪਿਆਰੇ ਸੁਖੋ, ਤੁਸੀਂ, ਅਸੀਂ, ਭਾ ਮੈਂ, ਤੂੰ, ਤੁਸੀਂ, ਮੈਂ ਤੇ ਤੁਸਾਂ ਨੇ ਸਾਰਿਆਂ ਨੇ ਆਪਣਾ ਜਿਹੜਾ ਜੀਵ ਹੈ, ਮਨ, ਉਹ ਤੇ ਗੁਰੂ ਅੱਗੇ ਵੇਚਿਆ ਹੋਇਆ ਹੈ। ਚਾਹੈ ਰਾਖੈ ਭਾਵੈ ਮਾਰੀ, ਜਦੋਂ ਗੁਰੂ ਨੇ ਮਨ ਵੇਚ ਦਿੱਤਾ, ਜਦੋਂ ਜਿੰਦ ਜਾਨ ਗੁਰੂ ਨੂੰ ਹੀ ਅਰਪਣ ਕਰ ਦਿੱਤੀ, ਸੱਚਾ ਪਾਤਸ਼ਾਹ ਮਨ ਤੇਰਾ, ਤਨ ਤੇਰਾ, ਧਨ ਤੇਰਾ, ਤੇ ਫਿਰ ਗੁਰੂ ਦੀ ਮਰਜ਼ੀ ਹੈ ਭਾਈ, ਉਹ ਰੱਖ ਲੈ ਭਾਵੇਂ ਮਾਰ ਲੈ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਉਹ ਤੇ ਗੁਰੂ ਦੀ ਮਰਜ਼ੀ, ਆਪਾਂ ਸ਼ਰਨ ਆਏ ਹੋਏ ਆ, ਸਰੀਰ ਆਪਣਾ ਗੁਰੂ ਨੂੰ ਜਦੋਂ ਅਰਪਣ ਕਰ ਦਿੱਤਾ, ਤੇ ਫਿਰ ਸਾਨੂੰ ਕੀ ਪਰਵਾਹ, ਕੀ ਚਿੰਤਾ ਕਰਨੀ ਚਾਹੀਦੀ ਹੈ। ਗੁਰੂ ਮਹਾਰਾਜ ਦੀ ਮਰਜ਼ੀ, ਭਾਵੇਂ ਰੱਖ ਲੈਣ ਭਾਵੇਂ ਮਾਰ ਦੇਣ, ਤੁਸੀਂ ਡੋਲੋ ਨਾ ਕਿਸੇ ਗੱਲੋਂ ਵੀ। ਜਿਨ ਕੋ ਦੇ ਚੁਕੇ ਸਰਬੰਸਾ, ਜਿਹਨੂੰ ਆਪਣਾ ਸਰਬੰਸੀ ਦੇ ਚੁੱਕੇ ਆ, ਆਪਣਾ ਘਰ ਪਰਿਵਾਰ, ਜ਼ਮੀਨ ਜਾਇਦਾਦ, ਸਰੀਰ ਤੱਕ ਜਿਸ ਗੁਰੂ ਨੂੰ ਹੀ ਦੇ ਚੁੱਕੇ ਆ, ਪੁਨ ਤਿਨ ਕੇ ਕ੍ਰਿਤ ਮੈਂ ਕਿਆ ਸੰਸਾਰ, ਫਿਰ ਉਹਦੇ ਕਿਰਤ ਕੌਤਕ ਵਿੱਚ, ਉਹਦੇ ਸੁਹਾਗ ਵਿੱਚ ਵੀ ਕਾਹਦਾ ਸੰਸਾ, ਕੀ ਸੰਸਾ ਕਰਨਾ ਵੀ ਗੁਰੂ ਕੀ ਕਰ ਰਹੇ ਹੈ। ਅਬ ਜੇ ਸ੍ਰੀ ਗੁਰ ਇਤ ਦਿਸ ਆਵੈ, ਹੁਣ ਜੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਸਦਰ ਦੀ ਤਰਫ ਆਉਣ, ਔਰ ਸੰਗ ਕਰਕੇ ਦਿਖਰਾਵੈ, ਜੇ ਮਹਾਰਾਜ ਹੋਰ ਸਵਾਂਗ ਕੋਈ ਹੋਰ ਕੌਤਕ ਕਰਕੇ ਸਾਨੂੰ ਦਿਖਾਉਣ, ਭਰਮ ਨਹਿ ਕੈਸੀ ਬਿਦ ਹੋਏ, ਸਿੱਖੋ ਕਿਸ ਤਰ੍ਹਾਂ ਵਿਧੀ ਢੰਗ ਤਰੀਕਾ ਹੋ ਜੇ, ਤੁਸੀਂ ਗੁਰੂ ਦੇ ਸਵਾਂਗ ਨੂੰ ਦੇਖਿਓ, ਭਰਮੋ ਨਾ, ਐਵੇਂ ਡਰੋ ਨਾ। ਸੀਸ ਜਾਏ ਜਾਵਨ ਦੇਹ ਸੋਏ, ਕੋਈ ਗੱਲ ਨਹੀਂ, ਜੇ ਸੀਸ ਜਾਂਦਾ ਨਾ ਤੇ ਸੀਸ ਵੀ ਜਾਣ ਦਿਓ, ਸਿਰ ਲੱਥਦਾ ਤੇ ਲੈਣ ਦਿਓ ਤੁਸੀਂ। ਭਈ ਆਦ ਤੇ ਪਰਖਨ ਰੀਤੀ, ਭਾਈ ਸਿੱਖੋ ਇਹ ਜਿਹੜੀ ਰੀਤੀ ਮਰਿਆਦਾ ਪਰਖਣ ਦੀ, ਇਹ ਕੋਈ ਅੱਜ ਨਵੀਂ ਥੋੜੀ ਹੋਈ ਹੈ, ਇਹ ਤੇ ਆਦ ਤੋਂ ਹੀ ਹੋਈ ਹੈ। ਸਤਿਯੁਗ ਤੇ ਤ੍ਰੇਤੇ ਦੁਆਪਰ ਕਲਯੁਗ ਅੱਜ ਆ ਗਿਆ ਹੈ, ਇਹ ਤੇ ਮੁੱਢ ਤੋਂ ਰੀਤੀ ਹੋਈ ਆਈ ਹੈ ਪਰਖਣ ਦੀ ਗੁਰੂ ਪੀਰਾਂ ਵੱਲੋਂ। ਸ੍ਰੀ ਗੁਰ ਇਹ ਕੁਛ ਨਹੀਂ ਨਾ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ ਕੁਝ ਨਵੀਂ ਥੋੜੀ ਰੀਤੀ ਕੀਤੀ ਹੈ। ਸਤਿਯੁਗ ਵਿੱਚ ਵੀ ਆਪ ਸਨ, ਤ੍ਰੇਤੇ ਵਿੱਚ ਸਨ, ਦੁਆਪਰ ਵਿੱਚ ਸਨ, ਉਦੋਂ ਵੀ ਪਰਖਾਂ ਕਰਦੇ ਆਏ ਸਮੇਂ ਸਮੇਂ ਨਾਲ। ਅੱਜ ਕੋਈ ਨਵੀਂ ਰੀਤੀ ਨਹੀਂ ਕੀਤੀ ਹੈ ਮਹਾਰਾਜ ਜੀ ਨੇ। ਗਾਦ ਤਨ ਪਰਖਿਓ ਹਰ ਚੰਦਾ, ਵੇਖ ਲੋ ਵੀ ਗਾਦ ਤਨੇ ਜੋ ਗਾਂਧ ਦਾ ਪੁੱਤਰ ਸੀ ਵਿਸ਼ਵਾਮਿੱਤਰ, ਤੇ ਉਹ ਬ੍ਰਾਹਮਣ ਦਾ ਰੂਪ ਹੋ ਕੇ ਹਰੀ ਚੰਦ ਰਾਜੇ ਨੂੰ ਪਰਖਿਆ ਸੀ। ਜਦੋਂ ਦਾਨ ਮੰਗਿਆ ਤੇ ਕਹਿੰਦਾ ਵੀ ਸਾਰਾ ਕੁਝ ਹੀ ਦਾਨ ਕਰ ਦੇ, ਤੇ ਹਰੀ ਚੰਦ ਨੇ ਆਪਣਾ ਰਾਜ ਭਾਗ ਸਭ ਕੁਝ ਹੀ ਦਾਨ ਕਰ ਦਿੱਤਾ। ਆਪ ਆਪਣੇ ਪੁੱਤਰ ਨੂੰ ਤੇ ਘਰ ਵਾਲੀ ਨੂੰ ਵੇਚ ਦਿੱਤਾ, ਤੇ ਆਪ ਸ਼ਮਸ਼ਾਨ ਘਾਟ ਜਾ ਕੇ ਨੌਕਰੀ ਕੀਤੀ ਹੈ। ਕਿੱਥੇ ਰਾਜਾ, ਕਿੱਥੇ ਪਰਖ ਵਾਸਤੇ ਆਪਣੀ ਘਰ ਵਾਲੀ ਪੁੱਤਰ ਨੂੰ ਵੇਚ ਦਿੱਤਾ, ਤੇ ਕਾਂਸੀ ਵਿਖੇ ਜਾ ਕੇ ਸ਼ਮਸ਼ਾਨ ਘਾਟ ਵਿੱਚ ਰਹਿਣ ਲੱਗਾ ਮੁਰਦੇ ਦਬਾਉਣ ਲਈ। ਤੇ ਜੋ ਇੱਕ ਦਿਨ ਦੀ ਗੱਲ ਹੈ, ਹਰੀ ਚੰਦ ਦਾ ਰਾਜਾ ਦੇ ਪੁੱਤਰ ਚੜ੍ਹਾਈ ਕਰ ਗਿਆ, ਇਹਦੀ ਘਰ ਵਾਲੀ ਆਪਣੇ ਪੁੱਤਰ ਮੁਰਦੇ ਨੂੰ ਲੈ ਕੇ ਤੇ ਸ਼ਮਸ਼ਾਨ ਘਾਟ ਵਿੱਚ ਆਈ। ਜਦੋਂ ਸ਼ਮਸ਼ਾਨ ਘਾਟ ਵਿੱਚ ਆਈ ਹੈ ਤੇ ਹਰੀ ਚੰਦ ਨੂੰ ਕਹਿਣ ਲੱਗੀ, ਵੇਖ ਤੇਰਾ ਪੁੱਤਰ ਹੈ, ਇੱਕ ਮੰਗੇ ਪੈਸੇ, ਕਹਿੰਦਾ ਪੈਸੇ ਦੇ। ਉਹ ਕਹਿੰਦੀ ਧਿਆਨ ਨਾਲ ਵੇਖ ਤੇਰਾ ਪੁੱਤਰ ਹੀ ਮਰਿਆ ਹੋਇਆ, ਤੂੰ ਸਾਨੂੰ ਤੇ ਬਖਸ਼ ਦੇ। ਕਹਿੰਦਾ ਨਾ ਨਾ ਤੂੰ ਪੈਸੇ ਦੇ ਤਾਂ ਮੁਰਦਾ ਸਾੜਨ ਦਊ, ਕਿਉਂਕਿ ਮੇਰੇ ਮਾਲਕ ਦੇ ਮੈਨੂੰ ਡਿਊਟੀ ਲਾਈ ਹੋਈ ਹੈ। ਉਹ ਜਦੋਂ ਬਾਰ-ਬਾਰ ਕਹਿਣੋਂ ਨਾ ਹਟੀ, ਹਰੀ ਚੰਦ ਰਾਜਾ ਜਿੰਨਾ ਸਾਧ ਸੰਗਤ ਜੋ ਕਬਰ ਪੁੱਟੀ ਦੀ ਹੈ, ਆ ਚੁੱਪ ਕਰਾ ਉਹਨਾਂ ਨੂੰ, ਬਾਹਰ ਕੀ ਰੌਲਾ ਪਾਇਆ ਨਾ। ਤੇ ਉਹਨਾਂ ਨੇ ਜਦੋਂ ਹਰੀ ਚੰਦ ਰਾਜਾ ਜਿੰਨਾ ਕਬਰ ਪੁੱਟਦਾ ਸੀ, ਕਬਰ ਜਦੋਂ ਪੁੱਟਦਾ ਸੀ ਤੇ ਉਹ ਕਬਰ ਪੁੱਟਦੇ ਪੁੱਟਦੇ ਉਹ ਜਿਹੜੇ ਕਈ ਲੈ ਕੇ ਆਪਣੀ ਘਰ ਵਾਲੀ ਨੂੰ ਪੈ ਗਿਆ। ਕਹਿੰਦਾ ਤੂੰ ਪੈਸੇ ਦੇਣੇ ਕਿ ਨਹੀਂ ਦੇਣੀ, ਮੈਂ ਤੇਰੇ ਵੀ ਮਾਰਾਂ। ਉਸ ਵੇਲੇ ਭਗਵਾਨ ਆਪ ਹੀ ਪ੍ਰਗਟ ਹੋ ਕੇ ਹੱਥ ਫੜ ਲਿਆ, ਕਹਿੰਦੇ ਰਾਜਾ ਤੂੰ ਵਾਕਈ ਧਰਮ ਰਾਜਾ ਹੈ, ਧਰਮਾਤਮਾ ਹੈ, ਤੂੰ ਦਇਆ ਵਾਲਾ ਹੈ।
ਤੂੰ ਸੱਤ ਪਰਤੱਗੀ ਹੈ। ਤੇ ਮਹਾਰਾਜ ਭਾਈ ਲਹਿਣਾ ਜੀ ਉਹੀ ਕਹਿ ਰਹੇ ਆ ਵੀ ਵੇਖ ਲਓ, ਉਹ ਗਾਂ ਦੇ ਪੁੱਤਰ ਵਿਸ਼ਵਾਮਿੱਤਰ ਨੇ ਹਰੀਚੰਦ ਰਾਜ ਨੂੰ ਪਰਖਿਆ ਸੀ ਤੇ ਉਹ ਆਪਣੀ ਸੱਤਵਾਦੀ ਰਿਹਾ ਸੀ, ਧਰਮ ਵਿੱਚ ਪੂਰਾ ਹੀ ਰਿਹਾ ਸੀ। ਸਤ ਨਾ ਡਿਗਿਓ ਲਹਿਓ ਪਰਮ ਆਨੰਦਾ। ਜਿਸ ਕਰਕੇ ਆਪਣੇ ਸੱਤ ਪ੍ਰਤੱਗੀ ਸੁਭਾਅ ਤੋਂ ਡਿੱਗਿਆ ਨਹੀਂ ਸੀ, ਡੋਲਿਆ ਨਹੀਂ ਸੀ ਤੇ ਪਰਮ ਆਨੰਦ ਨੂੰ ਲਿਆ ਸੀ। ਸਾਰੀ ਨਗਰੀ ਸਵਰਗਪੁਰੀ 'ਚ ਖੜੀ ਸੀ ਉਸਨੇ। ਹੇਤ ਕਪੋਤ ਮਾਸਨ ਜਦੀਨਾ। ਇਸੇ ਤਰ੍ਹਾਂ ਜੋ ਗੰਧਾਰ ਦੇਸ਼ ਦਾ ਰਾਜਾ ਹੋਇਆ, ਉਸੀਨਰ ਦਾ, ਉਨੀਸ਼ਰ ਦਾ ਪੁੱਤਰ ਸ਼ਿਵੀ, ਤੇ ਉਹਨੇ ਆਪਣਾ ਜਿਹੜਾ ਹੈ ਧਰਮ ਵਾਸਤੇ, ਦਇਆ ਕਰਨ ਵਾਸਤੇ ਦੂਸਰੇ ਉੱਪਰ ਆਪਣਾ ਮਾਸ ਕੱਢ ਕੇ ਦੇ ਦਿੱਤਾ ਸੀ। ਇਹ ਸਾਖੀ ਮਹਾਂਭਾਰਤ ਵਿੱਚ ਆਉਂਦੀ ਹੈ ਕਥਾ। ਉਨੀਸ਼ਰ ਦਾ ਪੁੱਤਰ ਹੋਇਆ ਹੈ ਉਸੀਨਰ ਦਾ ਇਹ ਸ਼ਿਵੀ ਰਾਜਾ, ਬੜਾ ਧਰਮਾਤਮਾ ਸੀ ਤੇ ਇਸ ਨੇ ਕਹਿੰਦੇ ਕਿ ਇਹਦੀ ਦਇਆ ਤੇ ਦਾਨ ਬਾਬਤ ਬਹੁਤ ਸ਼ੋਭਾ ਹੋ ਰਹੀ ਸੀ। ਬੜਾ ਦਾਨੀ ਹੈ ਸ਼ਿਵੀ ਰਾਜਾ, ਇਹ ਬੜਾ ਦਇਆ ਵਾਲਾ ਹੈ। ਇਹਦੀ ਉਸਤਤੀ ਜਾਣ ਕੇ ਸੁਣ ਕੇ ਇੰਦਰ ਰਾਜਾ ਦੇ ਅਗਨੀ ਦੇਵਤੇ ਨੇ ਜਿਹੜੀ ਸਲਾਹ ਕੀਤੀ ਵੀ ਆਪਾਂ ਇਹਨੂੰ ਪਰਖਣਾ ਵੀ ਕਿੰਨਾ ਕੁ ਜਿਹੜਾ ਧਰਮਾਤਮਾ, ਕਿੰਨਾ ਕੁ ਦਇਆਵਾਨ ਹੈ। ਉਸ ਵੇਲੇ ਅਗਨੀ ਦੇਵਤਾ ਕਬੂਤਰ ਬਣ ਗਿਆ ਤੇ ਇੰਦਰ ਜਿਹੜਾ ਬਾਜ ਬਣ ਗਿਆ, ਸ਼ਿਕਾਰੀ। ਅਗਨੀ ਦੇਵਤਾ ਕਬੂਤਰ ਬਣ ਕੇ ਅੱਗੇ ਅੱਗੇ ਤੇ ਇੰਦਰ ਦੇਵਤਾ ਪਿੱਛੇ ਪਿੱਛੇ ਬਾਜ ਬਣਿਆ। ਜਿੱਥੇ ਇਹ ਰਾਜਾ ਬੈਠਾ ਹੋਇਆ ਸੀ ਸ਼ਿਵੀ ਰਾਜਾ, ਚੌਂਕੜੀ ਮਾਰ ਕੇ ਕਬੂਤਰ ਸਿੱਧਾ ਹੀ ਆ ਕੇ ਉਹ ਫੜਫੜਾਉਂਦਾ ਦੀ ਝੋਲੀ 'ਚ ਆ ਡਿੱਗਾ। ਜਦੋਂ ਝੋਲੀ 'ਚ ਆ ਡਿੱਗਾ ਤੇ ਬਾਜ ਆ ਕੇ ਕਹਿਣ ਲੱਗਾ ਵੀ ਮੇਰਾ ਸ਼ਿਕਾਰ ਦੇ ਵਾਪਸ, ਇਹ ਮੇਰਾ ਆਹਾਰ ਹੈ, ਮੇਰਾ ਭੋਜਨ ਹੈ। ਸ਼ਿਵੀ ਰਾਜਾ ਕਹਿੰਦਾ ਵੀ ਹੁਣ ਇਹ ਤੇ ਸਾਡੀ ਸ਼ਰਨ ਆ ਗਿਆ ਹੈ ਤੇ ਸ਼ਰਨ ਆ, ਇਹਦੀ ਲਾਜ ਰੱਖਣੀ, ਇਹਨੂੰ ਬਚਾਉਣਾ ਮੇਰਾ ਧਰਮ ਹੈ, ਮੈਂ ਤੈਨੂੰ ਇਹ ਨਹੀਂ ਦੇ ਸਕਦਾ, ਤੂੰ ਹੋਰ ਕੋਈ ਮਾਸ ਲੱਭ ਲਾ। ਬਾਜ ਕਹਿੰਦਾ ਵੀ ਇਹ ਨਹੀਂ ਹੋ ਸਕਦਾ, ਜੇ ਮੈਂ ਮਰ ਗਿਆ ਭੁੱਖਾ ਤੇ ਇਹਦਾ ਦੋਸ਼ ਤੈਨੂੰ ਲੱਗੂ, ਇਹ ਤੇ ਮੇਰਾ ਭੋਜਨ ਹੈ। ਜੇ ਤੂੰ ਇੰਨਾ ਆਪਣੇ ਆਪ ਨੂੰ ਦਇਆ ਵਾਲਾ ਹੀ ਮੰਨਦਾ ਹੈ ਨਾ ਤੇ ਤੂੰ ਜਿੰਨਾ ਕਬੂਤਰ ਹੈ ਇੰਨਾ ਮਾਸ ਆਪਣਾ ਕੱਢ ਕੇ ਦੇ ਦੇ ਆਪਣੇ ਸਰੀਰ ਦਾ। ਉਸ ਵੇਲੇ ਕਹਿੰਦੇ ਉਸੇ ਵੇਲੇ ਸ਼ਿਵੀ ਰਾਜ ਨੇ ਛੁਰੀ ਫੜੀ ਹੈ, ਆਪਣਾ ਪੱਟ ਚੀਰਨਾ ਸ਼ੁਰੂ ਕਰ ਦਿੱਤਾ। ਪੱਟ ਚੀਰ ਕੇ ਮਾਸ ਤੱਕੜੀ ਲਵਾ ਲਈ। ਉਸੇ ਵੇਲੇ ਇੱਕ ਪਾਸੇ ਕਬੂਤਰ ਰੱਖ ਦਿੱਤਾ, ਪੱਟ ਚੀਰ ਕੇ ਮਾਸ ਕੱਢ ਕੇ ਤੱਕੜੀ ਵਿੱਚ ਰੱਖੀ ਜਾਏ। ਹੁਣ ਅਗਨੀ ਦੇਵਤਾ ਤੇ ਇੰਦਰ ਦੇਵਤੇ ਦੀ ਸਲਾਹ ਸੀ ਵੀ ਪਰਖਣਾ ਸੀ, ਤੋ ਆਪਣੀ ਸ਼ਕਤੀ ਨਾਲ ਬੜਾ ਭਾਰ ਇੰਨਾ ਵਧਾ ਲਿਆ ਵੀ ਮਾਸ ਪੂਰਾ ਹੋਣ ਤੇ ਨਾ ਆਏ। ਕਬੂਤਰ ਦਾ ਭਾਰ ਵਧੀ ਜਾਏ ਤੇ ਮਾਸ ਪੂਰਾ ਹੋਵੇ ਨਾ। ਇਹਨੇ ਆਪਣਾ ਸਾਰੇ ਪੱਟ ਚੀਰ ਲਿਆ। ਅਖੀਰੀ ਵੀ ਮਾਸ ਪੂਰਾ ਹੋਣ ਨਹੀਂ ਡਿਆ, ਛਾਲ ਮਾਰ ਕੇ ਤੱਕੜੀ 'ਚ ਆ ਵੀ ਬਹਿ ਗਿਆ ਸ਼ਿਵੀ ਰਾਜਾ ਵੀ ਚਲੋ ਮਾਸ ਪੂਰਾ ਨਹੀਂ ਹੋਣਾ, ਤੂੰ ਮੈਨੂੰ ਸਾਰਿਆਂ ਨੂੰ ਖਾ ਜਾ। ਉਸ ਵੇਲੇ ਇੰਦਰ ਦੇਵਤੇ ਹੁਣ ਜਿਹੜੇ ਪ੍ਰਗਟ ਹੋ ਗਏ ਸਹੀ ਰੂਪ ਵਿੱਚ, ਤੇ ਸ਼ਿਵੀ ਰਾਜੇ ਨੂੰ ਜਿਹੜਾ ਹੱਥ ਫੜ ਕੇ ਇਹਨੂੰ ਕਹਿਣ ਲੱਗੇ ਵੀ ਤੂੰ ਧੰਨ ਹੈ, ਤੂੰ ਆਪਣੇ ਸੱਤ ਪਰਦਗੀ ਹੈ, ਧਰਮ ਵਿੱਚ ਪੂਰਾ, ਵਾਕਿਆ ਤੂੰ ਦਇਆਵਾਨ ਦਾਨੀ ਹੈ। ਇਵੇਂ ਸ਼ਿਵੀ ਰਾਜੇ ਨੇ ਸਾਧ ਸੰਗਤ ਜੀ ਆਪਣਾ ਮਾਸ ਪੱਟ 'ਚੋਂ ਕੱਢ ਕੇ ਦੇ ਦਿੱਤਾ ਸੀ ਆਪਣੇ ਪਰਖ ਪੂਰੀ ਕਰਨ ਵਾਸਤੇ। ਇੱਕ ਹੋਰ ਵੀ ਸਾਖੀ ਆਉਂਦੀ ਇਸੇ ਤਰ੍ਹਾਂ ਹੀ ਮਹਾਂਭਾਰਤ ਵਿੱਚ ਕਿ ਇੱਕ ਦਿਨ ਦੀ ਗੱਲ ਹੈ ਕਿ ਵਿਸ਼ਨੂੰ ਭਗਵਾਨ ਭੁੱਖੇ ਬ੍ਰਾਹਮਣ ਦਾ ਰੂਪ ਧਾਰ ਕੇ ਇੱਥੇ ਆ ਗਏ ਤੇ ਆ ਕੇ ਇਹਨੇ ਭੋਜਨ ਤਿਆਰ ਕਰਵਾਇਆ ਵੀ ਚਲੋ ਬ੍ਰਾਹਮਣ ਆਇਆ ਹੈ, ਸਤਿਕਾਰ ਕਰਨਾ ਚਾਹੀਦਾ। ਤੇ ਉਸ ਵੇਲੇ ਜਦੋਂ ਭੋਜਨ ਅੱਗੇ ਰੱਖਿਆ ਤੇ ਵਿਸ਼ਨੂੰ ਭਗਵਾਨ ਜੋ ਬ੍ਰਾਹਮਣ ਬਣੇ ਸੀ ਮਨਾ ਕਰਤਾ, ਕਹਿੰਦੇ ਅਸੀਂ ਇਹ ਨਹੀਂ ਖਾਂਦੇ, ਭਾਵੇਂ ਕਿ ਅਸੀਂ ਬ੍ਰਾਹਮਣ ਹੀ ਹਾਂ ਪਰ ਅਸੀਂ ਮਾਸ ਖਾਂਦੇ ਹਾਂ। ਕਹਿੰਦਾ ਵੀ ਮਾਸ ਤਿਆਰ ਕਰ ਦਿੰਦੇ ਹਾਂ। ਕਹਿੰਦੇ ਮਾਸ ਅਸੀਂ ਖਾਂਦੇ ਹਾਂ ਰਾਜੇ ਦੇ ਪੁੱਤਰ ਦਾ ਹੀ, ਹੋਰ ਨਹੀਂ ਕੋਈ ਖਾਂਦੇ। ਉਸ ਵੇਲੇ ਤੂੰ ਆਪਣੇ ਪੁੱਤਰ ਦਾ ਜੇ ਮਾਸ ਖਵਾਵੇਂ ਤੇ ਫਿਰ ਤੇਰੀ ਸੇਵਾ ਮੰਨਾਂਗੇ। ਇਹਨੇ ਰਾਜੇ ਨੇ ਉਸੇ ਵੇਲੇ ਆਪਣੇ ਸਿਪਾਹੀਆਂ ਨੂੰ ਕਹਿ ਕੇ ਜਿਹੜਾ ਵਿਦ੍ਰਹ ਗਰਭ ਪੁੱਤਰ ਦਾ ਨਾਮ ਸੀ ਉਹਦੇ ਟੋਟੇ ਕਰਵਾ ਦਿੱਤੇ। ਜਦੋਂ ਟੋਟੇ ਕਰਵਾ ਦਿੱਤੇ, ਮਾਸ ਤਿਆਰ ਕਰਵਾਇਆ, ਉਹ ਮਾਸ ਪਰੋਸ ਕੇ ਬ੍ਰਾਹਮਣ ਦੇ ਅੱਗੇ ਰੱਖਿਆ ਵੀ ਲਓ ਛਕੋ ਮਹਾਰਾਜ। ਜਦੋਂ ਉਹ ਫਿਰ ਕੀ ਕਹਿਣ ਲੱਗੇ ਬ੍ਰਾਹਮਣ, ਕਹਿੰਦਾ ਵੀ ਰਾਜਾ ਪਹਿਲਾਂ ਤੂੰ ਖਾ ਫਿਰ ਅਸੀਂ ਖਾਵਾਂਗੇ। ਜਦੋਂ ਹੀ ਉਹ ਮਾਸ ਦਾ ਟੋਟਾ ਫੜ ਕੇ ਆਪਣੇ ਮੂੰਹ 'ਚ ਪਾਉਣ ਲੱਗਾ,
ਵਿਸ਼ਨੂੰ ਭਗਵਾਨ ਪ੍ਰਗਟ ਹੋ ਗਏ ਤੇ ਸਾਹਮਣੇ ਦੇ ਖੜੇ ਹੋ ਗਏ, ਇਹਦਾ ਹੱਥ ਫੜ ਲਿਆ, ਕਹਿੰਦੇ ਰਾਜਾ ਤੂੰ ਧੰਨ ਹੈ, ਤੂੰ ਸਤ ਪ੍ਰਤੱਗੀ ਹੈ, ਤੂੰ ਧਰਮਾਤਮਾ ਹੈ, ਵਾਕਿਆ ਤੂੰ ਦਾਨੀ ਹੈ। ਉਸ ਵੇਲੇ ਜਿਹੜਾ ਇਹਦੇ ਪੁੱਤਰ ਨੂੰ ਵੀ ਜਿੰਦਾ ਕੀਤਾ, ਇਹ 'ਤੇ ਵੀ ਬੜੀ ਪ੍ਰਸੰਨਤਾ ਕੀਤੀ ਸੀ। ਇਵੇਂ ਕਵੀ ਸਾਹਿਬ ਜੀ ਇੱਥੇ ਪ੍ਰਮਾਣ ਦੇ ਰਹੇ ਆ ਵੀ ਮਹਾਰਾਜ ਭਾਈ ਲਹਿਣਾ ਜੀ ਕਹਿੰਦੇ, ਭਾਈ ਸਿੱਖੋ ਤੁਸੀਂ ਪਰਖ ਤੋਂ ਡਰੋ ਨਾ, ਸਮੇਂ ਸਮੇਂ ਨਾਲ ਪਰਖਾਂ ਹੁੰਦੀਆਂ ਆਈਆਂ, ਆਦਿ ਤੋਂ ਹੀ ਰੀਤੀ ਹੈ ਪਰਮੇਸ਼ਰ ਦੀ। ਅਤੇ ਸਿਵੀ ਰਾਜੇ ਨੇ ਵੀ ਆਪਣੀ ਪਰਖ ਪੂਰੀ ਕਰਨ ਵਾਸਤੇ ਪੱਟ 'ਚੋਂ ਮਾਸ ਕੱਢ ਕੇ ਬਾਜ ਨੂੰ ਖਵਾਉਣ ਲਈ ਦੇ ਦਿੱਤਾ ਸੀ। ਤ੍ਰਿਤ ਧਰ ਤਬ ਨ੍ਰਿਪ ਪਦ ਸੁਖ ਲੀਨਾ। ਹੌਸਲਾ ਰੱਖਿਆ ਸੀ, ਹੌਸਲਾ ਨਹੀਂ ਸੀ ਛੱਡਿਆ, ਪੱਟ ਚੀਰ ਕੇ ਖੂਨੋ ਖੂਨ ਕਰ ਲਿਆ ਸੀ, ਪਰ ਕਹਿੰਦੇ ਆਪਣਾ ਉਹਨੇ ਹੌਸਲਾ ਨਾ ਛੱਡਿਆ, ਜਿਸ ਕਰਕੇ ਰਾਜੇ ਨੇ ਪਰਮ ਸੁੱਖ ਦਾ ਪਦ ਲਿਆ, ਕੇਵਲ ਮੁਕਤੀ ਲਈ ਸੀ। ਮੋਰ ਤੁਜ ਨ੍ਰਿਪ ਭਗਤ ਮਤ ਭੀਨੀ। ਇਸੇ ਤਰ੍ਹਾਂ ਮੋਰ ਤੁਜ ਰਤਨਪੁਰ ਦਾ ਰਾਜਾ ਹੋਇਆ, ਜਿਹਦੀ ਭਗਤੀ ਵਿੱਚ ਬੜੀ ਬੁੱਧੀ ਲੀਨ ਸੀ। ਇਹ ਮੋਰ ਤੁਜ ਰਾਜੇ ਦੀ ਇਵੇਂ ਸਾਖੀ ਆਉਂਦੀ ਹੈ ਸ਼੍ਰੀਮਦ ਭਾਗਵਤ ਪੁਰਾਣ 'ਚ ਕਿ ਰਤਨਪੁਰ ਦਾ ਬੜਾ ਸੱਤਵਾਦੀ ਧਰਮ ਰਾਜਾ ਸੀ ਮੋਰ ਤੁਜ। ਅਤੇ ਪਹਿਲਾਂ ਅਸ਼ਵਮੇਧ ਯੱਗ ਕੀਤਾ ਜਾਂਦਾ ਸੀ ਰਾਜ ਭਾਗ ਵੱਡਾ ਕਰਨ ਵਾਸਤੇ। ਮੋਰ ਤੁਜ ਨੇ ਵਜ਼ੀਰਾਂ ਨਾਲ ਸਲਾਹ ਕੀਤੀ ਵੀ ਆਪਾਂ ਅਸ਼ਵਮੇਧ ਯੱਗ ਕਰੀਏ, ਜਿਹਦੇ ਵਿੱਚ ਘੋੜੇ ਦਾ ਮੇਧਾ ਕੱਢ ਕੇ ਦਿੱਤਾ ਜਾਂਦਾ ਹੈ। ਉਹ ਘੋੜਾ ਛੱਡਿਆ ਜਾਂਦਾ ਇੱਕ ਆਪਣੇ ਰਾਜ ਵਿੱਚ, ਉਹ ਘੋੜੇ ਨਾਲ ਕੁਝ ਫੌਜ ਦੇ ਦਿੱਤੀ ਜਾਂਦੀ, ਇੱਕ ਸੇਵਕ ਨਾਲ ਤੋਰ ਦਈਦਾ ਵੀ ਜਿੱਥੋਂ ਤੱਕ ਘੋੜਾ ਜਾਏ ਉੱਥੋਂ ਤੱਕ ਸਾਡਾ ਰਾਜ। ਜਿਸ ਇਲਾਕੇ ਵਿੱਚ ਘੋੜਾ ਜਾਏ, ਜੇ ਉੱਥੋਂ ਦਾ ਰਾਜਾ ਈਨ ਨਾ ਮੰਨੇ ਤਾਂ ਉਹਨੂੰ ਵੀ ਉਹਦਾ ਕੰਮ ਹੁੰਦਾ ਵੀ ਘੋੜਾ ਉਹ ਗ੍ਰਹਿਣ ਕਰੇ, ਫੜ ਲਵੇ ਘੋੜੇ ਨੂੰ, ਅਧੀਨ ਕਰ ਲਵੇ ਅਤੇ ਜੰਗ ਕਰੇ ਜਿਹਨੇ ਘੋੜਾ ਛੱਡਿਆ ਹੈ। ਜੇ ਉਹ ਜਿੱਤ ਜਾਓ ਤਾਂ ਉਹਦਾ ਰਾਜ, ਨਹੀਂ ਤਾਂ ਫਿਰ ਉਹ ਅਧੀਨਗੀ ਮੰਨੇ। ਮੋਰ ਤੁਜ ਰਾਜੇ ਨੇ ਆਪਣੇ ਤਾਮਰ ਤੁਜ ਪੁੱਤਰ ਦੀ ਨਿਗਰਾਨੀ ਹੇਠ ਫੌਜਾਂ ਦੇ ਦਿੱਤੀਆਂ ਅਤੇ ਘੋੜਾ ਛੱਡ ਦਿੱਤਾ। ਉਹ ਚੱਲ ਪਿਆ ਘੋੜਾ, ਚੱਲਦਿਆਂ ਚੱਲਦਿਆਂ ਇੱਧਰੋਂ ਕ੍ਰਿਸ਼ਨ ਭਗਵਾਨ ਜੀ ਜੋ ਯੁਧਿਸ਼ਠਰ ਹੋਣਾ ਕੋ ਰਹਿੰਦੇ ਸਨ, ਅਤੇ ਯੁਧਿਸ਼ਠਰ ਨੇ ਵੀ, ਇਹ ਰਾਜਾ ਸੀ ਚੰਗਾ ਧਰਮਾਤਮਾ, ਇਹਨੇ ਵੀ ਘੋੜਾ ਛੱਡ ਦਿੱਤਾ ਅਸ਼ਵਮੇਧ ਯੱਗ ਵਾਸਤੇ। ਅਤੇ ਜੋ ਅਰਜਨ ਆਪਣੇ ਭਰਾਤਾ ਨੂੰ ਅਤੇ ਕ੍ਰਿਸ਼ਨ ਭਗਵਾਨ ਜੀ ਜਿਹੜਾ ਨਿਗਰਾਨੀ ਹੇਠ ਛੱਡਿਆ ਘੋੜਾ, ਜਦੋਂ ਫੌਜਾਂ ਇੱਧਰ ਉੱਧਰੋਂ ਦੋਵਾਂ ਦੇ ਟਾਕਰੇ ਹੋ ਗਏ, ਤਾਮਰ ਧੁਜ ਦੇ ਇੱਧਰੋਂ ਅਰਜਨ ਦੇ ਅਤੇ ਕ੍ਰਿਸ਼ਨ ਜੀ ਦੇ ਨਾਲ ਇਕੱਠਿਆਂ ਦੋਵਾਂ ਫੌਜਾਂ 'ਚ ਚੰਗਾ ਟਾਕਰਾ ਹੋਇਆ। ਇਹ ਤਾਮਰ ਧੁਜ ਬੜਾ ਬਲੀ ਸੀ, ਕਹਿੰਦੇ ਨੇ ਜੰਗ ਵਿੱਚ ਅਰਜਨ ਨੂੰ ਵੀ ਇੰਨੇ ਬਲੀ ਨੂੰ ਵੀ ਉਹ ਮੂਰਛਤ ਕਰ ਦਿੱਤਾ ਅਤੇ ਕ੍ਰਿਸ਼ਨ ਭਗਵਾਨ ਵੀ ਕਰ ਦਿੱਤਾ। ਅਤੇ ਦੋਵੇਂ ਘੋੜੇ ਜਿੱਤ ਕੇ, ਪਾਂਡਵ ਸਾਰੇ ਜਿੱਤ ਕੇ, ਅਤੇ ਦੋਵੇਂ ਘੋੜੇ ਆਪਣੇ ਪਿਤਾ ਮੋਰ ਧੁਜ ਪਾਸ ਲਿਆ ਕੇ ਪੇਸ਼ ਕਰ ਦਿੱਤੇ ਵੀ ਪਿਤਾ ਜੀ ਸਭ ਥਾਂ ਜਿੱਤ ਆਏ ਆ, ਫਤਿਹ ਆਪਣੀ। ਉਸ ਵੇਲੇ ਜਦੋਂ ਮੂਰਛਿਤ ਖੁੱਲ੍ਹੀ, ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਨਾਲ ਲੈ ਲਿਆ, ਆਪ ਜਿਹੜਾ ਬ੍ਰਾਹਮਣ ਦਾ ਰੂਪ ਧਾਰ ਲਿਆ ਅਤੇ ਨਾਲ ਉਹ ਸੇਵਕ ਜਿਹਾ ਬਣਾ ਕੇ ਅਰਜਨ ਨੂੰ ਲੈ ਗਏ। ਜਦੋਂ ਮੋਰ ਧੁਜ ਪਾਸ ਗਏ, ਆਸ਼ੀਰਵਾਦ ਦਿੱਤੀ, ਕਹਿੰਦਾ ਵੀ ਬ੍ਰਾਹਮਣ ਜੀ ਆਉਣ ਦਾ ਕਾਰਨ ਦੱਸੋ, ਸੇਵਾ। ਕਹਿੰਦੇ ਸੇਵਾ ਕੀ ਹੈ? ਸੇਵਾ ਤਾਂ ਕੋਈ ਨਹੀਂ ਹੈ, ਇੱਕ ਕਾਲ ਰੂਪ ਸ਼ੇਰ ਹੈ ਜਿਹਨੇ ਸਾਡਾ ਪੁੱਤਰ ਉਹ ਲੈ ਗਿਆ, ਜੇ ਤੂੰ ਆਪਣਾ ਅੱਧਾ ਸਰੀਰ ਸਾਨੂੰ ਚੀਰ ਕੇ ਦੇ ਦੇਵੇਂ ਤਾਂ ਤਾਂ ਸਾਡਾ ਪੁੱਤਰ ਬਚਦਾ ਹੈ, ਉਹਨੂੰ ਤੇਰਾ ਮਾਸ ਦੇ ਕੇ ਅਤੇ ਆਪਣਾ ਪੁੱਤਰ ਜਿਹੜਾ ਵਾਪਸ ਲੈ ਆਈ। ਇਹ ਕਹਿੰਦਾ ਮਹਾਰਾਜ ਇਹ ਕਿਹੜੀ ਗੱਲ ਹੈ। ਉਸੇ ਵੇਲੇ ਸਰੀਰ ਚਰਵਾਉਣ ਲਈ ਤਿਆਰ ਹੋ ਗਿਆ। ਇਹਦੀ ਘਰਵਾਲੀ ਸੀ ਕੁਮੁਦਵਤੀ, ਤਾਮਰ ਧੁਜ ਪੁੱਤਰ ਨੂੰ ਕਿਹਾ ਪੁੱਤਰ ਲਿਆਓ ਆਰਾ। ਉਹਨਾਂ ਆਰਾ ਲੈ ਆਂਦਾ। ਜਦੋਂ ਸਾਹਮਣੇ ਖੜੇ ਖੜੇ ਹੋ ਕੇ ਕਹਿ ਦਿੱਤਾ ਪੁੱਤਰ ਚੀਰਾ ਦਿਓ ਮੇਰੇ ਸਰੀਰ ਨੂੰ। ਜਦੋਂ ਇਹਨਾਂ ਨੇ ਚੀਰਾ ਦੇਣ ਲਈ ਆਰਾ ਇਹਦੇ ਸਿਰ 'ਤੇ ਰੱਖਿਆ ਹੀ ਹੈ ਜੀ ਅੱਧਾ ਕੱਟਣ ਵਾਸਤੇ, ਉਸੇ ਵੇਲੇ ਕ੍ਰਿਸ਼ਨ ਭਗਵਾਨ ਪ੍ਰਗਟ ਹੋ ਗਏ ਸਹੀ ਰੂਪ ਵਿੱਚ, ਆਪਣੇ ਰੂਪ ਵਿੱਚ ਪ੍ਰਗਟ ਹੋ ਕੇ ਇਹ ਰਾਜੇ ਦੀ ਪਤਨੀ ਦਾ ਅਤੇ ਰਾਜੇ ਦੇ ਪੁੱਤਰ ਦਾ ਹੱਥ ਫੜ ਲਿਆ। ਰਾਜੇ ਨੂੰ ਉਸ ਵੇਲੇ ਗੱਲ ਨਾਲ ਲਾਇਆ, ਕਹਿੰਦੇ ਰਾਜਾ ਤੂੰ ਧੰਨ ਹੈ, ਸੱਚਮੁੱਚ ਹੀ ਤੂੰ ਪਰਖ ਦੇ ਪਾਸ ਹੈ, ਤੂੰ ਵੀ ਧੰਨ ਹੈ ਜਿਹੜਾ ਧਰਮਾਤਮਾ ਰਾਜਾ ਸੱਤਵਾਦੀ ਹੈ, ਜੋ ਤੇਰਾ ਜਸ ਉਹ ਸੱਚਾ ਹੀ ਹੈ, ਪਰਖ ਪੂਰੀ ਹੋਈ ਹੈ, ਤੂੰ ਕੀਤੀ ਹੈ ਪੂਰੀ ਪਰਖ ਜੋ ਪਾਸ ਹੋਇਆ। ਇਹਦਾ ਫਿਰ ਜੱਗ ਵੀ ਪੂਰਾ ਕੀਤਾ, ਹੋਰ ਵੀ ਬਖਸ਼ਿਸ਼ਾਂ ਨੂੰ ਕੀਤੀਆਂ ਸਨ। ਇਵੇਂ ਮੋਰ ਧੁਜ ਰਾਜਾ
ਜਿਹਦੀ ਭਗਤੀ ਵਿੱਚ ਮੱਤ ਬੜੀ ਲੀਨ ਸੀ, ਸਰੀਰ ਚਰਵਾਉਣ ਨੂੰ ਤਿਆਰ ਹੋ ਗਿਆ ਸੀ। ਸਹੀ ਕਸੌਟੀ ਜੋ ਪ੍ਰਭ ਦੀਨੀ। ਜੋ ਸਮੇਂ ਦੇ ਅਵਤਾਰਾਂ ਨੇ ਤੇ ਜਿਨ੍ਹਾਂ ਦੇ ਵਿੱਚ ਜੋਤ ਪਰਮੇਸ਼ਰ ਦੀ ਹੈ, ਆਪ ਉਹ ਪਰਮੇਸ਼ਰ ਸਨ, ਜੋ ਜੋ ਕਸੌਟੀ ਦਿੱਤੀ ਹੈ ਤੇ ਇਹਨਾਂ ਸਾਰਿਆਂ ਨੇ ਸਹੀ ਕਸੌਟੀ ਸਹੀ ਹੈ, ਪਰਮੇਸ਼ਰ ਦੀ ਕਸੌਟੀ ਖੜੇ ਮੱਥੇ ਮੰਨੀ ਸੀ। ਔਰ ਕਥਾ ਕਹਿ ਬਹੁ ਸਮਝਾਏ। ਹੋਰ ਵੀ ਜਿਹੜੀਆਂ ਕਥਾਵਾਂ ਕਹਿ ਕੇ ਭਾਈ ਲਹਿਣਾ ਜੀ ਨੇ ਸਿੱਖਾਂ ਨੂੰ ਬਹੁਤ ਸਮਝਾਇਆ ਵੀ ਵੇਖ ਲਓ ਇੰਨੇ ਨੇ ਬਲੀ ਹੋਏ ਆ ਭਾਈ। ਤੀਨ ਮਹੂਰਤ ਜਬ ਬਿਤਾਏ। ਜਦੋਂ ਪਰਮਾਰਥ ਦੀਆਂ ਵਿਚਾਰਾਂ ਕਰਦਿਆਂ 3 ਮਹੂਰਤ, ਇੱਕ ਮਹੂਰਤ ਦੀਆਂ 2 ਘੜੀਆਂ ਹੁੰਦੀਆਂ 48 ਮਿੰਟ, ਇਵੇਂ ਜਦੋਂ 6 ਘੜੀਆਂ ਬੀਤੀਆਂ ਲੰਘੀਆਂ ਹੈ। ਤਿਹ ਸ਼ਨ ਚੱਲ ਆਏ ਸ੍ਰੀ ਨਾਨਕ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਵੀ ਚੱਲ ਕੇ ਉੱਥੇ ਹੀ ਆ ਗਏ ਵਾਪਸ। ਉੱਠੇ ਸਿੱਖ ਅਵਲੋਕ ਅਚਾਨਕ। ਅਚਨਚੇਤ ਹੀ ਮਹਾਰਾਜ ਨੂੰ ਆਇਆ ਦੇਖ ਕੇ ਮਾਰੇ ਕਿਧਰੋਂ ਆ ਗਏ, ਤੇ ਸਿੱਖ ਸਾਰੇ ਦਵਾ ਦਵ ਉੱਠੇ ਐ। ਬੰਦ ਹੈ ਹਾਥ ਬੰਦ ਨਾ ਕਰਹੀਂ। ਹੱਥ ਦੋਵੇਂ ਜੋੜ ਕੇ ਨਮਸਕਾਰਾਂ ਕਰਦੇ ਮੱਥੇ ਟੇਕਣਾ ਕਰ ਰਹੇ ਸੀ। ਅਚਰਜ ਯੁਤ ਬਚ ਨਾ ਉਚਰਹੀਂ। ਇਵੇਂ ਬੜੇ ਭੈ ਡਰਦੇ ਸਹਿ ਤੇ ਅਚਰਜਦਾ ਦੇ ਸਹਿ ਤੇ ਮੁੱਖੋਂ ਕੋਈ ਬਚਨ ਨਹੀਂ ਕਹਿੰਦੇ, ਬੜੇ ਡਰੇ ਹੋਏ ਆ ਸਿੱਖ ਸਾਰੇ। ਗੁਰ ਕੇ ਕਾਟ ਮਹਤਾਂਬਰ ਕਪੀਨੰ। ਗੁਰੂ ਸਾਹਿਬ ਜੀ ਦੇ ਇਵੇਂ ਕਮਰ ਨਾਲ ਲਾਲ ਰੰਗ ਦੀ ਲੰਗੋਟੀ ਸਿਰਫ ਬੰਨੀ ਹੋਈ ਹੈ ਕੱਲੀ। ਕੁਲ ਹੈ ਸੀਸ ਪਰ ਕੁਤ ਕਾਲੀਨੰ। ਇਵੇਂ ਸੀਸ ਉੱਪਰ ਕੁਲ ਹੈ, 7 ਟਾਕੀਆਂ ਦੀ ਜਿਹੜੀ ਟੋਪੀ ਫਕੀਰਾਂ ਵਾਲੀ, ਤਿਆਗੀਆਂ ਵਾਲੀ, ਕਿ ਜਿਨ੍ਹਾਂ ਨੇ ਮੋਹ ਮਮਤਾ ਛੱਡੀ ਹੋਈ ਹੈ, ਉਹ ਫਕੀਰਾਂ ਵਾਲੀ ਟੋਪੀ ਹੁੰਦੀ ਜਿਹੜੀ ਭਾਈ ਬਾਲਾ ਜੀ ਨੇ ਸੀਸ ਉੱਪਰ ਸਜਾਈ ਹੁੰਦੀ, ਫੋਟੋਆਂ ਉੱਪਰ ਬਣੀ ਹੁੰਦੀ ਹੈ, ਉਹਨੂੰ ਕੁਲਹਿ ਕਹੀਦਾ। ਇਵੇਂ 7 ਟਾਕੀਆਂ ਵਾਲੀ ਕੁਲਹਿ ਸੀਸ ਪਰ ਸਜਾਈ ਹੋਈ ਹੈ ਤੇ ਹੱਥ ਵਿੱਚ ਖੂੰਗੀਆਂ ਵਾਲਾ ਇੱਕ ਸੋਟਾ ਕੁਤਕਾ ਲਿਆ ਹੋਇਆ ਬੜਾ ਤਕੜਾ। ਔਰ ਦਕੂਲ ਨਾ ਉਪਰ ਕੋਈ। ਹੋਰ ਕੋਈ ਵੀ ਕੱਪੜਾ ਸਤਿਗੁਰ ਜੀ ਦੇ ਸਰੀਰ ਉੱਪਰ ਚਾਦਰਾ ਬਸਤਰ ਹੈ ਨਹੀਂ ਹੈ। ਜਿਨ ਬਹੁ ਨਰ ਕੀ ਦੁਰਮਤ ਖੋਈ। ਭਾਈ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਬਹੁਤ ਕਲਯੁਗ ਦੇ ਜੀਵਾਂ ਦੀ ਖੋਟੀ ਮੱਤ ਨਾਸ ਕੀਤੀ ਹੈ। ਜਬ ਸਿੱਖ ਚਰਨਨ ਪਰ ਸਿਰ ਧਾਰਹਿ। ਜਦੋਂ ਹੀ ਸਿੱਖ ਸਤਿਗੁਰ ਜੀ ਦੇ ਚਰਨਾਂ ਉੱਪਰ ਆਣ ਕੇ ਆਪਣੇ ਸਿਰ ਰੱਖਦੇ ਐ। ਕੁਤਕਾ ਏਕ ਪੀਠ ਮਹਿ ਮਾਰਹਿ। ਇੱਕ ਜਿਹੜਾ ਕੁਤਕਾ ਨਾ ਸੋਟਾ ਮਾਰੇ ਪਿੱਠ ਉੱਪਰ ਪਿੱਛੇ ਤੇ ਮਾਰਦੇ ਐ। ਅਚਰਜ ਭਏ ਤੂਸ਼ਨੀ ਠਾਨੀ। ਸਾਰੇ ਸਿੱਖ ਜਦੋਂ ਸੋਟਾ ਵੱਜਦਾ ਹੈ ਪਿੱਠ ਤੇ ਬੜੇ ਅਚਰਜ ਜਿਹੇ ਹੁੰਦੇ ਐ। ਚੋਪੀ ਧਾਰਨ ਕੀਤੀ ਹੋਈ ਐ। ਅਲਖ ਗਤੀ ਕੁਛ ਜਾਏ ਨਾ ਜਾਣੀ। ਕਹਿੰਦੇ ਵੀ ਮਹਾਰਾਜ ਜਿਹੜੀ ਗਤੀ ਹੈ ਨਾ, ਰੀਤੀ ਮਰਿਆਦਾ ਮਿਤ ਗਤ ਮਿਤ, ਇਹਦੇ ਜਾਣਨੇ ਤੋਂ ਰਹਿਤ, ਲਖਣੇ ਤੋਂ ਰਹਿਤ ਹੀ ਹੈ। ਕੋਈ ਜਾਣੀ ਸਮਝੀ ਨਹੀਂ ਜਾਂਦੀ ਵੀ ਅਸੀਂ ਮੱਥੇ ਟੇਕ ਰਹੇ ਹਾਂ, ਮਹਾਰਾਜ ਅੱਗੋਂ ਸੋਟੇ ਮਾਰ ਰਹੇ ਐ। ਸਭ ਕੇ ਇਸੀ ਪ੍ਰਕਾਰ ਪਰਹਾਰੇ। ਇਵੇਂ ਜਿੰਨੇ ਮੱਥੇ ਟੇਕੇ ਸਾਰਿਆਂ ਦੇ ਮਹਾਰਾਜ ਜੀ ਨੇ ਇਸੇ ਤਰ੍ਹਾਂ ਹੀ ਸੋਟੇ ਮਾਰੇ ਐ, ਵਾਰੀ ਜ਼ੋਰ ਨਾਲ। ਬਹੁਰੋ ਸ੍ਰੀ ਮੁਖ ਬਚਨ ਉਚਾਰੇ। ਸੋਟੇ ਮਾਰ ਕੇ ਸਤਿਗੁਰ ਜੀ ਨੇ ਸੋਭਾ ਵਾਲੇ ਮੁਖ ਤੋਂ ਬਚਨ ਉਚਾਰੇ ਕਹੇ। ਦੋਹਰਾ ਕਿਉਂ ਬੈਠੇ ਤੁਮ ਕੌਣ ਹੋ। ਮਾਰੇ ਕਹਿੰਦੇ ਭਾਈ ਆ ਤੁਸੀਂ ਭਲਾ ਇੱਥੇ ਕਿਉਂ ਬੈਠੇ ਹੋ ਤੇ ਤੁਸੀਂ ਕੌਣ ਹੋ ਭਲਾ। ਗਮਨ ਨਿਜ ਨਿਜ ਥਾਏ। ਤੁਸੀਂ ਸਾਡਾ ਵਚਨ ਮੰਨੋ, ਆਪਣੇ ਥਾਂ ਨੂੰ ਚਲੇ ਜਾਓ, ਆਪੋ ਆਪਣੇ ਘਰੇ ਚਲੇ ਜਾਓ। ਹੁਣ ਕਾਜ ਤੁਮਾਰੋ ਨਹਿ ਕਛੂ। ਸਾਡਾ ਤੁਹਾਡੇ ਨਾਲ ਕੋਈ ਕੰਮ ਨਹੀਂ ਹੈ ਤੇ ਤੁਹਾਡਾ ਸਾਡੇ ਨਾਲ ਕੋਈ ਕੰਮ ਨਹੀਂ, ਕੁਛ ਨਹੀਂ ਲੱਗਦੇ ਤੁਸੀਂ ਸਾਡੇ। ਤੂਰਨ ਨਿਕਸ ਹੋਤਾਏ। ਬੜੀ ਛੇਤੀ ਦੇ ਕੇ ਨਾ ਹੁਣ ਦੌੜ ਕੇ ਇੱਥੋਂ ਕਰਤਾਰਪੁਰੋਂ ਨਿਕਲੋ ਜਾਓ ਆਪੋ ਆਪਣੇ ਘਰਾਂ ਨੂੰ। ਤੁਸੀਂ ਸਾਡੇ ਕੁਝ ਨਹੀਂ ਲੱਗਦੇ, ਨਾ ਅਸੀਂ ਤੁਹਾਡੇ ਕੁਝ ਲੱਗਦੇ ਆ। ਚੌਪਈ ਡਰਤ ਜੋਰ ਕਰ ਸਿੱਖਨ ਭਾਖਾ। ਉਸ ਵੇਲੇ ਸਿੱਖਾਂ ਨੇ ਡਰਦਿਆਂ ਦੋਵੇਂ ਹੱਥ ਜੋੜ ਕੇ ਕਿਹਾ, ਹਮ ਤੁਮਰੇ ਸਿੱਖ ਭੇ ਗਤ ਕਾਂਖਾ। ਮਹਾਰਾਜ ਜੀ ਅਸੀਂ ਤੇ ਤੁਹਾਡੇ ਸਿੱਖ ਹੋਏ ਆ, ਮੁਕਤੀ ਦੀ ਇੱਛਾ ਲੈ ਕੇ ਮੁਕਤ ਹੋਣਾ ਹੈ, 84 ਲੱਖ ਦੇ ਗੇੜੇ ਤੋਂ ਛੁੱਟਣਾ ਹੈ, ਮੁਕਤੀ ਦੀ ਇੱਛਾ ਲੈ ਕੇ ਚਾਹਵਾਨ ਹੋ ਕੇ ਤੁਹਾਡੇ ਸਿੱਖ ਹੋਏ ਆ ਜੀ। ਜਬ ਹੈ ਸਿੱਖ ਕੋ ਨਾਮ ਸੋ ਲੈ। ਜਦੋਂ ਹੀ ਕਹਿੰਦੇ ਸਿੱਖ ਲੈਂਦੇ ਨਾ ਨਾਮ ਵੀ ਮਹਾਰਾਜ ਅਸੀਂ ਤੁਹਾਡੇ ਸਿੱਖ ਹੋਏ ਆ।
ਕੁਤਕਾ ਏਕ ਪੀਠ ਮਹਿ ਦੇਈ। ਉਸੇ ਵੇਲੇ ਮਾਰੇ ਇੱਕ ਕੁਤਕਾ ਬੜੀ ਜ਼ੋਰ ਦੀ ਨਾਲ ਖੂੰਗੀਆਂ ਵਾਲੇ ਪਿੱਠ ਤੇ ਦਿੰਦੇ ਮਾਰਦੇ। ਆਸ ਗਤ ਸ੍ਰੀ ਗੁਰ ਕੀ ਸਭ ਦੇਖਾ। ਐਸੀ ਰੀਤੀ ਗਤ ਅਵਸਥਾ ਜਦੋਂ ਗੁਰੂ ਜੀ ਦੀ ਸਭ ਨੇ ਦੇਖੀ ਹੈ। ਭਾਗੇ ਮਨ ਪੈ ਭਇਓ ਵਿਸੇਖਾ। ਜਿਹੜੇ ਕਹਿੰਦੇ ਨਾ ਮਹਾਰਾਜ ਸੇਖਾਂ ਉਸੇ ਵੇਲੇ ਬਹੁਤ ਭੈ ਮਨ ਵਿੱਚ ਕੀਤਾ ਤੇ ਉਹ ਵੀ ਭੱਜ ਨੱਠ ਗਏ, ਖੜੋਤੇ ਹੀ ਨਹੀਂ ਹੈ। ਈਖਦ ਹੀ ਬੈਠੇ ਰਹਿ ਗਏ। ਬਹੁਤ ਥੋੜੇ ਕਹਿੰਦੇ ਬੈਠੇ ਰਹਿ ਗਏ ਐ ਉੱਥੇ। 300 ਪਨ ਪੂਛਤ ਪ੍ਰਭੂ ਭਏ। ਉਹਨਾਂ ਤੋਂ ਫਿਰ ਮਹਾਰਾਜ ਗੁਰੂ ਸਾਹਿਬ ਜੀ ਪੁੱਛਣ ਲੱਗੇ, ਕਬ ਕੇ ਸਿੱਖ ਬਨੇ ਹੋ ਮੇਰੇ। ਉਹ ਪਖੰਡੀ ਉਹ ਕਦੋਂ ਦੇ ਤੁਸੀਂ ਸਿੱਖ ਮੇਰੇ ਬਣੇ ਹੋਏ ਹੋ ਭਲਾ। ਦੇਹੋ ਬਤਾਏ ਨਾ ਲਾਵੋ ਦੇਰੇ। ਕੋਈ ਦੇਰੀ ਨਾ ਲਾਓ, ਮੈਨੂੰ ਸਾਨੂੰ ਦੱਸ ਦਿਓ ਕਦੋਂ ਦੇ ਸਿੱਖ ਬਣੇ, ਨਹੀਂ ਤੇ ਇੱਥੇ ਫੇਰ ਮਾਰਾਂਗੇ ਕੁੱਤਕੇ ਤੁਹਾਨੂੰ। ਸੁਨ ਕਾ ਸਿੱਖਨ ਬੈਨ ਲਾਏ। ਸੁਣ ਕਰਕੇ ਸਿੱਖਾਂ ਨੇ ਆਪਣੀਆਂ ਆਪਣੀਆਂ ਆਵਾਜ਼ਾਂ ਵਿੱਚ ਬਚਨ ਕਹੇ। ਹੈ ਤਬ ਕੇ ਜਪ ਆਪ ਬਣਾਏ। ਨਾਲੇ ਡਰਦੇ ਐ ਨਾਲੇ ਕਹਿੰਦੇ ਮਹਾਰਾਜ ਜਦੋਂ ਦੇ ਆਪ ਜੀ ਨੇ ਬਣਾਏ ਆ ਉਦੋਂ ਦੇ ਹੀ ਆ। ਜਦੋਂ ਆਪ ਜੀ ਨੇ ਚਰਨਾ ਅੰਮ੍ਰਿਤ ਦਿੱਤੀ ਹੈ, ਚਰਨਾਂ ਦੀ ਪੌਲ ਦਿੱਤੀ ਹੈ, ਗੁਰ ਮੰਤਰ ਬਖਸ਼ਿਆ, ਮੂਲ ਮੰਤਰ ਬਖਸ਼ਿਆ, ਸਾਨੂੰ ਉਪਦੇਸ਼ ਉਹ ਬਖਸ਼ਿਆ ਹੈ। ਗੁਰੂ ਸਾਹਿਬ ਉਦੋਂ ਦੇ ਹੀ ਸਿੱਖ ਬਣੇ ਜਦੋਂ ਦੇ ਆਪ ਨੇ ਬਣਾਏ ਹੋਏ ਆ। ਰਾਵਰ ਕੋ ਪਰਵਾਹ ਨਾ ਕੋਈ। ਚਲੋ ਮਹਾਰਾਜ ਠੀਕ ਵੀ ਆਪ ਤੇ ਬੇਪਰਵਾਹ, ਤੁਹਾਨੂੰ ਸਾਡੀ ਕੋਈ ਪਰਵਾਹ ਨਹੀਂ ਹੈ। ਸ਼ਰਨ ਪਰੇ ਹਮ ਚਾਹ ਦੁਖ ਕੋਈ। ਪਰ ਗੁਰੂ ਮਹਾਰਾਜ ਅਸੀਂ ਤੇ ਤੁਹਾਡੀ ਸ਼ਰਨ ਪਏ ਆ ਨਾ, ਤੁਹਾਡੀ ਸਿੱਖੀ ਧਾਰਨ ਕੀਤੀ ਹੋਈ ਹੈ। ਅਸੀਂ ਤੇ ਆਪਣੇ ਜੰਮਣ ਮਾਂ ਦੇ ਦੁੱਖ ਖੋਇਆ ਹੀ ਚਾਹੁੰਦੇ ਹਾਂ। ਕਹਤੇ ਕੰਪਾ ਬਚਨ ਨਾ ਆਵਾ। ਐਵੇਂ ਕਹਿੰਦੇ ਕਹਿੰਦੇ ਹੋਏ ਕੰਬਦੇ ਐ, ਮੁੱਖੋਂ ਬਚਨ ਨਹੀਂ ਆਉਂਦਾ। ਐਵੇਂ ਬੁੱਲ ਜਿਹੇ ਜਿਹੜੇ ਹਿੱਲਦੇ ਐ, ਸਰੀਰ ਨੂੰ ਕਾਂਬਾ ਛਿੜਿਆ ਹੋਇਆ ਹੈ। ਤੇਜ ਦਿਵਤ ਸੋ ਸਹਿਓ ਨਾ ਜਾਵਾ। ਗੁਰੂ ਸਾਹਿਬ ਜੀ ਦਾ ਵੀਰ ਰਸੀ ਸਰੂਪ ਦਾ ਤੇਜ ਪ੍ਰਤਾਪ ਪ੍ਰਕਾਸ਼ ਰਿਹਾ ਮੁਖ ਦਾ, ਸਹਿਆ ਨਹੀਂ ਜਾ ਰਿਹਾ। ਸੁਨ ਹੈ ਪ੍ਰਭੂ ਪੁਨ ਕੁਤਕਾ ਮਾਰਾ। ਗੁਰੂ ਸਾਹਿਬ ਜੀ ਫੇਰ ਸੁਣ ਕੇ ਜਦੋਂ ਕਹਿੰਦੇ ਨਾ ਮਹਾਰਾਜ ਸਿੱਖ ਜਦੋਂ ਦੇ ਤੁਸਾਂ ਨੇ ਸਾਨੂੰ ਖੰਡੇ ਆਪਣੇ ਚਰਨਾਂ ਦੀ ਪੌਲ ਦਿੱਤੀ ਹੈ, ਗੁਰਮੰਤਰ ਬਖਸ਼ਿਆ ਦੇ ਸਿੱਖ ਬਣਾਏ ਹੋਏ, ਸੁਣ ਕੇ ਮਹਾਰਾਜ ਫੇਰ ਕੁਤਕਾ ਮਾਰਦੇ, ਸੋਟਾ ਮਾਰਦੇ ਜ਼ੋਰ ਦੇ ਨਾਲ। ਭਾਗੇ ਸਿੱਖ ਨਾ ਧੀਰ ਸੰਭਾਰਾ। ਇਹ ਤੇ ਸਿੱਖ ਭੱਜਦੇ ਅੱਗੇ ਲੱਗ ਕੇ, ਕੋਈ ਧੀਰਜ ਹੌਸਲਾ ਨਹੀਂ ਸੰਭਾਲਦਾ, ਹੌਸਲਾ ਤੇ ਰਹਿੰਦਾ ਹੀ ਨਹੀਂ ਹੈ। ਕੁਤਕਾ ਲੱਗਾ ਹੋਏ ਤਨ ਪੀਰਾ। ਕਿਉਂਕਿ ਜਦੋਂ ਸੋਟਾ ਲੱਗਦਾ ਸਰੀਰ ਤੇ ਪੀੜ ਬੜੀ ਹੁੰਦੀ, ਖੂੰਗੀਆਂ ਤਿੱਖੀਆਂ ਬਹੁਤ ਹਨ। ਢਿੱਗ ਤੇ ਭਾਗਾ ਹੋਏ ਅਧੀਰਾ। ਮਹਾਰਾਜ ਜੀ ਤੋਂ ਕੋਲੋਂ ਭੱਜਦੇ ਆ, ਧੀਰਜ ਤੋਂ ਰਹਿਤ ਹੋ ਕੇ, ਬੇਹੌਸਲੇ ਹੋ ਕੇ। ਥੋੜੇ ਹੀ ਬੈਠੇ ਜਬ ਰਹੇ। ਥੋੜੇ ਜਿਹੇ ਜਦੋਂ ਬੈਠੇ ਰਹਿ ਗਏ, ਉਹਨਾਂ ਵਿੱਚੋਂ ਹੋਰ ਘਟ ਗਏ ਆ। ਤਿਨ ਪ੍ਰਿਤ ਸ੍ਰੀ ਗੁਰੂ ਆਸ ਬਚ ਕਹੇ। ਉਹਨਾਂ ਦੇ ਪ੍ਰਤੀ ਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕਹੇ ਆ, ਜੇ ਤੁਮ ਸਿੱਖ ਬਨੇ ਹੋ ਮੇਰੇ। ਭਾਈ ਤੁਸੀਂ ਕਿਉਂ ਨਹੀਂ ਜਾਣਦੇ ਹੋ, ਚਲੋ ਜੇ ਤੁਸੀਂ ਸਿੱਖ ਬਣੇ ਹੋਏ ਹੋ ਨਾ ਸਾਡੇ, ਆਏ ਸਮਾਨਾ ਕਰੋ ਨਾ ਦੇਰੇ। ਫਿਰ ਸਿੱਖ ਦਾ ਕੰਮ ਹੁੰਦਾ ਗੁਰੂ ਦੀ ਆਗਿਆ ਮੰਨਣੀ, ਬਚਨ ਮੰਨਣਾ। ਤੁਸੀਂ ਸਾਡਾ ਬਚਨ ਮੰਨੋ, ਕੋਈ ਦੇਰ ਨਾ ਕਰੋ, ਕੋਈ ਢਿੱਲ ਮੱਠ ਨਾ ਕਰੋ। ਉਠ ਆਵੋ ਸਭ ਮੋਰ ਪਿਛੇਰੇ। ਛੇਤੀ ਦੇ ਕੇ ਉਠੋ, ਪਿਛੇ ਪਿਛੇ ਸਾਡੇ ਜਿਹੜਾ ਸਾਰੇ ਆਵੋ। ਕਹਾਇਓ ਗਮਨੇ ਗੁਰੂ ਅਗੇਰੇ। ਇਹੋ ਕਹਿ ਕੇ ਮਹਾਰਾਜ ਜੀ ਦੇ ਅੱਗੇ ਅੱਗੇ ਚੱਲ ਪਏ ਐ ਤੇ ਸਿੱਖ ਪਿਛੇ ਪਿਛੇ ਚੱਲ ਪਏ ਐ। ਜੇ ਤਿਕ ਰਹੇ ਸਿੱਖ ਤਿਹ ਥਾਈ। ਜਿੰਨੇ ਕੁ ਸਿੱਖ ਕਹਿੰਦੇ ਉਸ ਥਾਂ ਤੇ ਰਹੇ ਸਨ। ਜਗਤ ਜਗਤ ਸੋ ਪੀਛਾ ਜਾਹੀ। ਉਹ ਚਕਰਿਤ ਜੇ ਹੋ ਰਹੇ, ਹੈਰਾਨ ਜੇ ਹੋ ਰਹੇ ਐ, ਝੱਕ ਝੱਕ ਕੇ ਪਿੱਛੇ ਜਾਂਦੇ ਐ, ਐਵੇਂ ਜੱਕੋ ਤੱਕਾ ਜਿਹਾ ਕਰਦੇ ਵੀ ਜਾਈਏ ਕਿ ਨਾ ਜਾਈਏ। ਦੋਹਰਾ ਪਰਖਨ ਹਿਤ ਸਿੱਖੀ ਤਬਾ। ਤਦੋਂ ਸਤਿਗੁਰ ਜੀ ਨੇ ਵੀ ਜੋ ਸਿੱਖਾਂ ਨੂੰ ਸਿੱਖਿਆ ਦੇ ਕੇ, ਸਿੱਖਿਆ ਦੇ ਕੇ ਸਿੱਖੀ ਦਿੱਤੀ ਹੈ, ਉਹ ਸਿੱਖੀ ਨੂੰ ਪਰਖਣ ਵਾਸਤੇ ਸੰਗ ਆਰੰਭਿਓ ਪੂਰਾ। ਭਾਈ ਸਾਹਿਬ ਜੀ ਕਹਿੰਦੇ ਸਿੱਖਾਂ ਦੀ ਸਿੱਖੀ ਪਰਖਣ ਵਾਸਤੇ ਮਹਾਰਾਜ ਜੀ ਨੇ ਬਹੁਤ ਤਕੜਾ ਹੀ ਜਿਹੜਾ ਨਾ ਸਵਾਂਗ ਆਰੰਭਿਆ ਸ਼ੁਰੂ ਕੀਤਾ ਹੋਇਆ ਹੈ। ਸੋਈ ਸਾਬਤ ਰਹਿ ਸਕਾ। ਭਾਈ ਗੁਰੂ ਦੀ ਜਿਹੜੀ ਕਸਵੱਟੀ ਬੜੀ ਔਖੀ ਹੈ, ਕੋਈ ਸਾਵਧਾਨ ਰਹਿ ਸਕਦਾ ਇਹਦੇ ਵਿੱਚ, ਕੋਈ ਸਾਬਤ ਰਹਿ ਸਕੇ, ਕੋਈ ਪੂਰਾ
ਸਾਬਤ ਰਹਿ ਸਕੇਗਾ। ਜਿਸ ਪਰ ਕਰਨਾ ਤੂਰ, ਜਿਸ ਉੱਪਰ ਪਰਮੇਸ਼ਰ ਦੀ ਕਰਨਾ ਤੂਰ ਕਹੀਏ ਤੁਰੰਤ ਹੀ ਹੋ ਜਾਏਗੀ, ਉਹੀ ਸਾਬਤ ਰਹੇਗਾ। ਤੂਰ ਦਾ ਥਾਂ ਪਾਠ ਭੂਰ ਵੀ ਹੈ, ਪੂਰ ਵੀ ਹੈ ਵੀ ਜਿਸ ਉੱਪਰ ਗੁਰੂ ਦੀ ਪੂਰੀ ਕਿਰਪਾ ਹੋਊਗੀ ਉਹੀ ਪੂਰਾ ਰਹਿ ਸਕੇਗਾ, ਜਾਂ ਜਿਸ ਉੱਪਰ ਗੁਰੂ ਦੀ ਬਹੁਤ ਕਿਰਪਾ ਰਹੇਗੀ ਉਹੀਓ ਰਹਿ ਸਕੇਗਾ, ਜਾਂ ਉਹੀਓ ਰਹਿ ਸਕੇਗਾ ਜਿਸ ਉੱਪਰ ਪਰਮੇਸ਼ਰ ਦੀ ਤੂਰ ਕਹੀਏ, ਜਿਸ ਉੱਪਰ ਮਹਾਰਾਜ ਤੁਹਾਡੀ ਕਿਰਪਾ ਉਹੀਓ ਸਾਬਤ ਰਹਿ ਸਕੇਗਾ, ਬਾਕੀ ਸਭ ਨੱਠ ਭੱਜ ਜਾਣਗੇ। ਚੌਪਈ ਹੁਤੀ ਜੋ ਦੂਰ ਉਜਾੜ ਵਿਸਾਲਾ, ਇਵੇਂ ਸਤਿਗੁਰੂ ਮਹਾਰਾਜ ਜੀ ਚੱਲ ਪਏ ਐ ਜਿੱਥੇ ਕਹਿੰਦੇ ਬੜੀ ਤਕੜੀ ਦੂਰ ਉਜਾੜ ਹੈ ਸੀ। ਪਹੁੰਚੇ ਲੈ ਸਿੱਖ ਸੰਗ ਕਿਰਪਾਲਾ, ਗੁਰੂ ਸਾਹਿਬ ਸਿੱਖਾਂ ਨੂੰ ਲੈ ਕੇ ਉੱਥੇ ਜਾ ਪਹੁੰਚੇ ਉਜਾੜ ਵਿੱਚ। ਕਹਾ ਸਿੜੀ ਪਰ ਸਭ ਇੱਕ ਦੇਖਾ, ਉੱਥੇ ਕਹਿੰਦੇ ਇੱਕ ਸਿੜੀ, ਸਿੜੀ ਦੇ ਉੱਪਰ ਇੱਕ ਮੁਰਦਾ ਦੇਖਿਆ ਹੈ। ਸਿੜੀ ਕਹੀਦਾ ਵੀ ਉਹ ਤਖਤਾ, ਉਹ ਮੰਜਾ ਜਿਹਾ ਜਿਹੜਾ ਆਪਾਂ ਵੀ ਲਿਆਉਂਦੇ ਹੁੰਦੇ ਹਾਂ, ਜਿਹਦੇ 'ਤੇ ਮੁਰਦਾ ਕੱਪੜੇ ਵਿੱਚ ਲਪੇਟ ਕੇ ਮਸਾਣਾ ਵਿੱਚ ਲੈ ਜਾਂਦੇ, ਉਹਨੂੰ ਕਹੀਦਾ ਸਿੜੀ। ਉਹ ਫੱਟੇ ਨੂੰ ਕਹਿ ਲਓ, ਸਮਝ ਲਓ ਫੱਟਾ, ਅੱਜ ਕੱਲ੍ਹ ਤਾਂ ਉਹ ਚੰਗੇ ਲੋਹੇ ਦੇ ਬਣਾਏ ਹੋਏ ਆ। ਇਵੇਂ ਮਹਾਰਾਜ ਜੀ ਨੇ ਅਤੇ ਇਹ ਸਿੱਖਾਂ ਨੇ ਉਹ ਸੀੜੀ ਦੇ ਉੱਪਰ ਇੱਕ ਮੁਰਦਾ ਦੇਖਿਆ। ਇੱਥੇ ਉਹ ਪ੍ਰਸੰਗ ਜੇ ਕਵੀ ਜੀ ਨੇ ਪੂਰਾ ਕਥਨ ਨਹੀਂ ਕੀਤਾ, ਕਿਉਂਕਿ ਜਿੱਥੇ ਗੁਰੂ ਅਰਜਨ ਸਾਹਿਬ ਜੀ ਦਾ ਇਤਿਹਾਸ ਆਉਣਾ ਦੂਸਰੀ ਰਾਸ ਵਿੱਚ, ਉੱਥੇ ਜਾ ਕੇ ਕੁਝ ਪ੍ਰਸੰਗ ਇਹ ਲਿਖਿਆ ਹੋਇਆ। ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ, ਸਰੋਵਰਾਂ ਦੀ ਕਾਰ ਆਰੰਭੀ ਸੀ ਅਤੇ ਸਿੱਖਾਂ ਨੇ ਕਾਰ ਕੀਤੀ ਬੜੀ ਸ਼ਰਧਾ ਭਾਵਨਾ ਨਾਲ। ਉਹ ਕਿੰਨੇ ਸਮੇਂ ਤੋਂ ਕਾਰ ਸੇਵਾ ਕਰਦਿਆਂ ਕਰਦਿਆਂ ਜੋ ਸੰਪੂਰਨ ਜਦੋਂ ਹੋ ਗਈ ਅਤੇ ਗੁਰੂ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਸਿੱਖ ਬੈਠੇ ਹੋਏ ਸਨ ਆਪੋ ਵਿੱਚ ਹੀ ਅਤੇ ਸ਼ੇਖੀਆਂ ਮਾਰ ਰਹੇ ਸਨ। ਕੋਈ ਕਹਿ ਰਿਹਾ ਸੀ, ਕਹਿੰਦਾ ਵੀ ਵੇਖੋ ਸੇਵਾ ਕਰਦੇ ਰਹੇ, ਪਤਾ ਹੀ ਨਹੀਂ ਲੱਗਾ ਕਦੋਂ ਦਿਨ ਚੜ੍ਹਦਾ ਰਿਹਾ, ਕਦੋਂ ਰਾਤ ਚੜ੍ਹਦੀ ਰਹੀ, ਮੈਂ ਤਾਂ ਸੌਂਦਾ ਹੀ ਨਹੀਂ ਰਿਹਾ। ਕੋਈ ਕਹਿੰਦਾ ਮੈਨੂੰ ਤਾਂ ਭੁੱਖ ਹੀ ਨਹੀਂ ਲੱਗਦੀ ਰਹੀ, ਮੈਂ ਤਾਂ ਰਾਤ ਦਿਨ ਇੱਕ ਕੀਤਾ ਹੋਇਆ ਸੀ। ਜਿਵੇਂ ਸ਼ੇਖੀਆਂ ਐਵੇਂ ਆਪਣੇ ਕੋਲੋਂ ਸੂਖਮ ਜੀ ਹਉਮੈ ਆ ਕੇ ਆਪਣੇ ਆਪ ਨੂੰ ਜਣਾ ਰਹੇ ਸਿੱਖ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇਖ ਰਹੇ ਸਨ। ਮਹਾਰਾਜ ਜੀ ਨੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਵੀ ਬਾਬਾ ਬੁੱਢਾ ਸਾਹਿਬ ਜੀ, ਆ ਸਿੱਖ ਸੇਵਾ ਕਰਕੇ ਅਤੇ ਸੂਖਮ ਜੀ ਹਉਮੈ ਕਰ ਰਹੇ ਹੈ ਵੀ ਐਵੇਂ ਸਾਨੂੰ ਪਤਾ ਨਹੀਂ ਲੱਗਦਾ ਰਿਹਾ, ਅਸੀਂ ਇੰਨੀ ਸੇਵਾ ਕੀਤੀ, ਮੈਂ ਇੰਨੀ ਸੇਵਾ ਕੀਤੀ ਕਹਿ ਰਹੇ ਹੈ। ਜੋ ਗੁਰੂ ਨਾਨਕ ਜੀ ਸਾਹਿਬ ਜੀ ਸਮੇਂ ਕੌਤਕ ਹੋਇਆ, ਅਖੀਰਲੇ ਸਮੇਂ, ਅੰਤਲੇ ਸਮੇਂ, ਉਦੋਂ ਤੁਸੀਂ ਵੀ ਨਾਲ ਹੀ ਸੋ। ਅਤੇ ਬਾਬਾ ਬੁੱਢਾ ਸਾਹਿਬ ਜੀ ਉਹ ਸਾਰਾ ਪ੍ਰਸੰਗ ਨਾ ਸਿੱਖਾਂ ਨੂੰ ਇੱਕ ਰਸਾਖੀ ਰੂਪ 'ਚ ਸੁਣਾ ਦਿਓ, ਇਹਨਾਂ ਨੂੰ ਪਤਾ ਲੱਗ ਜਾਏ ਵੀ ਗੁਰੂ ਕੀ ਸੇਵਾ ਕਿਵੇਂ ਹੁੰਦੀ ਹੈ ਅਤੇ ਜਣਾਉਣਾ ਕਿਵੇਂ ਨਹੀਂ ਹੈ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਪ੍ਰਸੰਗ ਉੱਥੇ ਸੁਣਾਇਆ, ਜਿਹੜਾ ਅੱਗੇ ਇੱਥੇ ਦੂਸਰੀ ਰਾਸ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਥਾ ਵਿੱਚ ਆਏਗਾ। ਤਾਂ ਹੀ ਕਵੀ ਜੀ ਨੇ ਇੱਥੇ ਨਹੀਂ ਲਿਖਿਆ, ਕਿਉਂਕਿ ਵਿਦਵਤਾ ਹੁੰਦੀ ਹੈ ਇੱਕ ਗੱਲ ਨੂੰ ਬਾਰ-ਬਾਰ ਨਾ ਕਹਿਣਾ। ਅਤੇ ਜਿਵੇਂ ਅਸੀਂ ਕਥਾ ਕਰਦੇ ਹਾਂ ਇੱਕ ਗੱਲ ਨੂੰ ਬਾਰ-ਬਾਰ ਕਈ ਵਾਰ ਕਹਿ ਜਾਂਦੇ ਹਾਂ। ਹੁਣ ਕਵੀ ਸਾਹਿਬ ਜੀ ਦੇ ਇਤਿਹਾਸ ਇੰਨਾ ਸੋਹਣਾ ਲਿਖ ਰਹੇ ਆ, ਉਹ ਜਿਹੜੀ ਗੱਲ ਇੱਥੇ ਛੱਡੀ ਉਹਨਾਂ ਨੇ ਉੱਥੇ ਪੂਰੀ ਕਰ ਦੇਣੀ। ਉਹ ਇਹ ਸੀ ਵੀ ਜਦੋਂ ਮਹਾਰਾਜ ਨੇ ਧਾਨਕ ਰੂਪ ਧਾਰਨ ਕੀਤਾ ਹੈ ਅਤੇ ਸਿੱਖ ਕਿੰਨੇ ਮੁੜ ਗਏ ਹੈ, ਉਸ ਵੇਲੇ ਕਹਿੰਦੇ 300 ਕੁ ਸਿੱਖ ਸਿਦਕੀ ਹੋ ਰਹਿ ਗਏ ਹੈ। ਅਤੇ ਗੁਰੂ ਮਹਾਰਾਜ ਜੀ ਨੇ ਵੀ ਚਲੋ ਵੀ ਤੁਸੀਂ ਕਿਉਂ ਨਹੀਂ ਮੁੜਦੇ, ਕਹਿੰਦੇ ਮਹਾਰਾਜ ਤੁਹਾਡੇ ਸਿੱਖ ਹਾਂ ਅਸੀਂ ਅਤੇ ਤੁਹਾਡੇ ਨਾਲ ਹੀ ਰਹਿਣਾ ਭਾਵੇਂ ਮਰੀਏ ਜੀ। ਸਾਰੀਆਂ ਪਰਖਾਂ ਕਰਦੇ ਕਰਦੇ ਜਦੋਂ ਕਿੰਨੇ ਰਹਿ ਗਏ ਘੱਟ, ਫਿਰ ਗੁਰੂ ਮਹਾਰਾਜ ਨੇ ਇੱਕ ਕੌਤਕ ਰਚਿਆ ਮਾਈ ਵੀ। ਗੁਰੂ ਸਾਹਿਬ ਜੀ ਨੇ ਪੈਸੇ ਜਿਹੜੇ ਨਾ ਉਹ ਮਾਇਆ ਵਰਤਾਤ ਦੀ ਪੈਸੇ ਸੁੱਟਣੇ ਸ਼ੁਰੂ ਕਰ ਦਿੱਤੇ, ਬੇਅੰਤ ਬੇਨਤੀ ਦਿਖਾ ਦਿੱਤੇ, ਢੇਰਾਂ ਦੇ ਢੇਰ ਹੀ। ਕਿਹਾ ਭਾਈ ਆਹ ਪੈਸੇ ਜਿਹੜੇ ਨਾ ਜਿੰਨੇ ਤੁਹਾਨੂੰ ਚਾਹੀਦੇ ਉਹ ਤੁਸੀਂ ਆਪਣੇ ਝੋਲੀਆਂ ਭਰ ਲਓ, ਆਪਣੇ ਬਸਤਰ ਭਰ ਲਓ ਅਤੇ ਲੈ ਕੇ ਚਲੇ ਜਾਓ, ਸਾਡੇ ਪਿੱਛੇ ਕੋਈ ਨਾ, ਉਹ ਸਾਨੂੰ ਇਕੱਲਿਆਂ ਰਹਿਣ ਦਿਓ। ਜਿਹੜੇ ਕੋਈ ਹੈ ਸਨ ਮਾਈ ਵੀ ਸੁਭਾਅ ਵਾਲੇ, ਉਹਨਾਂ ਨੇ ਪੈਸੇ ਚੁੱਕ ਲਏ ਅਤੇ ਆਪੋ ਆਪਣੇ ਭਰ ਕੇ ਪੰਡਾ ਪਿਛਾਂਹ ਆ ਗਏ। ਕੁਝ ਹੋਰ ਰਹਿ ਗਏ, ਕਹਿੰਦੇ ਮਹਾਰਾਜ ਮਾਇਆ ਨਹੀਂ ਸਾਨੂੰ ਚਾਹੀਦੀ, ਸਾਨੂੰ ਤੁਹਾਡਾ ਪ੍ਰੇਮ ਚਾਹੀਦਾ। ਗੁਰੂ ਸਾਹਿਬ ਜੀ ਨੇ ਉਸ ਵੇਲੇ ਚਾਂਦੀ ਦੀ ਜਿਹੜੇ ਚਾਂਦੀ ਹੈ ਨਾ, ਚਾਂਦੀ ਦੇ ਸਿੱਕੇ ਜਿਹੜੇ ਉਹ ਦਿਖਾ ਦਿੱਤੇ ਕਿੰਨੇ।
ਜਦੋਂ ਚਾਂਦੀ ਦੇ ਸਿੱਕੇ ਸੁੱਟੇ ਤੇ ਜਿਹੜੇ ਕੋਈ ਚਾਂਦੀ ਦੇ ਸਿੱਕਿਆਂ ਵਾਲੇ ਉਹ ਸਿੱਕੇ ਸੜ ਕੇ ਤੇ ਪੰਡਾਂ ਭਰ ਭਰ ਤੇ ਆਪੋ ਆਪਣੇ ਵਿਛਾਂ ਆ ਗਏ। ਫਿਰ ਹੋਰ ਸਿੱਖ ਰਹਿ ਗਏ। ਫਿਰ ਗੁਰੂ ਸਾਹਿਬ ਜੀ ਨੇ ਮੋਹਰਾਂ ਜਿਹੜੀਆਂ ਸੋਨੇ ਦੀਆਂ ਉਹ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਮੋਹਰਾਂ ਚੁੱਕਣ ਵਾਲੇ ਸਿੱਖ ਚੁੱਕ ਚੁੱਕ ਕੇ ਤੇ ਸਾਧ ਸੰਗਤ ਜੀ ਉਹ ਪਿਛਾਂ ਆ ਗਏ। ਬਹੁਤ ਘੱਟ ਸਿੱਖ 300 ਕੁ ਦੇ ਕਰੀਬ ਤੇ 5 ਸਿੱਖ ਗੁਰੂ ਕੇ ਪਿਆਰੇ ਭਾਈ ਅਜਿੱਤਾ ਜੀ ਜੋ ਚੌਧਰੀ ਸਨ ਪੱਖੋ ਕੇ ਰੰਧਾਵਾ ਦੇ, ਭਾਈ ਸੁਧਾਰਨ ਜੀ, ਭਾਈ ਭਗੀਰਥ ਮਲਸੀਹਾਂ ਨਗਰ ਦੇ, ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਸਾਹਿਬ ਜੀ, 5 ਸਿੱਖ ਮੁਖੀ ਇਹ ਤੇ ਕੁਝ ਸਿੱਖ ਹੋਰ ਉਹ ਰਹਿ ਗਏ ਹੈ। ਇਹ ਪ੍ਰਸੰਗ ਉੱਥੇ ਅਗਲੇ ਪਾਸੇ ਆਏਗਾ ਜਿਹੜਾ ਰਹਿੰਦਾ ਬਾਬਾ ਬੁੱਢਾ ਸਾਹਿਬ ਜੀ ਸਿੱਖਾਂ ਨੂੰ ਸੁਣਾਉਣਗੇ ਤੇ ਸਿੱਖਾਂ ਦੀ ਹਉਮੈ ਨਿਵਰਤ ਕਰਨਗੇ। ਇਵੇਂ ਮਹਾਰਾਜ ਜੀ ਨੇ ਜਦੋਂ ਉਹ ਬਾਕੀ ਸਾਰਾ ਪ੍ਰਸੰਗ ਤੇ ਆ ਹੀ ਗਿਆ, ਮਾਇਆ ਸੁੱਟੀ ਹੈ, ਕੁਝ ਮੁੜ ਮੜ ਗਏ ਹੈ, ਜਿਹੜੇ ਥੋੜ੍ਹੇ ਕੁ ਰਹਿ ਗਏ ਹੈ ਉਹ ਗੁਰੂ ਮਹਾਰਾਜ ਨਾਲ ਚੱਲੇ ਆ ਰਹੇ ਹੈ। ਅਤੇ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਜਿਹੜਾ ਹੈ ਸਾਰਿਆਂ ਨੂੰ ਇੱਕ ਤਖਤੇ ਉੱਪਰ ਮੁਰਦਾ ਜਿਹੜਾ ਦਿਖਾਇਆ ਹੈ, ਸਭ ਨੇ ਦੇਖਿਆ ਹੈ। ਉਪਰ ਅੰਬਰ ਸੇਤਵ ਸੇਖਾ, ਉਹਦੇ ਮੁਰਦੇ ਉੱਪਰ ਦੁੱਧ ਵਰਗਾ ਚਿੱਟਾ ਜਿਹੜਾ ਕੱਪੜਾ ਹੈ ਵਿਸ਼ੇਸ਼ ਕਰਕੇ ਪਾਇਆ ਹੋਇਆ। ਇਤਿਹਾਸ ਵਿੱਚ ਨਹੀਂ ਉਹਦਾ ਮਹਾਂਪੁਰਸ਼ਾਂ ਦਾ ਦੱਸਣਾ ਹੈ। ਕਹਿੰਦੇ ਵੀ ਐਸਾ ਵੀ ਕੌਤਕ ਵਰਤਿਆ ਕਿ ਜਦੋਂ ਇਹ ਸਾਰੀਆਂ ਮਾਇਆ ਤੋਂ ਬਾਅਦ ਗੁਰੂ ਜੀ ਨੇ ਐਸੀ ਕਲਾ ਵਰਤਾਈ ਵੀ ਗੂੜ੍ਹੇ ਜੰਗਲ ਵਿੱਚ ਜਦੋਂ ਆਏ ਮਹਾਰਾਜ ਅਤੇ ਉੱਥੇ ਜਿਹੜਾ ਸੀ ਇੱਕ ਚਿਖਾ ਸੜ ਰਹੀ ਸੀ। ਗੁਰੂ ਮਹਾਰਾਜ ਨੇ ਕਿਹਾ ਭਾਈ ਤੁਸੀਂ ਸਿੱਖੋ ਸਾਡੇ। ਭਾਈ ਸੁਧਾਰਨ ਬੁੱਢਾ ਸਾਹਿਬ ਜੀ ਸਾਰਿਆਂ ਨੂੰ ਕਿਹਾ, ਚੌਹਾਂ ਨੂੰ ਪੰਜਾਂ ਨੂੰ, ਕਹਿੰਦੇ ਮਹਾਰਾਜ ਹਾਂ ਤੁਹਾਡੇ ਸਿੱਖ ਆ। ਗੁਰੂ ਕਹਿੰਦੇ ਜੇ ਸਿੱਖ ਤੇ ਚਿਖਾ 'ਚ ਛਾਲ ਮਾਰ ਦਿਓ, ਹੁਣੇ ਤੁਸੀਂ ਆਪਣਾ ਸਰੀਰ ਛੱਡ ਦਿਓ, ਗੁਰੂ ਵਾਸਤੇ ਦੇਣਾ ਨਾ ਸਰੀਰ। ਉਸ ਵੇਲੇ 4 ਸਿੱਖ ਦੇ ਪਿਛਾਂ ਹੋ ਗਏ। ਭਾਈ ਲਹਿਣਾ ਜੀ ਨੇ ਕੋਈ ਦੇਰੀ ਨਹੀਂ ਲਾਈ, ਕਹਿੰਦੇ ਚਿਖਾ 'ਚ ਜਾ ਕੇ ਛਾਲ ਮਾਰ ਦਿੱਤੀ। ਭਾਈ ਸੁਧਾਰਨ, ਭਾਈ ਭਗੀਰਥ, ਭਾਈ ਜਿੱਤਾ ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਵੇਖੋ ਭਾਈ ਲਹਿਣਾ ਨੇ ਅਜਾਣੀ ਜਾਣ ਬੁੱਝ ਕੇ ਆਪਣੀ ਜਾਨ ਗਵਾ ਲਈ ਹੈ, ਚਿਖਾ ਦੇ ਸਾਹਮਣੇ ਦਿਸੀ ਰਹੀ ਸੀ, ਕਾਹਨੂੰ ਸੜਨਾ ਸੀ। ਅਤੇ ਕਹਿੰਦੇ ਉਹ ਕਲਾ ਕੀ ਵਰਤੀ, ਜਦੋਂ ਨੇੜੇ ਜਾ ਕੇ ਵੇਖਿਆ ਹੈ ਅਤੇ ਉਹ ਤਾਂ ਮਹਾਰਾਜ ਦੀ ਮਾਈ ਵੀ ਇੱਕ ਬੂਟੀ ਜਿਹੜੀ ਅੱਗ ਦੀ ਤਰ੍ਹਾਂ ਪ੍ਰਤੀਤ ਹੋ ਰਹੀ ਸੀ ਅਤੇ ਭਾਈ ਲਹਿਣਾ ਜੀ ਨੂੰ ਕੁਝ ਨਹੀਂ ਹੋਇਆ। ਇਵੇਂ ਗੁਰੂ ਜੀ ਨੇ ਸਵਾਂਗ ਵਰਤਾਇਆ ਅਤੇ 4 ਸਿੱਖ ਗੁਰੂ ਕੇ ਸਿਦਕੀ ਉਹ ਵੀ ਡੋਲ ਗਏ, ਪਰ ਭਾਈ ਲਹਿਣਾ ਜੀ ਨਹੀਂ ਡੋਲੇ ਸਨ। ਫਿਰ ਮੁਰਦਾ ਦਿਖਾਇਆ ਹੈ, ਜਿਸ ਕਰਕੇ ਸਾਧ ਸੰਗਤ ਜੀ ਉੱਪਰ ਚਿੱਟੇ ਰੰਗ ਦਾ ਬੜਾ ਕੱਪੜੇ ਵਿੱਚ ਵਲੇਟਿਆ ਹੋਇਆ ਸੀ ਉਹ ਮੁਰਦਾ। ਕੇਤਕ ਕਾਸ਼ਟ ਪਰੇ ਸਮੀਪਾ, ਕਿੰਨੇ ਕੁ ਜਿਹੜੀਆਂ ਲੱਕੜਾਂ ਪਾਸ ਹੀ ਪਈਆਂ ਸੀ, ਭਾਵ ਚਿਖਾ ਸਜਾਈ ਹੋਈ ਸੀ। ਪਏ ਠਾਂਡ ਬੇਦੀ ਕੁਲ ਦੀਪਾ, ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰ ਜੀ ਚਿਖਾ ਦੇ ਪਾਸ ਜਾ ਖੜੋਤੇ। ਸਰਬ ਸਿੱਖ ਤਬ ਆਨ ਪਹੁੰਚੇ, ਸਾਰੇ ਸਿੱਖ ਵੀ ਤਦੋਂ ਆਣ ਪਹੁੰਚੇ ਉੱਥੇ। ਤਿਨਹ ਸੁਨਾਏ ਪਨੇ ਬਚ ਉੱਚੇ, ਗੁਰੂ ਮਹਾਰਾਜ ਬੜੇ ਉੱਚੇ ਬਚਨਾਂ ਵਿੱਚ ਹੀ ਉਹਨਾਂ ਨੂੰ ਸੁਣਾ ਕੇ ਸਾਰਿਆਂ ਨੂੰ ਕਿਹਾ ਜੋ ਪਿੱਛੇ ਆ ਰਹੇ ਸਨ, ਸਿਦਕੀ ਬਹੁਤੇ ਬਹੁਤੇ ਜੇ ਤੁਮ ਹਮਰੇ ਸਿੱਖ ਕਹਾਵਹੋ। ਗੁਰੂ ਮਹਾਰਾਜ ਕਹਿੰਦੇ ਭਾਈ ਜੇ ਤੁਸੀਂ ਸਾਡੇ ਸਿੱਖ ਕਹਾਉਂਦੇ ਹੋ ਵੀ ਸਿੱਖੀ ਧਾਰਨ ਕੀਤੀ ਹੋਈ, ਮਾਨੋ ਬਚਨ ਨਾ ਸਦਨ ਸਿਧਾਵਹੋ। ਤੁਸੀਂ ਜੇ ਵੀ ਸਾਡਾ ਬਚਨ ਮੰਨ ਕੇ ਘਰ ਨਹੀਂ ਨਾ ਜਾਂਦੇ ਤੇ ਇਹ ਕਹਿੰਦੇ ਵੀ ਤੁਹਾਡੇ ਕੋਲ ਹੀ ਰਹਿਣਾ, ਬਚਨ ਜੇ ਮੰਨੋ ਤਾਂ ਪਰਿਓ ਸਿੜੀ ਪਰ ਸਭ ਇਹ ਖਾਵੋ। ਜੋ ਆ ਤਖਤੇ ਉੱਪਰ ਮੁਰਦਾ ਪਿਆ ਹੋਇਆ, ਫਿਰ ਜੇ ਸਿੱਖ ਕਹਾਉਂਦੇ ਤੇ ਇਹਨੂੰ ਭਾਈ ਖਾਓ ਤਗੜਿਆਂ ਹੋ ਕੇ। ਜੇ ਨਾ ਖਾਵੋ ਤੋ ਪਛਤਾਵੋ, ਜੇ ਤੁਸੀਂ ਨਹੀਂ ਖਾਂਦੇ ਤੇ ਵੇਖ ਲਓ ਸਾਡਾ ਬਚਨ, ਫਿਰ ਪਛਤਾਵਾ ਹੋਊਗਾ, ਪਛਤਾਵਾ ਕਰੋਗੇ। ਸੁਨ ਬਿਸਮਾਦ ਭਏ ਮਨ ਮਾਹੀ, ਸੁਣ ਕਰਕੇ ਭਾਈ ਭਗੀਰਥ, ਭਾਈ ਸੁਧਾਰਨ, ਭਾਈ ਜਿੱਤਾ, ਬਾਬਾ ਬੁੱਢਾ ਸਾਹਿਬ ਜੀ ਜਿਹੜੇ ਹੋਰ ਕੁਝ ਸਿੱਖ ਬਚੇ ਸਨ, ਸਾਰੇ ਜਿਹੜੇ ਸੁਣ ਕੇ ਬੜੇ ਅਚਰਜ ਹੋਏ ਆ ਵੀ ਮੁਰਦਾ ਕਿਹੜਾ ਖਾਵੇ ਭਲਾ। ਧੀਰਜ ਰਹਿਓ ਹਿਰਦੇ ਕਿਸ ਨਾਹੀ, ਕਿਸੇ ਦੇ ਵੀ ਹਿਰਦੇ ਵਿੱਚ ਧੀਰਜ ਨਹੀਂ ਰਿਹਾ ਇੱਕ ਭਾਈ ਲਹਿਣਾ ਜੀ ਤੋਂ ਬਿਨਾ। ਕਿਤਕ ਸੰਗ ਤਜ ਪੁਰੀ ਸਿਧਾਰੇ, ਉਸ ਵੇਲੇ ਕਿੰਨੇ ਕੁ ਸਿੱਖ ਜਿਹੜੇ ਕਹਿੰਦੇ ਸੀ ਮਹਾਰਾਜਾ ਸਾਨੂੰ ਮਰਨਾ ਹੀ ਮੰਡਿਆ ਹੋਇਆ, ਆਗਿਆ ਨਹੀਂ ਮੋੜਾਂਗੇ,
ਕੁਝ ਕੁ ਤੇ ਛੱਡ ਕੇ ਮਹਾਰਾਜ ਦਾ ਸਾਥ ਤੇ ਕਰਤਾਰਪੁਰ ਸਾਹਿਬ ਨੂੰ ਵਾਪਸ ਹੀ ਚੱਲ ਕੇ ਆ ਗਏ। ਕਿਤਕ ਦੁਰੇ ਭਜ ਝਾਰ ਮਝਾਰੇ। ਕਿੰਨੇ ਕੁ ਜਿਹੜੇ ਭੱਜ ਕੇ ਝਾੜਾਂ ਵਿੱਚ ਵੜ ਗਏ ਬਾਬਾ ਬੁੱਢਾ ਸਾਹਿਬ ਜੀ ਹੋਣੀ। ਕਿਤਕ ਧਾਰ ਹੱਠ ਰਹੇ ਸਮੀਪਾ। ਕਿੰਨੇ ਕੁ ਜਿਹੜੇ ਨਾ ਹੱਠ ਧਾਰ ਕੇ ਕੋਲ ਹੀ ਮਹਾਰਾਜ ਦੇ ਖੜੇ ਰਹੇ। ਤੇਨਾ ਪਿਖ ਕਹ ਬੇਦੀ ਕੁਲ ਦੀਪਾ। ਉਹਨਾਂ ਸਿੱਖਾਂ ਨੂੰ ਵੇਖ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰੂ ਜੀ ਕਹਿਣ ਲੱਗੇ। ਜੇ ਤੁਮ ਠਾਂਡੇ ਰਹੋ ਇਹ ਥਾਨਾ। ਕਹਿੰਦੇ ਮਹਾਰਾਜ ਕਹਿੰਦੇ ਵੀ ਜੇ ਤੁਸਾਂ ਨੇ ਵੀ ਇਸੇ ਥਾਂ ਹੀ ਖੜਿਆ ਰਹਿਣਾ, ਸਾਡਾ ਨਹੀਂ ਬਚਨ ਮੰਨਣਾ, ਨਹੀਂ ਜਾਣਾ। ਸ਼ਬ ਕੋ ਖਾਹੋ ਬਿਲਮ ਕਰ ਹਾਨਾ। ਫਿਰ ਦੇਰੀ ਤੁਸੀਂ ਨਾ ਛੱਡੋ, ਛੇਤੀ ਦੇ ਕੇ ਇਹ ਮੁਰਦਾ ਖਾਓ ਛਕੋ। ਨਾਹੇ ਤਾਂ ਜਾਹੋ ਸਦਨ ਕੋ ਧਾਈ। ਨਹੀਂ ਤਾਂ ਭਾਈ ਇੱਥੇ ਨਾ ਖੜੋ, ਆਪੋ ਆਪਣੇ ਘਰਾਂ ਨੂੰ ਦੌੜ ਕੇ ਚਲੇ ਜਾਓ ਇੱਥੋਂ। ਦੋ ਮੈਂ ਕਰਹੋ ਜੇ ਇੱਕ ਮਨ ਭਾਈ। ਦੋਵਾਂ ਵਿੱਚੋਂ ਇੱਕ ਕਰ ਲੋ ਜੋ ਮਨ ਨੂੰ ਪਾਉਂਦੀ ਹੈ। ਜਾਂ ਤੇ ਘਰੇ ਚਲੇ ਜਾਓ ਤੇ ਜਾਂ ਸਾਡੀ ਆਗਿਆ ਮੰਨ ਕੇ ਮੁਰਦਾ ਖਾਣਾ ਸ਼ੁਰੂ ਕਰ ਦਿਓ। ਡਰ ਹਿਰਦੇ ਕੰਪਤ ਤਨ ਸਾਰੇ। ਉਸ ਵੇਲੇ ਸਾਰੇ ਹਿਰਦੇ ਵਿੱਚ ਡਰਦੇ ਐ ਤੇ ਸਰੀਰ ਕਰਕੇ ਕੰਬ ਰਹੇ ਆ ਵੀ ਕੀ ਕਰੀਏ, ਗੁਰੂ ਦਾ ਬਚਨ ਵੀ ਨਹੀਂ ਮੋੜਿਆ ਜਾਂਦਾ, ਖਾਦਾ ਵੀ ਨਹੀਂ ਜਾਂਦਾ। ਹਾਥ ਬੰਦ ਕਾ ਬਚਨ ਉਚਾਰੇ। ਦੋਵੇਂ ਹੱਥ ਜੋੜ ਕੇ ਇਹਨਾਂ ਨੇ ਫਿਰ ਬਚਨ ਕਹੇ ਸਿੱਖਾਂ ਨੇ। ਹਮ ਹੈ ਸਿੱਖ ਨਾ ਗਮਨ ਧਾਮ। ਕਹਿੰਦੇ ਗੁਰੂ ਸਾਹਿਬ ਜੀ ਅਸੀਂ ਤੇ ਸਿੱਖ ਹਾਂ, ਅਸੀਂ ਨਹੀਂ ਆਪਣੇ ਘਰਾਂ ਨੂੰ ਜਾਣਾ ਹੈ। ਮਾਰਿਓ ਕੁਤਕਾ ਸੁਨ ਸਿੱਖ ਨਾਮ। ਜਦੋਂ ਕਿਹਾ ਨਾ ਗੁਰੂ ਜੀ ਸਿੱਖ ਹੈ ਤੁਹਾਡੇ, ਅਸੀਂ ਘਰ ਨਹੀਂ ਜਾਣਾ, ਕਹਿੰਦੇ ਸੁਣਦੇ ਮਾਰਨੇ ਵੀ ਤੁਸੀਂ ਸਿੱਖੋ ਭਲਾ। ਉਸੇ ਵੇਲੇ ਕੁਤਕਾ ਫਿਰ ਜੋ ਦੇ ਕੇ ਮਾਰਿਆ ਦੂਜਿਆਂ ਸਾਰਿਆਂ ਨੂੰ। ਕੁੱਟਣ ਹਮਾਰੇ ਸਿੱਖ ਕਹਾਵ। ਮਾਰ ਕਹਿੰਦੇ ਫਫੇ ਕੁੱਟਣਿਓ, ਤੁਸੀਂ ਸਾਡੇ ਸਿੱਖ ਕਹਾਉਂਦੇ ਹੋ। ਆ ਕਹਿੰਦੇ ਹੋਰ ਹੋ, ਕਰਦੇ ਹੋਰ ਹੋ, ਬਚਨ ਗੁਰੂ ਦਾ ਮੰਨਦੇ ਨਹੀਂ, ਐਵੇਂ ਦੁਫਾੜ ਪਾਉਣ ਵਾਲੇ ਹੋ ਨਾ ਵੀ ਅਸੀਂ ਕਹਿੰਦੇ ਕੁਝ ਆ ਕਰਦੇ ਕੁਝ ਹੈ ਨਹੀਂ ਹੈ। ਸਿੱਖ ਤੁਸੀਂ ਕਹੀ ਜਾਂਦੇ ਹੋ। ਐਵੇਂ ਗੁਰੂ ਸਾਹਿਬ ਜੀ ਕਹਿੰਦੇ ਵੀ ਕਾਹਨੂੰ ਕਹਿੰਦੇ ਹੋਰ ਕਰਦੇ ਹੋਰ ਵੀ ਤੁਸੀਂ ਸਿੱਖੋ ਸਾਡੇ। ਬਚਨ ਕਰਿਓ ਗੁਰ ਸੋ ਨਾ ਕਮਾਵੋ। ਬਚਨ ਗੁਰੂ ਨੇ ਕੀਤਾ ਤੇ ਉਹ ਕਮਾਉਂਦੇ ਕੋਈ ਨਹੀਂ, ਮੁਰਦਾ ਕੋਈ ਛਕਦੇ ਨਹੀਂ, ਉਹ ਵਾਪਸ ਤੁਸੀਂ ਜਾਂਦੇ ਨਹੀਂ ਹੋ ਤੇ ਸਿੱਖ ਆਪਣੇ ਆਪ ਨੂੰ ਕਹੀ ਜਾਂਦੇ ਹੋ। ਦੋਹਰਾ ਪੁਨ ਮਾਰਨ ਕੁਤਕੇ ਲੱਗੇ। ਜਦੋਂ ਫਿਰ ਮਹਾਰਾਜ ਕੁਤਕੇ ਮਾਰਨ ਲੱਗੇ ਜ਼ੋਰ ਜ਼ੋਰ ਦੇ ਨਾਲ, ਜਿਹੜੇ ਜਾਂਦੇ ਨਹੀਂ। ਭਾਗੇ ਸਭ ਕਰ ਤਰਾਸ। ਉਸ ਵੇਲੇ ਸਾਰੇ ਡਰ ਜਾ ਕਰਕੇ ਭੱਜ ਗਏ ਵੀ ਚੱਲੀਏ, ਮਹਾਰਾਜ ਤੇ ਹੁਣ ਗੁੱਸੇ ਵਿੱਚ ਆ ਗਏ। ਰਹਿਓ ਨਾ ਕੋ ਸੰਗ ਤਬ। ਕਦੋਂ ਕਹਿੰਦੇ ਕੋਈ ਮਹਾਰਾਜ ਦੇ ਨੇੜੇ ਨਹੀਂ ਰਿਹਾ, ਖਲੋਤਾ ਹੀ ਨਹੀਂ ਰਿਹਾ, ਭੱਜ ਹੀ ਗਏ। ਇੱਕ ਲਹਿਣਾ ਰਹਿ ਪਾਸ। ਸਿੱਖ ਸਾਰੇ ਦੂਜੇ ਭੱਜ ਗਏ ਆ। ਭਾਈ ਭਗੀਰਥ, ਭਾਈ ਲਹਿਣਾ ਤੇ ਭਾਈ ਜਿੱਤਾ, ਭਾਈ ਸਧਾਰਨ, ਇਹ ਝਾੜਾਂ ਪਿੱਛੇ ਜਾ ਕੇ ਲੁਕ ਗਏ ਆ। ਇੱਕ ਭਾਈ ਲਹਿਣੇ ਪਾਸ ਰਹਿ ਗਿਆ ਹੈ। ਚੌਪਈ ਇਸ ਹਬ ਲੋਕਤ ਬਚਨ ਉਚਾਰਾ। ਭਾਈ ਲਹਿਣਾ ਜੀ ਨੂੰ ਦੇਖ ਕੇ ਸਤਿਗੁਰੂ ਜੀ ਨੇ ਬਚਨ ਉਚਾਰਿਆ, ਕਿਹਾ ਕਿਉਂ ਠੰਡ ਤੂੰ ਨਹੀਂ ਸਿਧਾਰਾ। ਏ ਪੁਰਖਾ ਤੂੰ ਕਿਉਂ ਇੱਥੇ ਖੜਾ ਹੈ, ਤੂੰ ਕਿਉਂ ਨਹੀਂ ਜਾਂਦਾ ਭਲਾ ਵੀ। ਜੇ ਸਿੱਖ ਬਚਨ ਮੰਨ ਹਮਰ। ਜੇ ਤੂੰ ਕਹਿੰਦਾ ਵੀ ਮੈਂ ਮਹਾਰਾਜ ਤੁਹਾਡੀ ਸਿੱਖੀ ਧਾਰਨ ਕੀਤੀ, ਸਿੱਖ ਹਾਂ ਤੇ ਸਿੱਖ ਦਾ ਬਚਨ ਕਰਮ ਹੈ, ਧਰਮ ਹੈ, ਗੁਰੂ ਦਾ ਬਚਨ ਮੰਨਣਾ। ਜੇ ਤੂੰ ਸਿੱਖ ਹੈ ਤਾਂ ਫਿਰ ਵੀ ਸਾਡਾ ਬਚਨ ਮੰਨ ਪਹਿਲਾਂ। ਸਭ ਕੋ ਖਾਹੋ ਬਿਲੰਬ ਨਹੀਂ ਕਰ। ਆ ਮੁਰਦੇ ਨੂੰ ਤਗੜਿਆਂ ਹੋ ਕੇ ਖਾ, ਸਾਰੇ ਦਾ ਸਾਰਾ ਦੇਰੀ ਕੋਈ ਨਾ ਕਰ। ਸੁਨ ਕਾ ਲਹਣੇ ਦੁਆ ਕਰ ਜੋਰੇ। ਸੁਣ ਕਰਕੇ ਸਤਿਗੁਰ ਜੀ ਤੋਂ ਬਚਨ ਭਾਈ ਲਹਿਣਾ ਜੀ ਨੇ ਦੋਵੇਂ ਹਾਥੀ ਜੋੜੇ। ਨਹਿਰ ਜਾਏ ਮੋਰੋਂ ਪ੍ਰਣ ਮੋਰੇ। ਮਹਾਰਾਜ ਜੀ ਸਾਡਾ ਮੇਰਾ ਤੇ ਪ੍ਰਾਣੀ ਹੈ, ਜਦੋਂ ਤੋਂ ਤੁਹਾਡੀ ਸ਼ਰਨ ਵਿੱਚ ਆਇਆ ਵੀ ਤੁਹਾਡੀ ਜਿਹੜੀ ਆਗਿਆ ਗੁਰੂ ਜੀ ਮੈਂ ਕਦੀ ਨਹੀਂ ਮੋੜਾਂਗਾ, ਨਾ ਮੋੜ ਹੀ ਸਕਦਾ ਹਾਂ। ਰਾਵਰ ਕੋ ਪਰਵਾਹੋ ਨਾ ਕੋਈ। ਗੁਰੂ ਮਹਾਰਾਜ ਠੀਕ ਹੈ ਵੀ ਆਪ ਜੀ ਦੇ ਬੇਪਰਵਾਹ, ਤੁਹਾਨੂੰ ਸਾਡੇ ਵਰਗਿਆਂ ਦੀ ਕੋਈ ਪਰਵਾਹ ਨਹੀਂ। ਸਾਡੇ ਵਰਗੇ ਕਈ ਸਿੱਖ ਹੈ ਤੁਹਾਡੇ ਕੋਲ। ਹਮ ਹੈ ਸਿੱਖ ਸਰਨਾਗਤ ਹੋਈ। ਪਰ ਮਹਾਰਾਜ ਅਸੀਂ ਤੇ ਤੁਹਾਡੇ ਸਿੱਖ ਬਣ ਗਏ ਆ ਨਾ, ਅਸੀਂ ਤੁਹਾਡੀ ਸ਼ਰਨ ਆਏ ਹੋਏ ਆ, ਸ਼ਰਨ ਤੁਹਾਡੀ ਗ੍ਰਹਿਣ ਕੀਤੀ ਹੋਈ ਹੈ ਜੀ। ਚਾਹ ਤਾ ਰਾਖੋ ਭਾਵੇਂ ਮਾਰੀ। ਹੁਣ ਅਸਾਂ ਨੇ ਵੀ ਨਿਰਣਾ ਕੀਤਾ ਹੈ, ਤੁਹਾਡੀ ਸ਼ਰਨ ਆਏ ਆ, ਸਿੱਖ ਬਣੇ ਆ, ਗੁਰੂ ਜੀ ਰੱਖ ਲਓ
ਭਾਵੇਂ ਜੇ ਤੁਹਾਨੂੰ ਪਾਉਂਦਾ ਤੇ ਭਾਵੇਂ ਮਾਰ ਦਿਓ, ਜਿਵੇਂ ਚਾਹੁੰਦੇ ਉਵੇਂ ਕਰ ਲਓ। ਹੋ ਨਹਿ ਤਜਹਾ ਸਰਨ ਤੁਮਾਰੀ। ਮੇਰਾ ਤੇ ਗੁਰੂ ਮਹਾਰਾਜ ਪੱਕਾ ਭਰੋਸਾ ਪ੍ਰਣ ਹੈ, ਮੈਂ ਮਹਾਰਾਜ ਤੁਹਾਡੀ ਸ਼ਰਨ ਨਹੀਂ ਛੱਡਾਂਗਾ, ਤੁਹਾਡਾ ਸਾਥ ਨਹੀਂ ਕਦੀ ਛੱਡਾਂਗਾ। ਸ੍ਰੀ ਗੁਰ ਕਹਾ ਜੇ ਸੰਗ ਨਾ ਤਿਆਗੋ। ਗੁਰੂ ਸਾਹਿਬ ਜੀ ਕਹਿਣ ਲੱਗੇ, ਪੁਰਖਾ ਠੀਕ ਹੈ, ਕਹਿਣ ਨਾਲ ਤੇ ਕਰਨ ਨਾਲ ਬੜਾ ਫਰਕ ਹੁੰਦਾ ਹੈ। ਜੇ ਤੂੰ ਵੀ ਸਾਡਾ ਸਾਥ ਨਹੀਂ ਨਾ ਛੱਡਦਾ, ਵੀ ਨਹੀਂ ਛੱਡੇਗਾ, ਮ੍ਰਿਤਕ ਪਰੇ ਕੋ ਖਾਵਨ ਲਾਗੋ। ਫਿਰ ਆ ਸਾਹਮਣੇ ਮੁਰਦਾ ਪਿਆ ਹੋਇਆ ਤੇ ਇਹਨੂੰ ਤੁਸੀਂ ਖਾਣ ਲੱਗ ਜਾਓ, ਇਹਨੂੰ ਛਕਣਾ ਸ਼ੁਰੂ ਕਰ ਦਿਓ। ਲਹਿਣਾ ਸੁਨਤ ਫਿਰਿਓ ਚਹੁ ਫੇਰੇ। ਸਤਿਗੁਰ ਜੀ ਤੋਂ ਸੁਣਦਿਆਂ ਭਾਈ ਲਹਿਣਾ ਜੀ ਮੁਰਦੇ ਦੇ ਚਾਰ ਚਫੇਰੇ ਗੇੜਾ ਜਾ ਕੱਢਿਆ ਫਿਰੇ। ਗੁਰੂ ਕਹਿਓ ਕਿਉ ਲਾਈ ਡੇਰੇ। ਗੁਰੂ ਸਾਹਿਬ ਕਹਿਣ ਲੱਗੇ, ਪੁਰਖਾ ਤੈਨੂੰ ਗੇੜੇ ਕੱਢਣ ਵਾਸਤੇ ਨਹੀਂ ਕਿਹਾ ਹੈ, ਕਾਹਨੂੰ ਦੇਰ ਲਾਈ ਹੋਈ ਵੀ ਤੂੰ ਟਾਈਮ ਕਾਹਨੂੰ ਲਾ ਰਿਹਾ ਹੈ। ਜਿਤ ਦਿਸ ਹੁਕਮ ਕਰੋ ਤਿਹ ਖਾਵਾਂ। ਉਸ ਵੇਲੇ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜਿਸ ਤਰਫ ਤੁਹਾਡਾ ਹੁਕਮ ਹੋਵੇ ਉਸੇ ਤਰਫ ਮੈਂ ਛਕਣਾ ਕਰਾਂ। ਇਸ ਰਜਾਏ ਹਿਤ ਬਿਲਮ ਲਗਾਵਾਂ। ਆਪ ਜੀ ਦੀ ਇਸ ਆਗਿਆ ਵਾਸਤੇ ਗੁਰੂ ਸਾਹਿਬ ਜੀ ਮੈਂ ਦੇਰੀ ਲਾ ਰਿਹਾ ਵੀ ਜਿਸ ਤਰਫ ਤੁਹਾਡੀ ਆਗਿਆ ਹੋਵੇ ਨਾ ਵੀ ਇੱਧਰੋਂ ਛਕਣਾ ਹੈ, ਉੱਧਰੋਂ ਮਹਾਰਾਜ ਮੈਂ ਛਕਣਾ ਕਰਾਂ, ਮੈਂ ਤਾਂ ਦੇਰੀ ਲਾ ਰਿਹਾ ਵਾਂ। ਗੁਰੂ ਕਹਿਓ ਪਗ ਤੇ ਲਗ ਖਾਨੇ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਮੁਰਦੇ ਦੇ ਪੈਰਾਂ ਵੱਲ ਤੁਸੀਂ ਖੜੇ ਹੋ, ਇੱਧਰੋਂ ਹੀ ਖਾਣ ਲੱਗ ਜਾਓ, ਸ਼ੁਰੂ ਕਰ ਦਿਓ। ਸਿਰ ਲੋ ਖਾਓ ਬਚਨ ਕੋ ਮਾਨੇ। ਸਾਡੇ ਬਚਨ ਨੂੰ ਮੰਨ ਕੇ ਪੈਰਾਂ ਤੋਂ ਲੈ ਕੇ ਤੇ ਸਿਰ ਤੱਕ ਮੁਰਦਾ ਪੂਰੇ ਦਾ ਪੂਰਾ ਕੱਚਾ ਹੀ ਖਾ ਜਾਓ, ਮਾਸਾ ਧਾਰੀ ਬਣ ਕੇ। ਇਹ ਛਿਨ ਲਹਣੇ ਤੂਰਨ ਕੀਨੀ। ਉਸੇ ਸਮੇਂ ਭਾਈ ਲਹਿਣਾ ਜੀ ਨੇ ਕਹਿੰਦੇ ਬੜੀ ਛੇਤੀ ਕਾਹਲੀ ਕੀਤੀ ਹੈ। ਆਇਸ ਅਨਸਾਰੀ ਮਤ ਭੀਨੀ। ਜਿਸ ਭਾਈ ਲਹਿਣਾ ਜੀ ਦੀ ਗੁਰੂ ਕੇ ਸਿੱਖ ਮਹਾਨ ਪਰਮ ਪਾਵਨ ਭਾਈ ਲਹਿਣਾ ਜੀ ਦੀ ਜਿਹੜੀ ਮੱਤ ਗੁਰੂ ਜੀ ਦੀ ਆਗਿਆ ਵਿੱਚ ਹੀ ਲੀਨ ਹੈ, ਭਿੱਜੀ ਹੋਈ ਕਦੀ ਮੋੜ ਹੀ ਨਹੀਂ ਸਕਦੇ। ਜੋ ਸੇਤ ਸੋ ਬਸਤਰ ਉਤਾਰਾ ਜਬਹੀ। ਜਦੋਂ ਇਹ ਦੁੱਧ ਵਰਗਾ ਚਿੱਟਾ ਕੱਪੜਾ ਮੁਰਦੇ ਦੇ ਸਰੀਰ ਤੋਂ ਠਾਹ ਲਾਇਆ, ਉਤਾਰਿਆ, ਚੁੱਕਿਆ। ਦੇਖਿਓ ਸਰਬਤ ਹਾਵਲ ਤਬਹੀ। ਇਹ ਦੇਖਿਆ ਗੁਰੂ ਕੀ ਕਲਾ ਵਰਤ ਗਈ, ਮੁਰਦਾ ਤੇ ਉੱਥੇ ਕੋਈ ਹੈ ਨਹੀਂ। 3 ਮੇਲ ਦਾ ਕੜਾ ਪ੍ਰਸ਼ਾਦ ਦਾ ਦੇਗ ਗਰਮ ਗਰਮ ਤਿਆਰ ਹੋਇਆ ਪਿਆ, ਬਣਿਆ ਹੋਇਆ ਹੈ। ਤਿਹ ਤੇ ਨਰ ਸਮਲੋਥ ਬਨਾਈ। ਤੇ ਗੁਰੂ ਜੀ ਨੇ ਕਲਾ ਐਸੀ ਵਰਤਾਈ ਹੋਈ ਹੈ ਵੀ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਹੈ, ਜਿਵੇਂ ਕੋਈ ਪੁਰਸ਼ ਦੀ ਲੋਥ ਪਈ ਹੁੰਦੀ ਮੁਰਦੇ ਦੀ, ਇਵੇਂ ਉਹ ਬਣਾਈ ਹੋਈ ਸੀ। ਸਾਰਾ ਇਵੇਂ ਲੱਗਦਾ ਸੀ ਬਾਹਰੋਂ ਬਾਹਰੋਂ। ਲੱਖ ਅਸਚਰਜ ਰਹਿਓ ਬਿਸਮਾਈ। ਭਾਈ ਲਹਿਣਾ ਜੀ ਇਹ ਜਾਣ ਕੇ ਵੀ ਗੁਰੂ ਸਾਹਿਬ ਜੀ ਨੇ ਵੇਖ ਲਓ ਮਹਿਮਾ, ਦੇਖਣ 'ਚ ਮੁਰਦਾ ਲੱਗ ਰਿਹਾ, ਕੜਾਹ ਪ੍ਰਸ਼ਾਦ ਦੀ ਥੱਲੇ ਦੇਗ ਹੈ ਗਰਮ ਗਰਮ, ਵੀ ਇੰਨੀ ਛੇਤੀ ਕਿੱਥੋਂ ਬਣ ਜਾਣੀ ਹੈ। ਤੇ ਗੁਰੂ ਦੀ ਕਲਾ ਹੀ ਹੈ ਨਾ। ਅਚਰਜ ਜਾਣ ਕੇ ਬੜੀ ਹੈਰਾਨੀ ਵਿੱਚ ਹੀ ਹੋ ਰਹੇ। ਪ੍ਰਭ ਕੇ ਪਦ ਪੰਕਜ ਪਰ ਪਰਿਓ। ਜਦੋਂ ਇਹ ਕੌਤਕ ਵੇਖਿਆ ਹੈ, ਕੜਾਹ ਪ੍ਰਸ਼ਾਦ ਦੀ ਦੇਗ ਵੀ ਕਹਿੰਦੇ ਉੱਥੇ ਕੋਈ ਨਹੀਂ ਹੈ, ਗੁਪਤੀ ਹੋ ਗਈ ਹੈ ਉਸ ਵੇਲੇ। ਬਾਬਾ ਬੁੱਢਾ ਸਾਹਿਬ ਜੀ ਹੁਣਾਂ ਵੀ ਇੱਦਾਂ ਦੇਖ ਲਿਆ, ਭਾਈ ਲਹਿਣਾ, ਭਾਈ ਸੁਧਾਰਨ, ਭਾਈ ਭਗੀਰਥ, ਭਾਈ ਜਿੱਤਾ, ਉਹਨਾਂ ਸਭ ਨੇ ਦੇਖ ਲਿਆ ਵੀ ਵੇਖ ਲਓ ਗੁਰੂ ਦੀ ਮਹਿਮਾ, ਇਹ ਮੁਰਦਾ ਕਹਿ ਰਹੇ ਤੇ ਹੈ ਉਹ ਕੜਾਹ ਪ੍ਰਸ਼ਾਦ ਦੀ ਦੇਗ ਹੈ। ਇਸ ਤਰ੍ਹਾਂ ਵੇਖ ਕੇ ਸਾਰੇ ਅਚਰਜ ਜਦੋਂ ਹੋ ਗਏ ਹੈ, ਉਸੇ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਉੱਥੇ ਕੋਈ ਨਹੀਂ ਹੈ, ਕਿਉਂਕਿ ਉੱਥੇ ਕਿਹਨੇ ਤਿਆਰ ਕੀਤੀ ਹੈ, ਤੇ ਗੁਰੂ ਦੀ ਮਾਇਆ ਹੀ ਸੀ। ਨਾ ਉੱਥੇ ਮੁਰਦਾ ਹੈ, ਨਾ ਕੋਈ ਉੱਥੇ ਦੇਗ ਹੈ, ਕੁਝ ਵੀ ਨਹੀਂ ਹੈਗਾ। ਤੇ ਇਹ ਕੌਤਕ ਵੇਖ ਕੇ ਗੁਰੂ ਦੀ ਮਹਿਮਾ ਜਾਣ ਕੇ ਭਾਈ ਲਹਿਣਾ ਜੀ ਸਤਿਗੁਰ ਜੀ ਦੇ ਚਰਨ ਕਮਲਾਂ ਦੇ ਢਹਿ ਪਏ, ਡਿੱਗ ਪਏ। ਹਾਥ ਬੰਦ ਕਾ ਬਚਨ ਉਚਰਿਓ। ਦੋਵੇਂ ਹੱਥ ਜੋੜ ਕੇ ਬਚਨ ਉਚਾਰਿਆ। ਤਾਰ ਬ੍ਰਹਮ ਕਰਤਾਰ ਅਪਾਰੀ। ਗੁਰੂ ਨਾਨਕ ਸਾਹਿਬ ਜੀ ਜੋ ਪ੍ਰਕਿਰਤੀ ਤੋਂ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਹੈ, ਜਿਹਦੇ ਹੱਥ ਵਿੱਚ ਜੀਵਾਂ ਦੀ ਰੋਜੀ ਦੀ ਕਰਤਾਰ ਹੈ, ਜਿਹਦੇ ਹੱਥ ਵਿੱਚ ਜੀਵਾਂ ਦੀ ਸਵਾਸਾਂ ਰੂਪੀ ਤਾਰ ਹੈ, ਕਰਤਾਰ, ਜੋ ਬੇਅੰਤ ਬੇਅੰਤੀ ਹੈ। ਏਕ ਓੰਕਾਰ ਸਰਬ ਜਗਕਾਰੀ। ਜੋ ਇੱਕ ਓੰਕਾਰ ਅਦਵੈਤ ਸਰੂਪ ਸਰਬ ਦਾ ਰੱਖਿਅਕ
ਤੇ ਸੰਸਾਰ ਦਾ ਕਰਤਾ ਹਰਤਾ ਹੈ। ਕਲ ਕੇ ਨਰ ਨ ਉਧਾਰਨ ਕਾਰਨ, ਐਸੇ ਪਰਮੇਸ਼ਰ ਨੇ ਕਲਯੁਗ ਦੇ ਜੀਵਾਂ ਸਾਡੇ ਵਰਗਿਆਂ ਦਾ ਉਧਾਰ ਕਰਨ ਵਾਸਤੇ ਧਰਿਓ ਦੇਹ ਕੀਰਤ ਵਿਸਤਾਰਨ, ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਧਾਰਿਆ ਹੋਇਆ ਹੈ ਮਹਿਮਾ ਫੈਲਾਉਣ ਵਾਸਤੇ। ਤੁਮਰੀ ਕੁਦਰਤ ਤੁਮ ਬਨ ਆਈ, ਗੁਰੂ ਨਾਨਕ ਸਾਹਿਬ ਜੀ ਤੁਹਾਡੇ ਚਰਨਾਂ 'ਤੇ ਡਿੱਗੇ ਹੋਏ ਤੇ ਕਹਿੰਦੇ ਮਹਾਰਾਜ ਜੀ ਤੁਸੀਂ ਨੇ ਪਰਮੇਸ਼ਰ ਹੋ, ਤੁਹਾਡੀ ਕੁਦਰਤ ਮਾਇਆ ਤੁਹਾਨੂੰ ਹੀ ਬਣ ਆਈ ਹੈ। ਤੁਹਾਡੀ ਕੁਦਰਤ ਕਹੀਏ ਤੁਹਾਡੇ ਕੌਤਕ ਤੁਹਾਨੂੰ ਹੀ ਬਣ ਆਉਂਦੇ ਹੈ। ਨਹ ਔਰਨ ਤੇ ਜਾਣੀ ਜਾਈ, ਹੋਰਾਂ ਤੋਂ ਤੇ ਮਹਾਰਾਜ ਤੁਹਾਡੀ ਮਾਇਆ ਜਾਣੀ ਨਹੀਂ ਜਾਂਦੀ, ਕੁਦਰਤ ਸਮਝੀ ਨਹੀਂ ਜਾ ਸਕਦੀ। ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਗੁਰੂ ਸਾਹਿਬ ਆਪਣੇ ਕੌਤਕ ਤੁਸੀਂ ਆਪੇ ਬਣਾ ਲੈਂਦੇ ਹੋ, ਆਪਣੀ ਕੀਮਤ ਤੁਸੀਂ ਆਪੇ ਜਾਣਦੇ ਪਾਉਂਦੇ ਹੋ। ਸੁਨ ਕੇ ਪਰਮ ਪ੍ਰਸੀਦੇ ਦਿਆਲਾ, ਇਹ ਬਚਨ ਨਿਮਰਤਾ ਦੇ ਸੁਣ ਕੇ ਦਿਆਲੂ ਕਿਰਪਾਲੂ ਮਹਾਰਾਜ ਬਹੁਤ ਪ੍ਰਸੰਨ ਹੋਏ। ਦੇਖੀ ਕਰੁਣਾ ਦ੍ਰਿਸ਼ਟ ਵਿਸਾਲਾ, ਉਸ ਵੇਲੇ ਮੇਰ ਦੀ ਬਹੁਤੀ ਦ੍ਰਿਸ਼ਟੀ ਨਾਲ ਹੀ ਭਾਈ ਲਹਿਣਾ ਜੀ ਬੰਨੀ ਦੇਖਿਆ ਹੈ। ਕਹਿਓ ਜੋ ਮੇਰੋ ਇਹ ਸਰੂਪਾ, ਉਸ ਉਸ ਵੇਲੇ ਕਿਆ ਉਠਾ ਕੇ ਗਲ ਨਾਲ ਲਾ ਲਿਆ, ਕਿਆ ਭਾਈ ਲਹਿਣਾ ਨੂੰ ਦੇਖ ਭਾਈ ਲਹਿਣਾ ਪੁਰਖਾ ਅੱਜ ਤੋਂ ਤੂੰ ਮੇਰਾ ਸਰੂਪ ਹੋ ਗਿਆ ਹੈ, ਭਾਵ ਅੱਜ ਤੋਂ ਤੂੰ ਹੀ ਗੁਰੂ ਨਾਨਕ ਸਾਹਿਬ ਹੈ। ਸੋ ਤਮ ਹੋਇ ਹੈ ਪਰਮ ਅਨੂਪਾ, ਜੋ ਸਾਡਾ ਸਰੂਪ ਹੈ ਨਾ ਸਤ ਚੇਤਨ ਆਨੰਦ, ਉਹ ਭਾਈ ਪੁਰਖਾ ਲੈਣਾ ਅੱਜ ਤੇਰਾ ਸਰੂਪ ਹੋ ਗਿਆ। ਭਾਵ ਤੂੰ ਸਤ ਚੇਤਨ ਆਨੰਦ ਜੋ ਸਾਡੀ ਜੋਤ ਹੈ ਉਹ ਤੇਰੇ ਵਿੱਚ ਪ੍ਰਵੇਸ਼ ਹੋ ਗਈ ਹੈ। ਪਰਮ ਅਨੂਪਮ ਜੋ ਮਹਾਨ ਉਪਮਾ ਤੋਂ ਰਹਿਤ ਹੈ, ਉਹ ਅਸੀਂ ਤੂੰ ਸਾਡਾ ਰੂਪ ਹੋ ਗਿਆ, ਅਸੀਂ ਤੇਰਾ ਰੂਪ ਹੋ ਗਏ। ਤੇਰੋ ਰੂਪ ਹੋਏ ਗੋ ਮੋਹੀ, ਸਾਡਾ ਸਰੂਪ ਸਾਡਾ ਹੋ ਗਿਆ ਹੈ। ਐਸੀ ਅਬ ਅਭੇਦਤਾ ਹੋਈ, ਐਸੀ ਜਿਹੜੀ ਹੁਣ ਏਕਤਾ ਦੀ ਅਭੇਦਤਾ ਹੋ ਗਈ ਹੈ। ਭਾਵ ਜੋ ਤੁਸੀਂ ਹੋ ਉਹ ਅਸੀਂ ਹਾਂ, ਜੋ ਅਸੀਂ ਹਾਂ ਤੁਸੀਂ ਹੋ। ਸਾਡੀ ਜੋਤ ਤੁਹਾਡੇ ਵਿੱਚ ਹੈ, ਤੁਹਾਡੀ ਜੋਤ ਸਾਡੇ ਵਿੱਚ ਹੈ। ਭਾਵ ਕਿ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕੋਈ ਅੰਤਰ ਨਹੀਂ ਰਹਿ ਗਿਆ। ਹੁਣ ਤੇ ਇੱਕ ਰੂਪ ਆਪਾਂ ਹੋ ਗਏ ਆ। ਬਖਸ਼ਿਓ ਸਭ ਜਗ ਤਵ ਪਛਾਤੀ, ਭਾਈ ਪੁਰਖਾ ਵੇ ਤੇਰੇ ਪਿੱਛੇ ਅਸਾਂ ਨੇ ਸਾਰਾ ਸੰਸਾਰ ਹੀ ਬਖਸ਼ ਦਿੱਤਾ ਹੈ। ਤੇਰੇ ਭਾਵ ਸਾਰਾ ਸੰਸਾਰ ਜਿਹੜਾ ਹੈ ਉਹ ਅਸਾਂ ਨੇ ਤੈਨੂੰ ਹੀ ਬਖਸ਼ ਦਿੱਤਾ ਹੈ। ਹੁਣ ਤੂੰ ਹੀ ਸਾਡੇ ਗੁਰੂ ਬਣੋਗੇ ਤੇ ਜਿਹੜਾ ਹੈ ਤੁਹਾਨੂੰ ਬਖਸ਼ ਦਿੱਤਾ ਸਾਰਾ ਸੰਸਾਰ। ਕਿਵੇਂ? ਤੁਹਾਡੇ ਪਿੱਛੇ ਵੀ ਤੁਸਾਂ ਨੇ ਸਿੱਖੀ ਰੱਖ ਵਿਖਾਈ ਹੈ। ਅੱਜ ਤੁਸਾਂ ਨੇ ਉਹ ਜੋ ਸਿੱਖੀ ਦੀ ਪਰਖ ਹੈ ਉਹਨੂੰ ਪੂਰਾ ਕੀਤਾ ਹੈ। ਸੰਸਾਰ ਵਿੱਚ ਸਾਰਿਆਂ ਦੀ ਰੱਖ ਬਣਾਈ ਹੈ, ਤੁਹਾਡੇ ਕਰਕੇ ਸੰਸਾਰ ਸਾਰਾ ਬਖਸ਼ਿਆ ਗਿਆ ਹੈ। ਭਲੀ ਭਾਂਤ ਹੋਇਆ ਹੈ ਬਖਿਆਤੀ, ਚੰਗੀ ਤਰ੍ਹਾਂ ਜਿਹੜਾ ਹੈ ਨਾ ਤੁਹਾਡਾ ਤੁਸੀਂ ਹੁਣ ਪ੍ਰਗਟ ਹੋਗੇ। ਚੰਗੀ ਤਰ੍ਹਾਂ ਤੁਹਾਡੀ ਜੋ ਸਿੱਖੀ ਵਿੱਚ ਪਰਖ ਪੂਰੀ ਹੋਈ ਹੈ ਪ੍ਰਗਟ ਹੋਏਗੀ। ਸਭ ਥਾਂ 'ਤੇ ਤੁਹਾਡੀ ਸਿੱਖੀ ਪ੍ਰਗਟ ਹੋਏਗੀ। ਤੁਸੀਂ ਸਾਡਾ ਰੂਪ ਹੋਗੇ। ਸਿੱਖੀ ਸਭ ਥਾਂ ਹੋਏਗੀ। ਹਰ ਥਾਂ ਥਾਂ 'ਤੇ ਗੁਰੂ ਕੇ ਸਿੱਖ ਹੋਣਗੇ। ਸਭ ਸਿੱਖਨ ਕੀ ਰਾਖੀ ਟੇਕਾ, ਕਿਉਂਕਿ ਪੁਰਖਾ ਤੁਸਾਂ ਨੇ ਸਾਰੇ ਸਿੱਖਾਂ ਦੀ ਟੇਕ ਰੱਖ ਲਈ, ਆਸਰਾ ਰੱਖ ਲਿਆ ਹੈ। ਹਿਰਦੇ ਪੂਰਨ ਹੋਏ ਵਿਵੇਕਾ, ਹੁਣ ਤੁਹਾਡੇ ਹਿਰਦੇ ਵਿੱਚ ਜੀਵ ਇਸ਼ਟੀ ਏਕਤਾ ਦਾ ਵਿਵੇਕ ਬ੍ਰਹਮ ਗਿਆਨ ਹੋ ਜਾਏਗਾ। ਭਾ ਜਗ ਗੁਰ ਲੈ ਹੈ ਗੁਰਿਆਈ, ਸਾਡੇ ਪਾਸੋਂ ਜੋ ਜਗਤ ਦੀ ਗੁਰਿਆਈ ਹੈ ਗੁਰਤਾ, ਉਹ ਲੈ ਕੇ ਤੁਸੀਂ ਜਗਤ ਦੇ ਗੁਰੂ ਹੋਗੇ ਮਹਾਨ। ਸਿੱਖ ਹੋਏ ਤੁਮਰੇ ਅਧਿਕਾਈ, ਭਾਈ ਲੈਣਾ ਪੁਰਖਾ ਸਿੱਖ ਤੇਰੇ ਸੰਸਾਰ ਵਿੱਚ ਬਹੁਤ ਹੋਣਗੇ। ਭਾਵ ਲੰਬ ਭਲੇ ਜਗ ਤਾਰਨਾ, ਸੰਸਾਰ ਨੂੰ ਤਾਰਨ ਵਾਸਤੇ ਤੁਸੀਂ ਬੜਾ ਤਗੜਾ ਵੱਡਾ ਹੀ ਆਸਰਾ ਹੋਗੇ। ਸਭ ਸਿੱਖਨ ਜਮ ਜਾਲ ਨਿਵਾਰਨਾ, ਸਾਰੇ ਸਿੱਖਾਂ ਦੇ ਜਿਹੜੇ ਜਮ ਦੇ ਜਾਲ ਫਾਈਆਂ ਉਹਨਾਂ ਨੂੰ ਦੂਰ ਕਰੋਗੇ। ਤੁਝ ਸਮਾਨ ਭਵ ਅਪਰ ਨਾ ਲਖਿਓ, ਤੁਹਾਡੇ ਸਮਾਨ ਕੋਈ ਹੋਰ ਨਹੀਂ ਜਾਣਿਆ ਜਾਏਗਾ। ਨੀਕੇ ਸਿੱਖੀ ਬਿਰਜ ਰੱਖਿਓ, ਬੀਰਜ ਰੱਖਿਓ, ਕਿਉਂਕਿ ਆਪ ਜੀ ਨੇ ਚੰਗੀ ਤਰ੍ਹਾਂ ਸਿੱਖੀ ਦਾ ਬੀਜ ਜਿਹੜਾ ਸੋਹਣੇ ਢੰਗ ਨਾਲ ਹੀ ਰੱਖ ਲਿਆ, ਸਿੱਖੀ ਦੀ ਪਰਖ ਪੂਰੀ ਕਰਕੇ। ਇਸ ਪ੍ਰਕਾਰ ਕਹਿ ਸੁਖ ਦਾ ਬਾਣੀ, ਇਸ ਤਰ੍ਹਾਂ ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗਾਂ ਨਾਲ ਲਾ ਕੇ ਤੇ ਕਹਿ ਦਿੱਤਾ,
ਅੱਜ ਤੋਂ ਤੁਸੀਂ ਸਾਡੇ ਅੰਗਾਂ ਨਾਲ ਪਰਸ ਗਏ ਹੋ। ਇਸ ਕਰਕੇ ਅਸਾਂ ਨੇ ਤੁਹਾਨੂੰ ਆਪਣਾ ਅੰਗ ਦਾ ਦੱਦੇ ਦਾ ਅਰਥ ਵੀ ਦੇ, ਅਸਾਂ ਨੇ ਤੁਹਾਨੂੰ ਅੰਗ ਆਪਣਾ ਦੇ ਦਿੱਤਾ ਹੈ, ਪੱਖ ਦੇ ਦਿੱਤਾ ਹੈ, ਆਪਣੇ ਅੰਗਾਂ ਨਾਲ ਛੁਹਾ ਲੈਣਾ ਕੀਤਾ ਹੈ। ਹੁਣ ਤੋਂ ਤੁਸੀਂ ਅੰਗਦ ਰੂਪ ਹੋ ਗਏ ਹੋ। ਸਾਡੇ ਅੰਗਾਂ ਨਾਲ ਛੂਹਣੇ ਕਰਕੇ ਇਵੇਂ ਬੜਾ ਪ੍ਰੇਮ ਕੀਤਾ ਹੈ ਅਤੇ ਪ੍ਰੇਮ ਕਰਕੇ ਸਤਿਗੁਰੂ ਜੀ ਸਭ ਤਰ੍ਹਾਂ ਕਲਾ ਵਰਤਾ ਕੇ ਸੁੱਖਾਂ ਵਾਲੀ ਬਾਣੀ ਕਹਿ ਕੇ ਗਮਨ ਕੀਨ ਪੁਰ ਕੋ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਚੱਲਣਾ ਕੀਤਾ, ਨਾਲ ਭਾਈ ਲਹਿਣਾ ਜੀ ਨੂੰ ਵੀ ਲੈ ਲਿਆ ਹੈ। ਧਰਮਸਾਲ ਮਹਿ ਆਏ ਬਿਰਾਜੇ। ਜਿੱਥੇ ਕਥਾ ਕੀਰਤਨ ਹੁੰਦਾ ਹੈ, ਜਿੱਥੇ ਲੰਗਰ ਸਜਦੇ ਆ, ਗੁਰੂ ਦੀਆਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ, ਧਰਮਸ਼ਾਲਾ ਵਿੱਚ ਹੀ ਮਹਾਰਾਜ ਆ ਬਿਰਾਜੇ। ਜਿਨ ਕੇ ਦਰਸ਼ਨ ਤੇ ਦੁਖ ਭਾਜੇ। ਜਿਨ੍ਹਾਂ ਦੇ ਦਰਸ਼ਨਾਂ ਦੇ ਨਾਲ ਹੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਭਾਈ ਜਿਨ੍ਹਾਂ ਦੇ ਦਰਸ਼ਨਾਂ ਨਾਲ ਹੀ ਜੰਮਣ ਮਰਨ ਦੇ ਦੁੱਖ ਭੱਜ ਜਾਂਦੇ ਆ, ਸਰੀਰ ਦੇ ਦੁੱਖ ਭੱਜ ਜਾਂਦੇ, ਸਾਰੇ ਦੁੱਖ ਭੱਜ ਜਾਂਦੇ ਆ। ਉਹ ਸਤਿਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਆ ਕੇ ਬੈਠ ਗਏ, ਬਿਰਾਜ ਗਏ। ਫਿਰ ਜਿਵੇਂ ਮਾਤਾ ਸੁਲੱਖਣੀ ਜੀ ਹੋਣੀ ਆਏ, ਕਹਿੰਦੇ ਮਹਾਰਾਜ ਜੀ ਤੁਸੀਂ ਸਾਰਾ ਕੁਝ ਹੀ ਆਪਣੇ ਸੇਵਕ ਨੂੰ ਦੇਈ ਜਾਂਦੇ ਹੋ, ਪੁੱਤਰਾਂ ਵੱਲ ਵੀ ਵੇਖੋ, ਇਹਨਾਂ ਨੂੰ ਕੌਣ ਵੇਖੂਗਾ। ਮਹਾਰਾਜ ਕਹਿੰਦੇ ਬਚਨ ਤੇ ਉਹ ਮੰਨਦੇ ਨਹੀਂ ਹੈ, ਗੁਰੂ ਘਰ ਤੇ ਬਚਨ ਮੰਨਣਾ ਪਹਿਲਾਂ ਹੈ। ਕਹਿੰਦੇ ਮਹਾਰਾਜ ਕਿਉਂ ਨਹੀਂ ਮੰਨਦੇ, ਮੇਰੇ ਸਾਹਮਣੇ ਤੁਸੀਂ ਕਹੋ ਕਿਉਂ ਨਹੀਂ ਮੰਨਦੇ ਹੈ, ਮੈਂ ਵੀ ਤਾਂ ਵੇਖਾਂ ਵੀ ਕੀ ਗੱਲ ਹੈ। ਉਸ ਵੇਲੇ ਗੁਰੂ ਸਾਹਿਬ ਜੀ ਨੇ ਫਿਰ ਸਾਰੇ ਕੌਤਕ ਅੱਗੇ ਦਿਖਾਏ ਅਤੇ ਭਾਈ ਲਹਿਣਾ ਜੀ ਨੇ ਜਿਵੇਂ ਸੇਵਾ ਕੀਤੀ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਉਹ ਪ੍ਰਸੰਗ ਵੀ ਕੱਲ੍ਹ ਹੋਰ ਪਰਖਦੇ ਆਉਣਗੇ, ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਹੀ ਜਿਹੜੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਲ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ। ਸਿੱਖੀ ਪਰਖਨ ਪ੍ਰਸੰਗਾ ਵਰਣਨ ਨਾਮ 85ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅਖੀਰਲੇ ਹਿੱਸੇ ਦੇ 50 ਅਧਿਆਏ ਸਮਾਪਤ ਹੋ ਗਏ, ਜਿਹਦੇ ਵਿੱਚ ਸਿੱਖਾਂ ਦੀ ਸਿੱਖੀ ਪਰਖਣਾ ਕੀਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਇਸ ਪ੍ਰਕਾਰ ਕਹਿ ਸੁਖ ਦਾ ਬਾਣੀ। ਗਮਨ ਕੀਨਾ ਪੁਰ ਕੋ ਗੁਣ ਖਾਨੀ। ਧਰਮਸਾਲ ਮਹਿ ਆਏ ਬਿਰਾਜੇ। ਜਿਨ ਕੇ ਦਰਸ਼ਨ ਤੇ ਦੁਖ ਭਾਜੇ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ। ਸਿੱਖੀ ਪਰਖਨ ਪ੍ਰਸੰਗਾ ਵਰਣਨ ਨਾਮ 85ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।